नराज छंद अनूप रूप भाल सो अभूत रूप मानिए। संजोग नाम शत्रुहा सो वीरतास जानिए। सो शांत नाम सूरमा सो और एक बोलिए। प्रताप जास को सदा सो सर्व लोग तोलिए। अनूप रूप भाल सो अभूत रूप मानिए। अनूप रूप है एक होर है, ਉਹਦਾ ਰੂਪ ਸੰਸਾਰੀ ਰੂਪ ਨਹੀਂ ਹੈ। ਜਿਹੇ ਅਸੀਂ ਅੱਖਾਂ ਨਾਲ ਦੇਖਣ ਵਾਲਾ ਰੂਪ ਜਿਹੜਾ ਹੁੰਦਾ ਨਾ, ਉਹ ਰੂਪ ਹੁੰਦਾ ਜਿਹੜਾ ਅੱਖਾਂ ਨਾਲ ਨਹੀਂ ਦਿਖਦਾ, ਅਨੂਪ ਰੂਪ ਹੁੰਦਾ। ਅਨੂਪ ਰੂਪ ਕਹਿੰਦੇ ਜਿਹੜਾ ਅੱਖਾਂ ਨਾਲ ਨਹੀਂ ਦੇਖਿਆ ਸਕਦਾ ਰੂਪ ਹੈਗਾ। ਅਨੂਪ ਰੂਪ 100 ਅਨੂਪ ਰੂਪ ਭਾਣ ਸੋ ਅਭੂਤ ਰੂਪ ਮਾਨੀ। ਅਨੂਪ ਰੂਪ 500 ਸੂਰਜ ਵਰਗਾ। ਉਹ ਤਾਂ ਸੂਰਜ ਵਰਗਾ ਹੈ ਪਰ ਸੂਰਜ ਨਹੀਂ ਹੈਗਾ। ਭਾਲ ਭਾਲ ਲਫ਼ਜ਼ ਨਹੀਂ ਹੈ, ਭਾਨ ਹੈ। ਅੱਛਾ ਭਾਨ ਲਿਖਿਆ ਭਾਨ ਹੈ। ਹਾਂ ਲੱਲਾ ਲਿਖਿਆ ਹੋਇਆ, ਨੰਨਾ ਹੈ। ਹਾਂ ਭਾਨ ਸੂਰਜ ਵਰਗਾ ਰੂਪ ਹੈ, ਸੂਰਜ ਜਿੰਨੀ ਰੋਸ਼ਨੀ ਵਾਲਾ ਰੂਪ ਹੈ ਪਰ ਸੂਰਜ ਨਹੀਂ ਹੈ। ਅਨੂਪ ਰੂਪ ਉਹ ਹੈ ਆਤਮ ਗਿਆਨ ਦਾ ਜਿਹੜਾ ਰੂਪ ਹੈ, ਆਤਮ ਗਿਆਨ ਵਾਲੀ ਜਿਹੜਾ ਵਿਵੇਕ ਦਾ ਰੂਪ ਹੈ ਕਹਿ ਲਓ। ਜਿਹੜਾ ਵਿਵੇਕ ਦਾ ਰੂਪ ਹੈ ਉਹ ਸੂਰਜ ਵਰਗਾ ਹੀ ਰੂਪ ਹੈ। ਉਹ ਤੋਂ ਵੱਧ ਗਿਆਨ, ਉਹ ਤੋਂ ਵੱਧ ਰੋਸ਼ਨੀ ਨਹੀਂ ਕਿਤੇ ਹੋ ਰਿਹਾ, ਜਿਵੇਂ ਸੂਰਜ ਤੋਂ ਜ਼ਿਆਦਾ ਰੋਸ਼ਨੀ ਨਹੀਂ। ਇਹ ਵਿਵੇਕ ਦਾ ਰੂਪ ਹੈ। ਅਭੂਤ ਰੂਪ ਮਾਨੀਏ। ਅਭੂਤ ਰੂਪ ਹੈ। ਅਭੂਤ ਰੂਪ ਉਹਨੂੰ ਕਹਿੰਦੇ ਨੇ ਜਿਹ 'ਚ ਮਾਇਆ ਨਹੀਂ ਲੱਗੀ ਹੋਈ, ਮਾਇਆ ਦਾ ਨਹੀਂ ਬਣਿਆ ਹੋਇਆ। ਸੂਰਜ ਤਾਂ ਮਾਇਆ ਦਾ ਬਣਿਆ ਹੋਇਆ ਨਾ, 5 ਤੱਤ ਨਹੀਂ ਲੱਗੇ ਹੋਏ ਉਹਦੇ ਵਿੱਚ। ਰੂਪ ਵੀ ਹੈਗਾ, ਤੱਤ ਵੀ 5 ਨਹੀਂ, ਪਰਮ ਤੱਤ ਹੈ ਉਹ। ਪਰਮ ਤੱਤ 5 ਤੱਤ ਨਹੀਂ, ਪਰਮ ਤੱਤ ਹੈ। 5 ਤੱਤ, 5 ਤੱਤ, 5 ਤੱਤ ਨਹੀਂ, 5 ਤੱਤ ਹੈ ਉਹ। ਸੰਜੋਗ ਨਾਮ ਸ਼ਤਰੂਹਾ ਸੋ ਵੀਰਤਾਸ ਜਾਨੀਏ। ਉਹਦਾ ਇੱਕ ਹੋਰ ਸੂਰਮਾ ਉਹਦੇ ਥੱਲੇ, ਉਹਦਾ ਵੀਰ। ਉਹ ਵੱਡਾ ਰਾਜਾ, ਵੱਡੇ ਰਾਜੇ ਦੇ ਥੱਲੇ ਇੱਕ ਉਹਦਾ ਯੋਧਾ ਥੱਲੇ ਰੱਖਿਆ ਹੋਇਆ, ਸੈਨਾਪਤੀ ਰੱਖਿਆ ਹੋਇਆ। ਸੰਜੋਗ ਨਾਮ ਉਹਦਾ ਨਾਮ ਹੈ ਸੰਜੋਗ। ਸਾਰਿਆਂ ਨਾਲ ਮਿਲ ਕੇ ਰਹਿਣਾ, ਸਾਰਿਆਂ ਨਾਲ ਮੇਲ ਮਿਲਾਪ ਰੱਖਣਾ, ਸਾਰਿਆਂ ਨਾਲ ਪ੍ਰੇਮ ਰੱਖਣਾ, ਵੈਰ ਵਿਰੋਧ ਨੂੰ ਮਿਟਾਉਣਾ। ਵੈਰ ਵਿਰੋਧ ਕਰਨਾ ਨਹੀਂ, ਵੈਰ ਵਿਰੋਧ ਨੂੰ ਖਤਮ ਕਰਨਾ, ਆਪਣੇ ਪਰਾਏ ਨੂੰ ਖਤਮ ਕਰਨਾ। ਇਹ ਉਹਦਾ ਨਾਮ ਸੰਜੋਗ ਹੈ ਦੂਏ ਸੂਰਮੇ ਦਾ। ਹਾਂ ਸੋ ਸ਼ਾਂਤ ਨਾਮ ਸੂਰਮਾ ਸੋ ਔਰ ਇੱਕ ਬੋਲੀਐ। ਇੱਕ ਉਹਦੇ ਨਾਲ ਹੋਰ ਹੈ ਸੂਰਮਾ ਵਿਵੇਕ ਨਾਲ, ਉਹਦਾ ਨਾਮ ਹੈ ਸ਼ਾਂਤ। ਸ਼ਾਂਤੀ ਸ਼ਾਂਤ ਸੂਰਮਾ ਦੋ ਨੇ। ਜੇ ਕਿਤੇ ਕੋਈ ਮਾੜੀ ਮੋਟੀ ਗੜਬੜ ਵੀ ਹੁੰਦੀ ਹੈ, ਕਿਤੇ ਮਨ ਮੁਟਾਵ ਕਿਸੇ ਦਾ ਹੁੰਦਾ, ਉੱਥੇ ਸ਼ਾਂਤੀ ਕਰ ਦੇਣੀ, ਫਿਰ ਮਿਲਾਪ ਕਰ ਦੇਣਾ। ਜਿੱਥੇ ਕੋਈ ਗੁੱਸਾ ਗਿੱਲਾ ਹੈ ਉਹਨੂੰ ਸ਼ਾਂਤ ਕਰਕੇ ਫਿਰ ਇਕੱਠੇ ਕਰ ਦੇਣੇ। ਦੋ ਦੇ ਬਿਨਾਂ ਗੱਲ ਚੱਲਦੀ ਨਹੀਂ ਨਾ। ਸ਼ਾਂਤੀ ਬਿਨਾਂ ਏਕਤਾ ਨਹੀਂ ਹੁੰਦੀ, ਸ਼ਾਂਤੀ ਬਿਨਾਂ ਏਕਤਾ ਹੁੰਦੀ ਨਹੀਂ। ਉਹ ਵੀ ਸੂਰਮਾ ਸ਼ਾਂਤੀ। ਉਹ ਆਪ ਨਹੀਂ ਗੁੱਸੇ 'ਚ ਆਉਂਦਾ ਹੀ ਨਹੀਂ ਹੈ। ਕਿੰਨਾ ਹੀ ਕੋਈ ਗੁੱਸੇ 'ਚ ਆਵੇ, ਆਪ ਨਹੀਂ ਗੁੱਸੇ 'ਚ ਆਉਂਦਾ। ਉਹ ਕਹਿੰਦਾ ਇਹਨੇ ਮੈਨੂੰ ਐਂ ਕਹਿ ਦਿੱਤਾ, ਉਹ ਚੱਲ ਕੋਈ ਨਹੀਂ, ਜੇ ਕਹਿ ਦਿੱਤਾ ਫਿਰ ਕੀ ਹੋ ਗਿਆ, ਫਿਰ ਕੀ ਹੋ ਗਿਆ। ਗੁੱਸੇ 'ਚ 100 ਗੱਲ ਕਹੀ ਜਾਂਦੀ ਹੈ। ਇਹਨੂੰ ਗੁੱਸਾ ਸੀਗਾ, ਉਹ ਗੁੱਸੇ 'ਚ ਬੁੱਧੀ ਨਹੀਂ ਕੰਮ ਕਰਦੀ ਹੁੰਦੀ, ਇਹਦੀ ਬੁੱਧੀ ਮਾਰੀ ਗਈ ਸੀ। ਤੂੰ ਆਪਣੀ ਬੁੱਧੀ ਦਾ ਕਾਇਮ ਰੱਖ। ਚਲ ਉਹ ਵੀ ਮੰਨ ਲੈਂਦਾ, ਹਾਂ ਮੇਰੀ ਬਈ ਗਲਤੀ ਹੋ ਗਈ, ਮੇਰੇ ਤੋਂ ਗੁੱਸੇ 'ਚ ਕਹੀ ਗਈ, ਸ਼ਾਂਤੀ ਹੋ ਗਈ। ਇਹ ਸ਼ਾਂਤ ਆਪਣਾ ਧੀਰਜ, ਸ਼ਾਂਤੀ ਆਪਣਾ ਧੀਰਜ ਨਹੀਂ ਖੋਂਦੀ। ਉਹ ਜਿੰਨੇ ਮਰਜ਼ੀ ਗੁੱਸੇ 'ਚ ਰਹਿਣ, ਉਹਨੇ ਆਪਣਾ ਧੀਰਜ ਨਹੀਂ ਖੋਣਾ। ਜਿਹੜਾ ਨਾ ਧੀਰਜ ਖੋਵੇ ਉਹ ਸੂਰਮਾ ਹੁੰਦਾ। ਸੂਰਮਾ ਕਹਿੰਦੇ ਕਿਹਨੂੰ ਨਾ, ਜਿਹੜਾ ਧੀਰਜ ਨਾ ਡੋਲੇ, ਜਿਹਦਾ ਧੀਰਜ ਰੱਖੇ ਵੀ ਇਹ ਕੰਮ ਸਿਰੇ ਚੜ੍ਹਨਾ ਹੀ ਚੜ੍ਹਨਾ, ਕਿੰਨੀਆਂ ਔਕੜਾਂ ਹੋਣ। ਹਾਂਜੀ ਸ਼ਾਂਤ ਨਾਮ ਸੂਰਮਾ ਸੋ ਔਰ ਇੱਕ ਬੋਲੀ ਹੈ। ਸੋ ਸ਼ਾਂਤ ਨਾਮ ਸੂਰਮਾ। ਸੋ ਸ਼ਾਂਤ ਹੈ, ਇੱਕ ਤਾਂ ਸ਼ਾਂਤੀ ਹੁੰਦੀ ਹੈ ਮਤਲਬ ਵਾਸਤੇ ਕੀਤੀ ਹੋਈ। ਦੋ ਕਹਿੰਦੇ ਸ਼ਾਂਤੀ ਦੇਵ ਜਦ ਥੋੜ੍ਹੀ ਜਿਹੀ ਕਿਤੇ ਗੱਲ ਆਈ ਫਿਰ ਉਹਦਾ ਨਾਮ ਬਣ ਜਾਂਦਾ ਭਾਂਬੜਦਾਸ। ਕਹਿੰਦੇ ਜੇ ਹੱਥ ਲਾਈਏ ਤਾਂ ਭਾਂਬੜਦਾਸ ਹੈ, ਨਾ ਸ਼ਾਂਤੀ ਦੇਵ ਹੈ। ਉਹ ਇਹੋ ਜਿਹਾ ਨਹੀਂ ਹੈਗਾ।
ਸੋ ਸ਼ਾਂਤ ਨਾਮ ਸੁਸ਼ਾਂਤ ਹੈ, ਸੁਸ਼ਾਂਤ ਹੈ, ਸੁਸ਼ਾਂਤ। ਸੂ ਜਿਹੜਾ ਭਾਂਬੜਦਾਸ ਬਣਦਾ ਹੀ ਨਹੀਂ। ਸੂਰਮਾ ਤੇ ਪੈਟਰੋਲ ਹੱਥ ਲਾਏ ਤੇ ਠੰਡਾ, ਸਪਾਰਕ ਲਾਏ ਤੇ ਭਾਂਬੜਦਾਸ ਹੈ। ਪਾਣੀ ਹੱਥ ਲਾਏ ਤੇ ਚਾਹੇ ਪੈਟਰੋਲ ਨੂੰ ਘੱਟ ਠੰਡਾ, ਪਰ ਭਾਂਬੜਦਾਸ ਹੈ ਨਹੀਂ। ਉਹ ਪਾਣੀ ਵਾਲਾ ਸੁਭਾਅ ਹੈ, ਪੈਟਰੋਲ ਵਾਲਾ ਸੁਭਾਅ ਨਹੀਂ। ਜ਼ਿਆਦਾ ਠੰਡਾ, ਲੋੜ ਤੋਂ ਵੱਧ ਠੰਡਾ ਹੈ ਭਾਂਬੜਦਾਸ। ਉਹ ਲੋੜ ਤੋਂ ਵੱਧ ਠੰਡਾ ਵੀ ਨਹੀਂ ਹੈ। ਫਿਰ ਭਾਂਬੜਦਾਸ ਤਾਂ ਬਿਲਕੁਲ ਹੀ ਨਹੀਂ ਨਾ ਹੈ। ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਕ ਤੋਲੀਐ। ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਕ ਤੋਲੀਐ। ਸਾਰੇ ਲੋਕਾਂ ਨੇ ਤੋਲ ਕੇ, ਨਾਪ ਕੇ, ਪਰਖ ਕੇ ਮੰਨ ਲਿਆ ਹੋਇਆ ਬਈ ਸ਼ਾਂਤੀ ਦਾ ਹੀ ਪ੍ਰਤਾਪ ਹੈ ਸੰਸਾਰ 'ਚ। ਜੇ ਸ਼ਾਂਤੀ ਵਿਗੜ ਜਾਏ ਸੰਸਾਰ ਖਤਮ ਹੋ ਜਾਂਦਾ। ਅੱਜ ਜੋ ਕੁਝ ਦਿਖ ਰਿਹਾ ਸ਼ਾਂਤੀ ਦਾ ਹੀ ਪ੍ਰਤਾਪ ਹੈ ਜੇ ਸ਼ਾਂਤੀ ਰੱਖਦੇ ਹਾਂ। ਜਿੱਦਣ ਸ਼ਾਂਤੀ ਭੰਗ ਹੋ ਗਈ ਬਸ ਸਭ ਕੁਝ ਆਪ ਹੀ ਲੜ ਕੇ ਮਰ ਜਾਣਾ। ਸਭ ਨੇ, ਸਭ ਨਸ਼ਟ ਹੋ ਜਾਊਗਾ। ਜੋ ਪ੍ਰਤਾਪ ਦਿਖ ਰਿਹਾ ਸਭ ਸ਼ਾਂਤੀ ਦਾ। ਸ਼ਾਂਤੀ ਗਈ ਔਰ ਸਭ ਕੁਝ ਗਿਆ। ਇਹ ਸਾਰੇ ਲੋਕ ਮੰਨਦੇ ਨੇ ਇਸ ਗੱਲ ਨੂੰ। ਤਿੰਨੇ ਲੋਕ ਮਤਲਬ ਹੈ ਤਿੰਨੇ ਪ੍ਰਕਾਰ ਦੇ ਲੋਕ, ਰਜੋ ਤਮੋ ਸਤ ਵਾਲੇ, ਤਿੰਨੇ ਹੀ ਮੰਨਦੇ ਨੇ ਵੀ ਸ਼ਾਂਤੀ ਰੱਖਣੀ ਜ਼ਰੂਰੀ ਹੈ। ਗੁੱਸੇ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ। ਜੰਗ ਨਾਲ ਮਸਲੇ ਹੱਲ ਨਹੀਂ ਹੋਇਆ ਕਰਦੇ। ਕੋਈ ਗਾਂ ਦੇ ਗਾਂ ਵਧੀ ਜਾਂਦੇ ਨੇ। ਅੱਗ ਹੈ, ਬੁਝ ਗਈ, ਫੇਰ ਜਲ ਪਈ। ਕੁਛ ਦੇਰ ਵਾਸਤੇ ਬੁਝ ਗਈ, ਫੇਰ ਜਲ ਪਈ। ਅੱਗ ਨੂੰ ਬੁਝਾ ਦੇਈਏ ਬਿਲਕੁਲ ਹਮੇਸ਼ਾ ਵਾਸਤੇ, ਫੇਰ ਹੀ ਤਰੱਕੀ ਹੋ ਸਕਦੀ ਹੈ। ਜਿੰਨੀ ਕੁ ਤਰੱਕੀ ਹੋਈ ਉਨੀ ਕੁ ਫੇਰ ਖਤਮ ਕਰ ਲਈ। ਨਹੀਂ ਤਾਂ ਇਹ ਹੁੰਦਾ। ਹਾਂ, ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਕ ਤੋਲੀਐ। ਉਹਦੇ ਪ੍ਰਤਾਪ ਨੂੰ ਸਰਬ ਲੋਕਾਂ ਨੇ ਤੋਲਿਆ ਹੋਇਆ, ਸਮਝਿਆ ਹੋਇਆ, ਪਰਖਿਆ ਹੋਇਆ ਪ੍ਰਤਾਪ ਉਹਦਾ। ਤਾਂ ਸ਼ਾਂਤੀ ਰੱਖਦੇ ਨੇ। ਸ਼ਾਂਤੀ ਐਵੇਂ ਨਹੀਂ ਰੱਖਦੀ ਦੁਨੀਆ। ਸ਼ਾਂਤੀ ਜੋ ਦੁਨੀਆ ਨੇ ਪਰਖ ਕੇ ਦੇਖਿਆ ਵੀ ਸ਼ਾਂਤੀ ਹੀ ਸਭ ਤੋਂ ਚੰਗੀ ਚੀਜ਼ ਹੈ। ਆਖਰ ਹਕੂਮਤਾਂ ਸ਼ਾਂਤੀ ਸ਼ਾਂਤੀ ਦਾ ਪ੍ਰਚਾਰ ਕਰਦੀਆਂ ਨੇ। ਅੱਤਵਾਦ ਹੈ, ਗੁੱਸੇ ਵੀ ਹੁੰਦੇ ਨੇ, ਲੜਾਈਆਂ ਵੀ, ਅਖੀਰ ਫਿਰ ਗੱਲਬਾਤ ਦੀ ਮੇਜ਼ ਤੇ ਹੀ ਆਉਂਦੇ ਨੇ। ਸ਼ਾਂਤੀ ਨਾਲ ਹੀ ਕੋਈ ਗਾਹਾਂ ਗੱਲ ਵੱਧਦੀ ਹੈ। ਜੇ ਸ਼ਾਂਤੀ ਨਾ ਹੋਵੇ ਉਹਦੇ ਨਾਲ ਤਾਂ ਫਿਰ ਨਾਸ ਹੀ ਨਾਸ ਹੁੰਦਾ। ਅਖੰਡ ਮੰਡਲੀਕ ਸੋ ਸੋ ਪ੍ਰਚੰਡ ਰੂਪ ਦੇਖੀਐ। ਅਖੰਡ ਮੰਡਲੀਕ ਸੋ ਪ੍ਰਚੰਡ ਰੂਪ ਦੇਖੀਐ। ਜਿਹੜੀ ਦੇਖੋ, ਇੱਕ ਤਾਂ ਮੰਡਲੀਕ ਹੁੰਦਾ, ਇੱਕ ਅਖੰਡ ਮੰਡਲੀਕ ਹੁੰਦਾ। ਜਿਹੜਾ ਸਤ ਸੰਤੋਖ ਵਾਲਾ ਹੈ ਉਹ ਅਖੰਡ ਮੰਡਲੀਕ ਹੈ, ਜਿਹਦੀ ਏਕਤਾ ਭੰਗ ਨਹੀਂ ਹੁੰਦੀ। ਮੰਡਲ ਹੁੰਦਾ ਗੋਲ, ਰਾਊਂਡ। ਗਿਆਨ ਵਾਲੀ ਚੀਜ਼ ਜਿੱਥੋਂ ਲਾਈਟ ਪੈਦਾ ਹੁੰਦੀ ਹੈ ਉਹਦੀ ਗੋਲੇ ਹੁੰਦਾ, ਗੋਲਾਕਾਰ ਹੁੰਦਾ। ਜਿਵੇਂ ਚੰਦਰਮਾ ਗੋਲ ਹੈ, ਸੂਰਜ ਗੋਲ ਦਿਖੂਗਾ, ਤਾਰੇ ਗੋਲ ਦਿਖਦੇ ਨੇ, ਗੋਲਾਈ ਦਿਖਦੇ ਨੇ ਸਾਨੂੰ। ਅਖੰਡ ਮੰਡਲੀਕ, ਅਖੰਡ ਜਿਹੜਾ ਮੰਡਲ ਹੈ ਜਦੋਂ ਮਨ ਚਿੱਤ ਇੱਕ ਹੋ ਜਾਂਦਾ ਹੈ, ਇਹਦਾ ਜਿਹੜਾ ਮੰਡਲ ਜਦੋਂ ਅਖੰਡ ਹੋ ਜਾਂਦਾ ਫਿਰ ਦੁਬਾਰਾ ਦਾਲ ਨਹੀਂ ਹੁੰਦੀ, ਇਹਦੀ ਦੋ ਨਹੀਂ ਹੁੰਦੇ। ਏਕਤਾ, ਇਹਦੀ ਏਕਤਾ ਭੰਗ ਨਹੀਂ ਹੁੰਦੀ। ਏਕਤਾ ਭੰਗ ਕਦ ਹੁੰਦੀ ਹੈ? ਅਸ਼ਾਂਤੀ 'ਚ। ਏਕਤਾ ਭੰਗ ਹੋਈ, ਅਸ਼ਾਂਤੀ ਹੋ ਗਈ। ਅਸ਼ਾਂਤੀ ਹੀ ਸਾਡੇ ਅੰਦਰ ਏਕਤਾ ਭੰਗ ਹੋਣ ਦੀ ਹੈ। ਪਿੱਛੇ ਸ਼ਾਂਤੀ ਦੀ ਗੱਲ ਆਈ ਹੈ ਨਾ, ਉਹਦੇ ਨਾਲ ਜੁੜਦੀ ਹੈ ਗੱਲ। ਜਿਹੜਾ ਅਖੰਡ ਮੰਡਲੀਕ ਹੈ, ਜਿਹੜਾ ਅੰਦਰੋਂ ਚੇਤਰ ਮਨ ਜਿਹਦੇ ਦੋ ਨਹੀਂ ਹੁੰਦੇ, ਉਹਦੇ ਅੰਦਰ ਹੀ ਸ਼ਾਂਤੀ ਰਹਿੰਦੀ ਹੈ। ਗੁੱਸਾ ਮਨ ਦੇ ਵਿੱਚ ਆਉਂਦਾ ਹੈ ਵੱਖਰਾ ਹੋ ਕੇ। ਚਿੱਤ ਨਾਲ ਜੁੜਿਆ ਰਹੇ ਮਨ, ਗੁੱਸਾ ਨਹੀਂ ਆਉਂਦਾ। ਫਿਰ ਨਹੀਂ ਗੁੱਸਾ ਆਉਂਦਾ। ਚਿੱਤ ਠੰਡਾ ਹੈ, ਚੰਦਨ ਦਾ ਦਰਖਤ ਹੈ, ਠੰਡ ਮਿਲਦੀ ਰਹਿੰਦੀ ਹੈ, ਅਕਲ ਮਿਲਦੀ ਰਹਿੰਦੀ ਹੈ ਉੱਥੋਂ। ਨਹੀਂ, ਗੁੱਸੇ ਦੇ ਵਿੱਚ ਨੁਕਸਾਨ ਹੋਊਗਾ। ਹਾਂਜੀ, ਪ੍ਰਚੰਡ ਰੂਪ ਦੇਖੀਐ। ਉਹ ਜੇ ਪ੍ਰਚੰਡ ਰੂਪ ਦਿਖਾਈ ਦੇਣਾ, ਜੇ ਚਿੱਤ ਮਨ ਇੱਕ ਹੈ, ਉਸੇ ਜੋ ਪ੍ਰਚੰਡ ਰੂਪ ਦਿਖਾਈ ਦੇਣਾ, ਉਸੇ ਸੇ ਗਿਆਨ ਪ੍ਰਚੰਡ ਹੈ। ਉੱਥੇ ਵਿਵੇਕ ਬੁੱਧੀ ਹੈ, ਚੰਡੀ ਉੱਥੇ ਹੀ ਹੈ। ਬੁੱਧੀ ਪ੍ਰਚੰਡ ਰੂਪ, ਸਭ ਤੋਂ ਸ਼ਕਤੀਸ਼ਾਲੀ ਬੁੱਧੀ ਏਕਤਾ ਵਿੱਚ ਹੈ। ਜੇ ਮਨ ਚਿੱਤ ਇੱਕ ਨੇ, ਉਦੋਂ ਤੁਹਾਡੇ ਕੋਲ ਪੂਰੀ ਸ਼ਕਤੀ ਹੈ ਤੁਹਾਡੀ ਕੰਮ ਕਰਦੀ। ਗਿਆਨ ਦੀ ਪੂਰੀ ਸ਼ਕਤੀ, ਅਕਲ ਪੂਰੀ ਕੰਮ ਕਰਦੀ ਹੈ। ਤੁਸੀਂ ਸਾਰੇ ਵਕਾਰਾਂ ਤੇ, ਸਾਰੇ ਨਫੇ ਨੁਕਸਾਨ ਤੇ ਹਾਵੀ ਰਹੋਗੇ।
ਜੇ ਨੁਕਸਾਨ ਹੋ ਵੀ ਰਿਹਾ ਤਾਂ ਘੱਟ ਤੇ ਘੱਟ ਹੋਊਗਾ। ਜੇ ਨੁਕਸਾਨ ਵੀ ਹੋ ਰਿਹਾ ਸਾਹਮਣੇ ਤੁਹਾਡੇ, ਫਿਰ ਵੀ ਤੁਸੀਂ ਜੇ ਨਹੀਂ ਡੋਲੇ ਉਹ ਨੁਕਸਾਨ ਚੋਂ ਵੀ ਕੁਝ ਬਚਾ ਲਓਗੇ। ਜੇ ਬੁੱਧ ਘਬਰਾ ਗਈ, ਕੋਈ ਚੀਜ਼ ਬਚਾਉਣ ਲੱਗਿਆ, ਆਪ ਥੱਲੇ ਆ ਜਾਊਗਾ। ਅੰਦਰ ਵੜ ਗਿਆ ਨਾ ਅੱਗ ਲੱਗੀ ਚ, ਕਾਲੀ ਚ, ਆਪ ਵੀ ਅੰਦਰ ਰਹਿ ਜਾਊਗਾ, ਨੁਕਸਾਨ ਜ਼ਿਆਦਾ ਹੋ ਜਾਊਗਾ। ਆਪਣੀ ਜਿਹੜੀ ਹੈ ਹੋਸ਼ ਔਰ ਹਵਾਸ਼ ਖੋਣੇ ਨਹੀਂ ਚਾਹੀਦੇ, ਕਹਿਣ ਦਾ ਮਤਲਬ ਹੈ। ਨੁਕਸਾਨ ਹੁੰਦਾ ਹੈ ਚਾਹੇ ਨਫਾ ਹੁੰਦਾ, ਨਫੇ ਔਰ ਨੁਕਸਾਨ ਦੇ ਵਿੱਚ ਹੋਸ਼ ਹਵਾਸ਼ ਖੋਤੇ ਸਮਝੋ ਨਫਾ ਵੀ ਘਟ ਗਿਆ, ਨੁਕਸਾਨ ਵੇਲੇ ਨੁਕਸਾਨ ਵੱਧ ਗਿਆ। ਨੁਕਸਾਨ ਇਹ ਹੋਣਾ ਚ। ਹਾਂ, ਸੁਕੋਪ ਸੁਧ ਸਿੰਘ ਕੀ ਸਮਾ ਸੂਰ ਪੇਖੀਐ। ਸੁਕੋਪ ਸੁਧ ਸਿੰਘ ਕੀ ਸਮਾਨ, ਸਮਾਨ ਲਫ਼ਜ਼ ਹੈ ਨੰਨਾ ਕਿਸੇ ਵਜ੍ਹਾ ਨਾਲ ਪਤਾ ਨਹੀਂ ਮਿਸਪ੍ਰਿੰਟ ਹੋ ਗਿਆ। ਸਮਾਨ ਜੇ ਲਿਖ ਵੀ ਦਈਏ ਤਾਂ ਇਹ ਬੈਲੈਂਸ ਪੂਰਾ ਹੁੰਦਾ ਹੈ। ਹਾਂ, ਸਮਾਨ ਰੂਪ ਪੇਖੀ। ਉਹਦਾ ਲਗਾਤਾਰ ਉਹਦੀ ਜਿਹੜੀ ਦਿੱਖ ਹੈ, ਜਿਵੇਂ ਸ਼ੇਰ ਦਾ ਹੌਸਲਾ ਹੁੰਦਾ ਨਾ, ਸ਼ੇਰ ਕਦੇ ਵੀ ਡਰਪੋਕ ਰੂਪ ਦੇ ਵਿੱਚ ਨਹੀਂ ਉਹਦੀ ਦਿਖਾਈ। ਦਹਿਸ਼ਤ ਹੋਵੇ ਸ਼ੇਰ ਦੇ ਅੰਦਰ, ਕਦੇ ਤੁਸੀਂ ਉਹਦੇ ਚਿਹਰੇ ਤੋਂ ਦਹਿਸ਼ਤ ਨਹੀਂ ਦੇ ਸਕਦੇ ਸ਼ੇਰ ਨੂੰ। ਜਦ ਵੀ ਦੇਖੋਗੇ ਸ਼ੇਰ ਦੇ ਅੰਦਰ ਦਹਿਸ਼ਤ ਨਹੀਂ ਹੁੰਦੀ, ਚਾਹੇ ਸੁਭਾਵਿਕ ਰੂਪ 'ਚ ਬੈਠਾ ਹੋਵੇ। ਐ ਸਮਾਨ ਰੂਪ ਹੁੰਦਾ ਉਹਦਾ। ਕੋਪ ਸੁਧ ਸਿੰਘ ਦੀ। ਹਾਂ, ਕੋਪ ਜਿਵੇਂ ਥੋੜਾ ਗੁੱਸੇ 'ਚ ਹੁੰਦਾ ਸ਼ੇਰ, ਹਮੇਸ਼ਾ ਰਹਿੰਦਾ। ਸ਼ੇਰ ਦਾ ਰੂਪ ਤਾਂ ਟਿਕਿਆ ਰਹਿੰਦਾ, ਥੋੜਾ ਜਿਹਾ ਗੁੱਸੇ ਜ਼ਰੂਰ ਰਹਿੰਦਾ ਸ਼ੇਰ, ਇਹ ਉਹਦੇ ਸੁਭਾਅ 'ਚ ਹੈ। ਕੋਪ ਸੁਧ ਸਿੰਘ ਕੀ ਸ਼ੁੱਧ ਕੋਪ ਹੈ, ਪਰ ਕੋਪ ਵੀ ਸ਼ੁੱਧ ਔਰ ਅਸ਼ੁੱਧ ਹੁੰਦੀ ਹੈ ਨਾ। ਕਿਸੇ ਗਰੀਬ ਦੇ ਉੱਤੇ ਜਿਹੜਾ ਗੁੱਸਾ ਕਰਨਾ ਹੈ, गरीबन पे जो खिंचे दाढ़ी पारब्रह्म सागन में साड़ी वो शुद्ध नहीं है। कोप करना जे कोप ਉਹਦੇ ਤੇ ਕਰਨਾ ਜਿਹੜਾ ਗਰੀਬਾਂ ਦਾ ਤੰਗ ਕਰਦਾ, ਤਕੜੇ ਤੇ ਕਰਨਾ, ਮਾੜੇ ਤੇ ਨਹੀਂ ਕਰਨਾ। ਹੰਕਾਰ ਤੇ ਪ੍ਰਹਾਰ ਕਰਨਾ ਜੇ ਕਰਨਾ। ਹੰਕਾਰ ਦੇ ਪ੍ਰਤੀ ਗੁੱਸਾ ਜੇ ਪ੍ਰਗਟ ਨਹੀਂ ਹੋਇਆ ਤਾਂ ਗੁੱਸਾ ਖਤਮ ਨਹੀਂ ਹੋਇਆ। ਹੁਣ ਬੰਦੂਕਾਂ ਨੇ ਪੁਲਿਸ ਵਾਲੇ ਨੇ ਮੋਢਿਆਂ 'ਚ ਪਾ ਕੇ ਭਰ ਕੇ ਲਈ ਫਿਰਦੇ ਨੇ, ਬਾਜ਼ਾਰ 'ਚ ਕਿਉਂ ਲਈ ਫਿਰਦੇ ਨੇ ਭਰ ਕੇ? ਤਿਆਰ ਤਾਂ ਹੈ ਨਾ, ਲੋੜ ਪਈ ਤੇ ਚਲਾ ਦੇਣੀਆਂ ਨੇ, ਲੋੜ ਪਊ ਤਾਂ ਹੀ ਚਲਾਉਣੀਆਂ ਨੇ। ਇਸ ਕਰਕੇ ਐ ਉਹਦੇ 'ਚ ਕੋਪ ਭਰਿਆ ਹੁੰਦਾ, ਜਿਵੇਂ ਬੰਦੂਕ 'ਚ ਰੌਂਦ ਭਰੇ ਹਨ। ਖਾਲੀ ਨਹੀਂ ਹੈ ਬੰਦੂਕ, ਖਾਲੀ ਨਹੀਂ ਰੱਖੀ ਦੀ। ਖਾਲੀ ਦਾ ਕੀ ਕਰਾਉਣਾ ਫਿਰ? ਪ੍ਰਹਾਰ ਪਰਮੇਸ਼ਰ ਰੱਖਦਾ, ਅਸਲਾ ਭਰ ਕੇ ਰੱਖਦਾ ਪ੍ਰਹਾਰ ਕਰਨ ਵਾਸਤੇ ਕੋਪ ਦੇ ਉੱਤੇ। ਹਾਂ, ਗਰਭ ਦੇ ਉੱਤੇ ਕੋਪ ਰੂਪੀ ਬਰੂਦ ਦਾ ਗੋਲਾ, ਕੋਪ ਰੂਪੀ ਗੋਲਾ ਭਰ ਕੇ ਰੱਖਦਾ ਹਰ ਵਕਤ। ਜਦ ਦੇਖਦਾ ਉਹਨੂੰ ਜਦੇ ਬਟਨ ਦੱਬ ਦਿੰਦਾ, ਜਦੇ ਉੱਤੇ ਪ੍ਰਹਾਰ ਕਰ ਦਿੰਦਾ। ਭੀੜ ਤੇ ਜਦ ਕੋਈ ਗੜਬੜ ਹੋਊ, ਗੋਲੀ ਤਾਂ ਜਦੇ ਚਲਾਉਣੀ ਹੈ ਨਾ। ਜਦੋਂ ਦੇਖਦਾ ਵੀ ਗਰਭ ਮੈਦਾਨ 'ਚ ਆ ਕੇ ਨੁਕਸਾਨ ਕਰ ਰਿਹਾ, ਫਿਰ ਉਹਦੇ ਪ੍ਰਹਾਰ ਕਰ ਦਿੰਦਾ। ਹਰ ਵਕਤ ਰੱਖਦਾ ਆਪਣੇ ਮਨ ਦੇ ਵਿੱਚ। ਉਹਦਾ ਮਨ ਕਦੇ ਖਾਲੀ ਨਹੀਂ ਹੁੰਦਾ ਇਸ ਗੱਲ ਤੇ ਕਿ ਗਰਭ ਦੇ ਖਿਲਾਫ ਉਹਦਾ ਮਨ ਕਦੇ ਖਾਲੀ ਨਹੀਂ ਹੁੰਦਾ, ਕਦੇ ਨਰਮਾਈ ਨਹੀਂ ਆਉਂਦੀ। ਐਂ ਕਹਿ ਲਓ, ਗਰਭ ਦੇ ਪ੍ਰਤੀ ਕਦੇ ਵੀ ਉਹਦੇ ਅੰਦਰ ਦਇਆ ਨਹੀਂ ਆਉਂਦੀ। ਬਸ ਦਇਆ ਨਹੀਂ ਆਉਂਦੀ। ਦਇਆ ਕਿਹਦੇ ਆਉਂਦੀ ਹੈ? ਦੀਨਨ ਤੇ ਆਉਂਦੀ ਹੈ। ਦੀਨ ਨੇ ਜਿਹੜੇ ਦੀਨਨ ਕੀ ਪ੍ਰਤਪਾਲ ਕਰੇ ਨਿਤ, ਹਰ ਵਕਤ ਨਿਤ। ਦੀਨਨ ਕੀ ਪ੍ਰਤਪਾਲ ਕਰੇ ਨਿਤ, ਸੰਤ ਉਬਾਰ ਗਰੀਬਨ ਗਾਰੈ। ਗਰੀਬਨ ਗਾਰੈ, ਉਹਨਾਂ ਨੂੰ ਗਾਲਣ ਵਾਸਤੇ ਹਰ ਵਕਤ। ਇੱਧਰ ਪ੍ਰਤਪਾਲ ਹੈ, ਉਧਰ ਗਾਲਣ ਵਾਲੀ ਗੱਲ, ਦੋ ਇਕੱਠੀਆਂ ਹੀ ਨੇ। ਹਾਂਜੀ। ਸੁਪਾਠ ਨਾਮ ਤਾਸ ਕੋ 68 ਤਾਸ ਭਾਖੀਐ। ਪਾਠ ਨਾਮ ਤਾਸ ਕੋ, ਇੱਕ ਤਾਂ ਹੁੰਦਾ ਪਾਠ ਪੜ੍ਹਿਓ,
ਇੱਕ ਪਾਠ ਪੜ੍ਹਨਾ ਜਿਹੜਾ ਹੈਗਾ ਉਹ ਖੰਡਨ ਕੀਤਾ ਹੈ ਸਾਡਾ। ਪੜਬੜ ਗੱਡੀ ਲੱਦੀਏ, ਪੜ੍ਹੀਏ ਜੇਥੇ ਬਰਖ ਪੜ੍ਹੀਏ ਜੇਥੇ ਮਾਸ। ਪਾਠ ਪੜ੍ਹਨਾ ਨਿੰਦਨੀय ਹੈ, ਪਾਠ ਕਰਨਾ ਨਿੰਦਨੀय ਨਹੀਂ ਹੈ। ਪਾਠ ਕਰਨਾ ਹੋਰ ਗੱਲ ਹੈ, ਪਾਠ ਪੜ੍ਹਨਾ ਹੋਰ ਗੱਲ ਹੈ। ਕਰਨਾ ਕਰਤਾ ਹੈ, ਕੁਛ ਕਰਨਾ, ਪਾਠ ਤੋਂ ਕੁਛ ਪ੍ਰਾਪਤ ਕਰਨਾ। ਜਿਵੇਂ ਸਕੂਲਾਂ ਦੇ ਵਿੱਚ ਕਾਲਜਾਂ ਵਿੱਚ ਪੜ੍ਹਦੇ ਨੇ, ਉਹ ਕੁਛ ਉੱਥੋਂ ਰੋਜ਼ ਪ੍ਰਾਪਤ ਕਰਦੇ ਨੇ, ਫਿਰ ਉਹਨਾਂ ਨੇ ਉਹਦਾ ਪਰਚਾ ਵੀ ਦੇਣਾ ਹੁੰਦਾ ਹੈ। ਜ਼ਿੰਦਗੀ ਭਰ ਉਹਨਾਂ ਨੂੰ ਯਾਦ ਵੀ ਰਹਿੰਦਾ ਕੀ ਪੜ੍ਹਿਆ ਸੀ। ਇਸ ਤਰੀਕੇ ਨਾਲ ਜਦੋਂ ਪੜ੍ਹੀ ਜਾਂਦੀ ਹੈ, ਇਹਨੂੰ ਪੜ੍ਹਨਾ ਕਹਿੰਦੇ ਨੇ। ਪਾਠ ਕਰਨਾ, ਇਹ ਕੁਛ ਕੀਤਾ ਹੈ, ਕਹਿੰਦੇ ਪੜ੍ਹਾਈ ਕੀਤੀ ਹੈ। ਪੜ੍ਹਾਈ ਪੜ੍ਹੀ ਨਹੀਂ ਕਹਿੰਦੇ, ਪੜ੍ਹਾਈ ਪੜ੍ਹੀ ਕਹਿੰਦੇ ਨੇ ਕਦੇ? ਕਿੰਨੀ ਪੜ੍ਹਾਈ ਕੀਤੀ ਹੈ ਕਹਿੰਦੇ, ਕਿੰਨੀ ਪੜ੍ਹਾਈ ਕੀਤੀ ਹੈ। ਜੋ ਕੀਤੀ ਹੈ ਉਹ ਸਾਡੇ ਕੋਲ ਹੈ, ਕੁਛ ਉਹ 'ਚੋਂ ਕੁਛ ਪ੍ਰਾਪਤੀ ਹੈ। ਕਰਨ ਦੇ ਵਿੱਚੋਂ ਕੁਛ ਪ੍ਰਾਪਤੀ ਹੈ, ਪੜ੍ਹਨ 'ਚੋਂ ਕੁਛ ਵੀ ਪ੍ਰਾਪਤੀ ਨਹੀਂ। ਜੇ ਪ੍ਰਾਪਤੀ ਹੈ ਪੜ੍ਹਨ ਵਿੱਚੋਂ, ਉਹ ਕੀ ਹੈ? ਅਦਕ ਅਹਮ ਬੁੱਧ ਬਾਧੇ। ਪਾਠ ਪੜ੍ਹੇ ਔਰ ਵੇਦ ਵਿਚਾਰਿਓ, ਨਿਵਲ ਭੁਜੰਗ ਸਾਧੇ, ਪੰਜ ਜਨਾਂ ਸੇ ਸੰਗ ਨਾ ਛੁੱਟ ਕੇ, ਅਦਕ ਅਹਮ ਬੁੱਧ ਬਾਧੇ। ਮੈਂ ਇੰਨੇ ਪਾਠ ਰੋਜ਼ ਕਰਦਾ, ਸਮਝਿਆ ਕੁਛ ਵੀ ਨਹੀਂ। ਮੈਂ ਹਰ ਮਹੀਨੇ ਅਖੰਡ ਪਾਠ ਦਾ ਭੋਗ ਪਾਉਣਾ ਜਾਂ ਸਹਿਜ ਪਾਠ ਦਾ ਭੋਗ ਪਾਉਣਾ, ਪੱਲੇ ਕੁਛ ਵੀ ਨਹੀਂ। ਉਹਦਾ ਨਾ ਹੰਕਾਰ ਹੋ ਗਿਆ, ਮੈਂ ਹੋ ਗਈ। ਅਦ ਕਾਹਮ ਬੁੱਧ ਬਾਧੇ। ਮੱਤ ਜਿਹੜੀ ਪ੍ਰਗਟ ਹੋਣੀ ਸੀ, ਹੋਣੀ ਹੋਈ ਨਹੀਂ। ਹੁਣ ਇੱਕ ਵੀ ਪਾਠ ਕਰਨਾ ਨਹੀਂ ਸੀ ਕਰ ਸਕਦਾ। ਜੇ ਕੁਛ ਲੱਭਣ ਲੱਗ ਜਾਂਦਾ ਨਾ, ਪਾਠ ਕਰਦੇ ਨੂੰ ਲੱਭਣ ਲੱਗ ਜਾਂਦਾ। ਪਾਠ ਪੜ੍ਹਦੇ ਨੂੰ ਨਹੀਂ ਲੱਭਦਾ ਹੁੰਦਾ ਕੁਛ। ਪੜ੍ਹਦੇ ਨੇ ਤਾਂ ਇਹ ਸਿਰੇ ਤੋਂ ਦੂਏ ਸਿਰੇ 'ਤੇ ਪਹੁੰਚਣਾ ਹੁੰਦਾ ਫਟਾਫਟ। ਕਰਨ ਵਾਲੇ ਨੇ ਕੁਛ ਦੇਖਣਾ ਹੁੰਦਾ, ਕਰਨ ਵਾਲੇ ਨੇ ਕੁਛ ਉਹ 'ਚੋਂ ਪ੍ਰਾਪਤ ਕਰਨਾ ਹੁੰਦਾ। ਫਿਰ ਤਾਂ ਨੇੜੇ ਹੀ ਖੜ ਜਾਂਦਾ ਵੀ ਇਹ ਤਾਂ ਸਮਝ ਨਹੀਂ ਆਉਂਦੀ। ਜਾਂ ਸਮਝ ਆਊਗਾ ਹਾਂ ਤਾਂ ਚੱਲਾਂਗੇ। ਜਿਹੜੀ ਚੀਜ਼ ਸਮਝ ਨਹੀਂ ਆਈ, ਫਿਰ ਗਾਹਾਂ ਚੱਲਣ ਦਾ ਕੀ ਫਾਇਦਾ ਉਹ 'ਚ। ਜਿਹਨੇ ਇੱਧਰੋਂ ਪਰਲੇ ਪਾਸੇ ਜਾਣਾ, ਤੈਰਨ ਵਾਲਾ ਤੈਰਦਾ ਇੱਕ ਸਰੋਵਰ ਦੇ ਵਿੱਚ, ਬਹੁਤ ਤੇਜ਼ੀ ਨਾਲ ਤੈਰਦਾ। ਉਹਨੇ ਤੈਰਨ ਦੇ ਵਿੱਚ ਤੇਜ਼ੀ ਦਾ ਆਰਾਮ ਲੈਣਾ। ਉਹਨੂੰ ਕੋਈ ਨਹੀਂ ਪਤਾ ਥੱਲੇ ਮੱਛੀਆਂ ਕਿੰਨੀਆਂ ਨੇ। ਮੱਛੀਆਂ ਥੋੜ੍ਹੀ ਗਿਣਦਾ ਕਿੰਨੀਆਂ ਨੇ। ਉਹਦੇ ਵਿੱਚ ਮੱਛੀਆਂ ਛੱਡੀਆਂ ਤਲਾਅ 'ਚ, ਉਹ ਥੋੜ੍ਹੀ ਗਿਣਦਾ ਕਿੰਨੀਆਂ ਨੇ। ਉਹ ਤਾਂ ਇੱਕ ਨਾਲ ਦੋ ਨਾਲੇ ਭੱਜ ਕੇ ਚਲਾ ਜਾਂਦਾ। ਉਹਨੂੰ ਕੋਈ ਨਹੀਂ ਪਤਾ ਮੇਰੇ ਕੋਲ ਦੀ ਕੀ ਲੰਘਿਆ ਕੀ ਨਹੀਂ ਲੰਘਿਆ। ਉਹਨੇ ਕੀ ਲੈਣਾ? ਬਸ ਇਹੋ ਜਿਹਾ ਪਾਠ ਕਰਨ ਵਾਲਿਆਂ ਦੀ ਗੱਲ ਹੈ, ਪਾਠ ਪੜ੍ਹਨ ਵਾਲਿਆਂ ਦੀ ਇਹੋ ਜਿਹੀ ਗੱਲ ਹੈ। ਕਈ ਰੰਗ ਦੀਆਂ ਮੱਛੀਆਂ ਨੇ, ਕਿਹੜੀਆਂ ਕਿਹੜੀਆਂ ਨੇ, ਕਿੰਨੀਆਂ ਸੁੰਦਰ ਨੇ, ਕਿੰਨੀਆਂ ਕੀਮਤੀ ਨੇ। ਉਹਨੇ ਕੀ ਲੈਣਾ ਇਸ ਗੱਲ 'ਤੇ? ਉਹਨੇ ਤਾਂ ਕਿੰਨੇ ਸਕਿੰਟਾਂ 'ਚ ਪਰਲੇ ਪਾਸੇ ਜਾਣਾ, ਮਿੰਟਾਂ 'ਚ। ਉਹ ਜੇ ਉਹਨੂੰ ਪ੍ਰਾਪਤੀ ਹੈ। ਹਾਂਜੀ। ਸੋ ਪਾਠ ਨਾਮ ਤਾਸ ਕੋ ਅਠਾੜ ਕਾਸ ਭਾਖੀਐ। ਪਾਠ ਜਿਹੜਾ ਹੈਗਾ, ਪਾਠ ਨਾਮ ਹੈ। ਪਾਠ ਦੇ ਨਾਲ ਪੜ੍ਹਨਾ ਨਹੀਂ ਆਇਆ ਇਹ। ਸੁਪਾਠ। ਪਾਠ ਪਠਨ ਹੁੰਦਾ ਹੈ। ਪਾਠ ਕਹਿੰਦੇ ਉਹਨੂੰ ਨਹੀਂ ਜਿਹੜਾ ਤੁਹਾਨੂੰ ਟਿਕਾ ਦੇਵੇ ਮਨ ਨੂੰ। ਪਾਠ ਪਠਨ। ਪਾਠ ਨਾਲ ਪਠਨ ਲਫ਼ਜ਼ ਆਉਂਦਾ ਹੈ। ਪਠਨ ਤੋਂ ਪਠਾਨ ਬਣਿਆ, ਪਠਨ ਤੋਂ ਹੀ ਪਠਾਨ ਬਣਿਆ ਲਫ਼ਜ਼। ਪਠਾਨ ਹੈ ਜਿਹਦਾ ਮਜ਼ਬੂਤ ਹਿਰਦਾ ਹੈ, ਮਜ਼ਬੂਤ ਦਿਲ ਵਾਲਾ, ਉਹ ਵੀ ਕੁਰਾਨ ਪੜ੍ਹਦੇ ਨੇ, ਉਹ ਪਾਠ ਪਠਨ ਕਰਦੇ ਨੇ। ਉਹ ਪਾਠ ਪਠਨ ਕਹਿੰਦੇ ਨੇ। ਉਹ ਦ੍ਰਿੜ ਕਰਨਾ, ਜਿਹੜਾ ਦ੍ਰਿੜ ਕਰਨਾ ਨਾ, ਦ੍ਰਿੜ ਕਰਨਾ, ਨਾਮ ਦ੍ਰਿੜ ਕਰਨਾ, ਉਹਨੂੰ ਪਠਨ ਕਹਿੰਦੇ ਨੇ। ਨਾਮ ਦ੍ਰਿੜ ਕਰਾਇਆ ਗੁਰਬਾਣੀ 'ਚ। ਪਠਨ ਕਰਨਾ ਤਾਂ ਦ੍ਰਿੜ ਕਰਨਾ ਹੈ। ਉਹ ਜਿਹੜਾ ਪਾਠ ਪੜ੍ਹਦਾ ਉਹ ਦ੍ਰਿੜ ਥੋੜ੍ਹੀ ਕਰਦਾ। ਉਹ ਦ੍ਰਿੜ ਨਹੀਂ ਕਰਦਾ, ਉਹ ਤਾਂ ਮਜ਼ਦੂਰੀ ਕਰਦਾ। ਹਾਂ, ਉਹ ਗਿਣਤੀ ਕਰਦਾ। ਫਿਰ ਇਹ ਗਿਣਤੀ ਕਰਦਾ, ਮੈਂ ਇੰਨੇ ਪੰਨੇ ਪੜ੍ਹਤੇ। ਉਹ ਗਿਣਤੀ ਹੈ, ਉਹ ਲੇਖਾ ਹੈ। ਇੰਨੇ ਪੰਨੇ ਪੜ੍ਹਤੇ, ਇੰਨੀ ਮਾਲਾ ਫੇਰਤੀ, ਇੰਨੇ ਮੇਰੇ ਮਣਕੇ ਨੇ ਮਾਲਾ ਦੇ, ਇੰਨੀਆਂ ਮਾਲਾ ਮੈਂ ਰੋਜ਼ ਫੇਰਦਾ, ਇੰਨੀ ਵਾਰ ਮੈਂ ਰਾਮ ਰਾਮ ਕਹਿ ਦਿੱਤਾ। ਕਿਉਂ ਇੱਕ ਮਣਕਾ ਇੱਕ ਵਾਰ ਰਾਮ ਕਹਿਣਾ ਨਾ, ਉਹ ਮਣਕਾ ਦੇ ਚੱਕਰਾਂ ਨੂੰ ਫਿਰ ਗਿਣੇ ਜਾਂਦੇ ਨੇ ਵੀ ਕਿੰਨੀ ਵਾਰ ਕਿਹਾ ਗਿਆ ਰਾਮ। ਉਹ ਗਿਣਤੀ ਮਿਣਤੀ ਉਹਨਾਂ ਦੀ।
हाँ जी। सो पाठ नाम तास को 68 तास भाखी है। 68 तास भाखी है। जे सुपाठ है तो 68 है। 68 है थिर है टिकया होया। फिर 68 है। 68 इन्होंने 68 बनाई ने। 68 ਇਹ ਟੈਂਗੇ ਨਾਲ 68 ਇਹ ਬਣਾਉਣੀ ਸੀ। 68 ਤਾਂ ਕੋਈ ਲਫ਼ਜ਼ ਹੀ ਨਹੀਂ ਹੈ। 68 ਵਾਟ ਤਾਂ ਉਹ ਹੁੰਦੀ ਹੈ ਨੈਗੇਟਿਵ ਸੈਂਸ ਦੇ ਵਿੱਚ ਹੈ। ਆਪਾਂ ਕਹਿੰਦੇ 68 ਬਣੀ ਹੋਈ ਹੈ। ਉਹ ਤਾਂ ਮਨਮੁਖਾਂ ਦੀ ਹੁੰਦੀ ਹੈ 68। ਉਹਦਾ ਮਨਮੁਖਾਂ ਦੀ ਹੈ 68। ਉਹ ਤਾਂ ਮਾਇਆ ਦੀ ਹੁੰਦੀ ਹੈ 68 ਵਾਟ। ਮਨ ਕਰਕੇ 68 ਲਫ਼ਜ਼ ਹੈ। ਆਤਮਾ ਕਰਕੇ 68। ਜੋ ਉਹਨਾਂ ਦੀ 68 ਹੈ ਉਹ ਮੂਰਖ ਨੇ। ਫਿਰ ਉਹਨਾਂ ਨੂੰ ਸ਼ਬਦ ਦਾ ਹੀ ਨਹੀਂ ਪਤਾ। ਇਹ 68 ਤੋਂ 68 ਬਣਾ ਦਿੱਤਾ ਚੱਕ ਕੇ ਉਹਨਾਂ ਨੇ। ਇੱਥੇ ਐਡਾ ਅੱਗੇ ਲੱਗਿਆ 68 ਤਾਸ। 68 ਤਾਂ ਹੈ ਨਾ। 68 ਹੈ ਅਡੋਲ ਹੈ। ਅਡੋਲ ਹੈ ਉਹ। ਡੋਰ ਤਾਸ ਭਾਖੀ ਹੈ। ਹਾਂ। ਭੱਜਿਓ ਨਾ ਜੁੱਧ ਤੇ ਕਹੂੰ ਨਿਸ਼ੇਸ਼ ਸੂਰ ਸਾਖੀ ਹੈ। ਭੱਜੇ ਨਾ ਯੁੱਧ ਜੇ ਗੱਡਿਆ ਹੋਇਆ ਖੜਾ ਤਾਂ ਹੀ ਨਹੀਂ ਵੱਜਦਾ। ਅਡੋਲ ਹੈ। ਉਹ ਕਹਿੰਦੇ ਨੇ ਗਾਡਾ ਹਲੇ ਨਾ ਸਾਡਾ ਚੱਲ ਹੈ। ਦੋ ਤਰ੍ਹਾਂ ਦੇ ਨੇ ਨਾ ਸੂਰ। ਉਹ ਗਾਡਾ ਹਲੇ ਜਿਹੜਾ ਰਣ ਖੰਭਾ ਗੱਡਤਾ ਨਾ ਜਾ ਕੇ, ਜਿਹੜਾ ਸਰੀਰ ਗੱਡਤਾ ਨਾ ਇੱਕ ਥਾਂ ਖੜ ਕੇ, ਜੇ ਸਰੀਰ ਨਹੀਂ ਚੱਲਦਾ ਇਹਦਾ ਮਤਲਬ ਇਹ ਨਹੀਂ ਕਿ ਚੱਲਦਾ ਨਹੀਂ, ਸਰੀਰ ਜ਼ਰੂਰ ਚੱਲਦਾ। ਉਹ ਹਿਲਦਾ ਕਿ ਹੱਥ ਜੋ ਹਿਲਦੇ ਨੇ। ਜੰਗ ਕਰਦਾ ਹੱਥ ਨਹੀਂ ਹਿਲਦੇ, ਹੱਥ ਹਿਲਦੇ ਨੇ ਉਹਦੇ। ਅੱਖਾਂ ਵੀ ਹਿਲਦੀਆਂ ਨੇ ਉਹਦੀਆਂ, ਦੇਖਦਾ ਵੀ ਹੈਗਾ ਨਾ। ਸਾਡਾ ਚੱਲੇ ਮਨ ਜਿਹੜਾ ਸਾਡਾ ਹੈ, ਸਰੀਰ ਗੱਡ ਹੈ। ਸਰੀਰ ਕਰਕੇ ਗੱਡਿਆ ਹੋਇਆ, ਮਨ ਕਰਕੇ ਸਾਡਾ। ਸਾਡਾ ਮਨ ਸਾਡਾ ਕਿਹਾ, ਸਰੀਰ ਗੱਡ ਹੈ। ਗਾਡਾ ਹਲਾ ਨਾ ਸਾਡਾ ਚੱਲ ਹੈ। ਮਨ ਨਹੀਂ ਚਲਾਏ ਮਨ ਹੁੰਦਾ, ਮਨ ਟਿਕ ਕੇ ਉੱਥੇ ਹੀ ਲੜਦਾ ਹੈ। ਮਨ ਉੱਥੇ ਹੀ ਹੈ ਕਿ ਜਿੱਤ ਨਿਸ਼ਚੈ ਕਰ ਆਪਣੀ ਜੀਤ ਕਰੂ। ਮਨ ਕਰਕੇ ਅੱਡ ਖੜਾ ਹੈ, ਸਰੀਰ ਕਰਕੇ ਅੱਡ ਖੜਾ ਹੈ। ਗਾਡੇ ਨੂੰ ਤਾਂ ਹਲਾ ਕਹਿਤਾ। ਦੇਖੋ ਨਾ ਆਪਾਂ ਉਹ ਗੱਡ ਦਿੰਦੇ ਹਾਂ ਝੰਡਾ, ਝੰਡੇ ਦਾ ਉਹ ਹਿਲਦਾ ਨਹੀਂ ਫਿਰ ਉੱਪਰ, ਕੱਪੜੇ ਦਾ ਹਵਾ ਨਾਲ ਹਿਲਦਾ ਨਹੀਂ ਹੈ। ਕੁਛ ਉਹਦਾ ਹਿੱਸਾ ਹਿਲਦਾ ਜ਼ਰੂਰ ਹੁੰਦਾ, ਕੱਪੜਾ ਹੀ ਹਿਲਦਾ ਹਵਾ ਨਾਲ ਚੱਲ। ਗਾਡਾ ਹਲੇ ਨਾ ਸਾਡਾ ਚੱਲ ਹੈ। ਸਾਡਾ ਚਲਾਏ ਮਾਨ ਨਹੀਂ, ਮਨ ਚਲਾਏ ਮਾਨ ਨਹੀਂ ਹੈ। ਅਸਲ ਤਾਂ ਮਨ ਜੇ ਨਾ ਚਲਾਏ ਮਾਨ ਹੋਵੇ ਤਾਂ ਜੰਗ ਹੁੰਦੀ ਹੈ। ਸਰੀਰ ਦਾ ਕੀ ਹੈ। ਹਾਂਜੀ। ਭੱਜਿਓ ਨਾ ਜੁੱਧ ਤੇ ਕਹੂੰ ਵਿਸ਼ੇਸ਼ ਸੂਰ ਸਾਖੀ ਹੈ। ਭੱਜੇ ਨਾ ਯੁੱਧ ਤੇ ਕਹੂੰ, ਕਦੇ ਨਹੀਂ ਭੱਜੇ ਜੋਧੇ ਯੁੱਧ ਤੇ। ਵਿਸ਼ੇਸ਼ ਸੂਰ ਸਾਖੀ ਹੈ। ਸਾਖੀ ਹੈ। ਚੰਦਰਮਾ ਰਾਤ ਦਾ ਰਾਜਾ, ਨਿਸ਼ੇਸ਼ ਨਿਸ ਹੁੰਦੀ ਹੈ ਰਾਤ। ਰਾਤ ਦਾ ਏਸ਼ ਚੰਦਰਮਾ ਔਰ ਸੂਰਜ ਦੋਨੋਂ ਗਵਾਹ ਨੇ। ਦੋਨੋਂ ਹੀ ਗਵਾਹ ਨੇ। ਸਾਖੀ ਹੈ। ਸੂਰਜ ਔਰ ਚੰਦਰਮਾ ਦੋਏ ਗਵਾਹ ਨੇ। ਰਾਤ ਹੁੰਦੀ ਹੈ ਲੜਾਈ ਤਾਂ ਚੰਦਰਮਾ ਗਵਾਹ ਹੈ, ਦਿਨ ਹੁੰਦਾ ਤਾਂ ਸੂਰਜ ਗਵਾਹ ਹੈ। ਜੇ ਸੂਰਜ ਨਹੀਂ ਹੋਊ ਤਾਂ ਚੰਦਰਮਾ ਹੋਊਗਾ, ਚੰਦਰਮਾ ਨਹੀਂ ਹੋਊ ਤਾਂ ਸੂਰਜ ਹੋਊਗਾ। ਸੋ ਕਰਮ ਨਾਮ ਏਕ ਕੋ ਸੋ ਸਿਛ ਦੂਜ ਜਾਨੀਐ। ਸੁਕਰਮ ਨਾਮ ਏਕ ਕੋ, ਇੱਕ ਜੋਦਾ ਹੋਰ ਹੈ ਕਹਿੰਦੇ। ਸੋ ਸਿਛ ਦੂਜ ਜਾਨੀਐ, ਇੱਕ ਜੋਦਾ ਹੋਰ ਹੈ। ਸੋ ਕਰਮ ਨਾਮ ਏਕ ਕੋ ਸੁਕਰਮ। ਸੁਕਰਮ ਸੁਕ੍ਰਿਤ ਦੁਕ੍ਰਿਤ ਥਾਰੋ ਕਰਮ ਨਹੀਂ। ਸੁਕਰਮ ਚੰਗੇ ਕਰਮ ਕਰਦੇ ਨੇ। ਚੰਗਾ ਕਰਮ ਕੀ ਹੁੰਦਾ? ਪਾਣੀ 'ਚ ਚੱਲਣਾ। ਆਦਮੀ ਨਹੀਂ ਚੰਗਾ ਕਰਮ ਕਰ ਸਕਦਾ ਆਪਣੀ ਮਰਜ਼ੀ ਨਾਲ। ਪਾਣੇ 'ਚ ਚੰਗਾ ਜੇ ਉਹ ਕਰਵਾਊਗਾ, ਜਿਵੇਂ ਪਰਮੇਸ਼ਰ ਕਰਾਊਗਾ, ਜੇ ਉਹ ਕਰੇ ਉਹ ਚੰਗਾ ਕੰਮ। ਜੋ ਵੀ ਮਰਜ਼ੀ ਕਰਾ ਲਵੇ ਉਹ ਜੋ ਮਰਜ਼ੀ ਕਰਾ ਲਵੇ ਉਹ ਚੰਗਾ ਹੀ ਹੋਊਗਾ। ਆਪਣੀ ਮਰਜ਼ੀ ਨਾਲ ਕਰਾਂਗੇ ਉਹ ਚੰਗਾ ਵੀ ਹੋ ਸਕਦਾ, ਮਾੜਾ ਵੀ ਹੋ ਸਕਦਾ। ਉਹ ਤੇ ਸ਼ੰਕਾ ਹੈ। ਜੇ ਤਾਂ ਉਹ ਮੂੰਹ ਸਿਰੇ ਚੜ੍ਹ ਗਿਆ ਤਾਂ ਠੀਕ ਹੈ ਸੀ।
ਜੇ ਨਾ ਚੜਿਆ ਸਿਰੇ ਫਿਰ ਗਲਤ ਸੀ, ਫਿਰ ਚੰਗਾ ਨਹੀਂ ਸੀ। ਜਿਹੜਾ ਚੰਗਾ ਉਹੀ ਸਿਰੇ ਚੜ੍ਹਨ ਦੇਣਾ ਪਰਮੇਸ਼ਰ ਨੇ, ਜਿਹੜਾ ਨਹੀਂ ਚੰਗਾ ਉਹ ਸਿਰੇ ਹੀ ਨਹੀਂ ਚੜ੍ਹਨ ਦੇਣਾ। ਜੋ ਕੰਮ ਆਪਾਂ ਕਰਨ ਲੱਗਦੇ ਹਾਂ ਨਾ, ਜਿਹੜਾ ਚੰਗਾ ਕਰਮ ਹੈ ਸਿਰੇ ਉਹ ਚੜੂਗਾ, ਜਿਹੜਾ ਨਹੀਂ ਚੰਗਾ ਉਹ ਸਿਰੇ ਹੀ ਨਹੀਂ ਚੜ੍ਹਨਾ। ਬਸ ਇਹ ਮੰਨ ਕੇ ਚਲੋ, ਫਿਰ ਆਪਾਂ ਆਪਣੀ ਮਰਜ਼ੀ ਨਾਲ ਕਰੀਏ ਹੀ ਕਿਉਂ। ਜਿਹੜਾ ਸਿਰੇ ਨਹੀਂ ਚੜ੍ਹਦਾ ਉਹਦਾ ਆਪਾਂ ਦੁੱਖ ਮੰਨਦੇ ਹਾਂ, ਸਿਰੇ ਨਹੀਂ ਚੜ੍ਹਿਆ, ਉਹ ਚੰਗਾ ਨਹੀਂ ਚੜ੍ਹਿਆ, ਉਹ ਚੰਗਾ ਹੈ ਹੀ ਨਹੀਂ ਸੀ, ਉਹ ਚੰਗਾ ਨਹੀਂ ਸੀ ਤਾਂ ਨਹੀਂ ਚੜ੍ਹਿਆ ਸਿਰੇ, ਚੰਗਾ ਹੋ ਗਿਆ ਨਹੀਂ ਚੜ੍ਹਿਆ ਸਿਰੇ। ਪਰ ਦੁੱਖ ਹੋ ਸਕਦਾ ਮੰਨਦੇ ਹਾਂ ਜਿਹੜਾ ਸਿਰੇ ਨਹੀਂ ਚੜ੍ਹਿਆ। ਸਾਨੂੰ ਉਸ ਕਿਉਂ ਮਰਜ਼ੀ ਜੋ ਸਾਡੀ ਨਾ ਵਿੜਿਆ ਹੁੰਦਾ ਕੰਮ। ਹਾਂ, ਇੱਕ ਸੂਰਮਾ ਕੌਣ ਹੈ? ਸੁਕਰਮ। ਸੁਕਰਮ ਨਾਮ ਏਕ ਕੋ। ਦੇਖੋ ਇਹ ਗੁਣ ਨੇ, ਆਦਮੀ ਕੋਈ ਨਹੀਂ ਹੈ। ਗੁਣਾਂ ਦੀ ਫੌਜ ਆ ਇੱਕ ਪਾਸੇ ਗੁਰਮੁਖ ਕੋਲ, ਔਗੁਣਾਂ ਦੀ ਫੌਜ ਆ ਇੱਕ ਪਾਸੇ ਸਾਖਤ ਕੋਲ। ਅਵਿਵੇਕ ਸਾਖਤੇ ਹੈ, ਇੱਕ ਪਾਸੇ ਹੰਕਾਰ ਹੈ, ਅਵਿਵੇਕ ਹੈ, ਝੂਠ ਹੈ, ਇੱਕ ਪਾਸੇ ਸੱਚ ਹੈ, ਵਿਵੇਕ ਹੈ, ਹੋਵੇ ਨਾਵੇਂ ਨਾਲ ਵਿਰੋਧ ਹੈ। ਇਹ ਫੌਜ ਹੈ। ਉਹ ਨਾਮ ਸੂਰਮਾ ਕਿਹੜਾ ਕੋਈ ਹੁੰਦਾ ਹੈ? ਕਰਮ ਕੋਈ ਸੂਰਮਾ ਹੁੰਦਾ? ਕਰਮ ਕਰਨ ਵਾਲਾ, ਯਾਨੀ ਜਿਹੜਾ ਸੂਰਮਾ ਉਹ ਹੈ ਜਿਹੜਾ ਹੁਕਮ ਚੱਲਦਾ ਉਹੀ ਸੂਰਮਾ। ਉਹਦੇ ਕੋਲ ਇੰਨੇ ਸੂਰਮੇ ਨੇ ਇੱਕ ਆਦਮੀ ਕੋਲ, ਇੱਕ ਆਦਮੀ ਕੋਲ ਜਿੰਨੇ ਗੁਣ ਨੇ ਉਨੇ ਹੀ ਸੂਰਮੇ ਨੇ ਉਹਦੇ ਵਿੱਚ। ਜਿੰਨੇ ਗੁਣ ਨੇ ਇੰਨੇ ਹੀ ਉਹਦੇ ਕੋਲ ਯੋਧੇ ਨੇ ਅੰਦਰ, ਉਹਦੇ ਇੱਕ ਯੋਧਾ ਉਹਦੇ ਕੋਲ ਕਿਤੇ। ਹਾਂਜੀ, ਸੋ ਸਿੱਛ ਦੂਜ ਜਾਨੀ ਹੈ। ਸੋ ਸਿੱਛ ਦੂਜਾ ਕੀ ਯੋਧਾ ਉਹਦੇ ਕੋਲ? ਸੁਸਿੱਛ, ਪਾਣੇ 'ਚ ਰਹਿਣ ਦੀ ਸਿੱਖਿਆ ਦੇਣਾ। ਦੋਗੇ ਨਾ ਪਾਣੇ 'ਚ ਰਹਿਣਾ ਤੇ ਪਾਣੇ 'ਚ ਰਹਿਣ ਦੀ ਉਹ ਸਿੱਖਿਆ ਦੇਣਾ। ਇਹ ਤੋਂ ਵਧੀਆ ਸਿੱਖਿਆ ਨਹੀਂ ਕੋਈ। ਇਹ ਤੋਂ ਵਧੀਆ ਦੱਸੋ। ਸੁਛਿਛ ਸ੍ਰੇਸ਼ਟ ਸਿੱਖਿਆ, ਸਭ ਤੋਂ ਸ੍ਰੇਸ਼ਟ ਸਿੱਖਿਆ, ਸਭ ਤੋਂ ਪਰਉਪਕਾਰੀ ਸਿੱਖਿਆ। ਜਿਹਨੂੰ ਸਿੱਖਿਆ ਦਈਏ ਉਹਦਾ ਭਲਾ ਹੋਵੇ, ਉਹਦੇ ਕੰਮ ਆਵੇ। ਦਇਆ ਜਾਣੇ ਜੀ ਕੀ, ਇਹ ਪੁੰਨਦਾਨ ਹੈ। ਸੁਛਿਛ ਦਾ ਜਿਹੜਾ ਪੁੰਨਦਾਨ ਹੈ, ਇਹਦੀ ਗੱਲ ਕੀਤੀ ਸੀ ਪਾਂਡੇ ਕੋਲ ਗੁਰੂ ਨਾਨਕ ਨੇ। ਆਹ ਸਿੱਖਿਆ ਦੇ ਜਿਹੜੀ ਇਹਨੂੰ ਭਵ ਸਾਗਰ ਚੋਂ ਜਦ ਕੋਈ ਇਹਦੀ ਮਦਦ ਤੇ ਨਾ ਹੋਵੇ ਉਦੋਂ ਇਹਦੇ ਸਿੱਖਿਆ ਕੰਮ ਆਵੇ। ਜੇ ਪੈਂਡੇ ਅੰਧ ਗਵਾਰਾ, ਹਰ ਕਾ ਨਾਮ ਸੰਗ ਉਜਿਆਰਾ। ਜੇ ਪੈਂਡੇ ਤੇਰਾ ਕੋ ਨਾ ਸਿਆਣੂ, ਹਰ ਕਾ ਨਾਮ ਤਾਂ ਨਾਲ ਪਛਾਣੂ। ਇਹ ਹਰ ਕੇ ਨਾਮ ਦੀ ਜਿਹੜੀ ਸਿੱਖਿਆ ਦੇਣੀ ਹੈ, ਇਹ ਤੋਂ ਵੱਡੀ ਕੋਈ ਸਿੱਖਿਆ ਹੀ ਨਹੀਂ। ਆਪ ਜਪਿਆ ਬਰਾ ਨਾਮ ਜਪਾਵੇ ਵੀ ਇਸੇ ਨੂੰ ਕਹਿੰਦੇ ਨੇ। ਉਹਨਾਂ ਨੇ ਅਰਥ ਜੋ ਮਰਜੀ, ਜਿਨ੍ਹਾਂ ਨੇ ਅਰਥ ਦੂਏ ਕੀਤੇ ਨੇ ਉਹਨਾਂ ਦੇ ਪੱਲੇ ਵੀ ਕੀ ਹੈ। ਬਥੇਰਾ ਨਾਮ ਜਪਾਇਆ ਲੋਕਾਂ ਨੂੰ, ਬਥੇਰਾ ਜਪਿਆ, ਪੱਲੇ ਦਾ ਦੱਸਣ ਕੀ ਹੈ। ਗੁਰਬਾਣੀ ਦੇ ਤਾਂ ਦੋ ਲਾਈਨਾਂ, ਦੋ ਪੰਕਤੀਆਂ ਦੇ ਅਰਥ ਨਹੀਂ ਕਰ ਸਕਦੇ। ਗੁਰਬਾਣੀ ਦਾ ਸਮਝੇ ਕੋਈ ਨਹੀਂ ਉਹਨਾਂ ਨੂੰ। ਉਹ ਸਮਾਂ ਆ ਗਿਆ, ਪਤਾ ਲੱਗ ਗਿਆ ਦੁਨੀਆ ਨੂੰ ਦਿਵਾਲੀਏ ਨੇ, ਗਿਆਨ ਤੋਂ ਦਿਵਾਲੀਏ ਨੇ, ਉਹ ਗੁਰਮਤਿ ਤੋਂ ਦਿਵਾਲੀਏ ਨੇ, ਸਾਰੇ ਹੀ ਪਤਾ ਲੱਗ ਗਿਆ। ਇਹ 'ਚ ਕੋਈ ਸ਼ੰਕਾ ਨਹੀਂ ਰਹਿਣੀ ਕਿਸੇ ਨੂੰ। ਅਭਿਜ ਮੰਡਲੀਕ ਸੋ ਅਛਿਜ ਤੇਜ ਮਾਨੀਐ। ਅਭਿਜ ਮੰਡਲੀਕ ਸੋ ਅਛਿਜ ਤੇਜ ਮਾਨੀਐ। ਜਿਹੜੀ ਮੰਡਲੀਕ ਹੈ ਨਾ, ਜਿਹਨੇ ਅਭਿਜ ਮੰਡਲੀਕ ਨੇ, ਜਿਹੜੇ ਨਾਮ ਨਾਲ ਭੇਜਦੇ ਨਹੀਂ ਮਨਮੁਖ ਨੇ, ਜਿਹੜੇ ਮਨਮੁਖ ਨੇ ਉਹ ਭੇਜਦੇ ਨਹੀਂ। ਮਨਮੁਖ ਅਭਿਜ ਨਾ ਭੇਜੀ। ਉਹਨਾਂ ਦੇ ਮੁਕਾਬਲੇ 'ਚ ਇਹਦਾ ਤੇਜ ਹੈ, ਅਛਿਜ ਹੈ। ਉਹਨਾਂ ਦਾ ਤੇਜ ਛਿਜਦਾ, ਉਹਨਾਂ ਦਾ ਗਿਆਨ ਨਹੀਂ ਟਿਕ ਸਕਦਾ ਇਹਨਾਂ ਦੇ ਮੂਹਰੇ। ਅਛਿਜ ਤੇਜ ਮਾਨੀਐ, ਉਹਨਾਂ ਦਾ ਗਿਆਨ ਇਹਦੇ ਮੂਹਰੇ ਨਹੀਂ ਟਿਕਦਾ ਹੈ। ਜਦੋਂ ਇਹ ਸੂਰਜ ਚੜ੍ਹਦਾ ਤਾਂ ਤਾਰੇ ਤੂਰੇ ਸਭ ਛੁਪ ਛੁਪ ਜਾਂਦੇ ਨੇ। ਮਾੜਾ ਮੋਟਾ ਗਿਆਨ ਹੁੰਦਾ ਉਹਨਾਂ ਕੋਲ ਵੀ, ਲੋਕਾਂ ਨੂੰ ਤਸੱਲੀ ਕਰਨ ਵਾਲਾ ਜਿਹੋ ਜਿਹੇ ਵੀ ਹੈ। ਲੋਭ ਲਾਲਚ ਦਿੰਦੇ ਨੇ, ਇੱਛਾ ਪੂਰੀਆਂ ਕਰਦੇ ਨੇ। ਕੋਈ ਕਿਸੇ ਦੀ ਅਰਦਾਸ ਕਰਦਾ, ਕਿਸੇ ਦਾ ਕੁਛ ਕਰਦਾ, ਬੜੇ ਤਲੇ ਮਾਰਦੇ ਨੇ। ਉਹ ਸਾਰੇ ਹੀ ਉਹਨਾਂ ਦੇ ਅਛਿਜ ਤੇਜ ਦੇ ਸਾਹਮਣੇ ਫੇਰ ਨਹੀਂ ਟਿਕ ਸਕਦੇ। ਸੂਰਜ ਦੇ ਤੇਜ ਨੂੰ ਕੋਈ ਵੀ ਤੇਜ ਪ੍ਰਭਾਵਿਤ ਨਹੀਂ ਕਰ ਸਕਦਾ। ਸੂਰਜ ਦੀ ਰੋਸ਼ਨੀ ਨੂੰ
ਚੰਦਰਮਾ ਜਾਂ ਤਾਰਿਆਂ ਦੀ ਰੋਸ਼ਨੀ ਪ੍ਰਭਾਵਿਤ ਨਹੀਂ ਕਰ ਸਕਦੀ। ਐਂ ਕਹਿ ਲਓ ਅਛਜ ਮੰਡਲੀਕ ਨੇ ਜੋ ਜਿੰਨੇ ਪਹਿਲੇ ਨੇ ਮੰਡਲੇਸ਼ਵਰ ਨੇ, ਜਿੰਨੇ ਸ਼ਿਵ ਜੀ ਦੇ ਚੇਲੇ ਨੇ, ਜਿੰਨੇ ਵੀ ਭਗਤ ਹੋਰ ਨੇ ਮੱਤਾਂ ਨੇ, ਇਹਦੇ ਤੇ ਕੋਈ ਪ੍ਰਭਾਵ ਨਹੀਂ ਪਾ ਸਕਦੀਆਂ, ਇਹਦੇ ਤੇਜ ਨੂੰ ਘਟਾ ਨਹੀਂ ਸਕਦੀਆਂ। ਅਛਜ ਤੇਜ ਮੰਡਲੀਕ ਸਾਰੀਆਂ ਹੀ ਉਹ ਨੇ ਮਨਮੱਤਾਂ ਨੇ। ਮਨਮੱਤਾਂ ਦੀਆਂ ਜਿਹੜੀਆਂ ਮੰਡਲੀਆਂ ਨੇ, ਗਰੁੱਪ ਨੇ, ਗਰੁੱਪ ਕਹਿ ਲਓ, ਧੜੇ ਕਹਿ ਲਓ, ਸੰਪਰਦਾਇ ਕਹਿ ਲਓ, ਗਰੁੱਪ ਮੰਡਲੀ ਵੀ ਕਹਿੰਦੇ ਨੇ ਗਰੁੱਪ ਨੂੰ। ਹਾਂ ਮੰਡਲੀ ਵੀ ਗਰੁੱਪ ਨੂੰ ਕਹਿੰਦੇ ਆ। ਜਿੰਨੇ ਵੀ ਗਰੁੱਪ ਨੇ ਇਹ ਮਨਮੱਤਾਂ ਦੇ, ਇਸ ਗਿਆਨ ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ। ਇਹਨੂੰ ਮੰਦਾ, ਇਹਦੀ ਚਮਕ ਨੂੰ ਮੰਦੀ ਨਹੀਂ ਕਰ ਸਕਦੇ, ਇਹਨੂੰ ਮਜਬੂਰ ਨਹੀਂ ਕਰ ਸਕਦੇ ਵੀ ਇੱਥੋਂ ਬਦਲ ਲੈ, ਵੀ ਇੱਥੋਂ ਤੁਸੀਂ ਇਹਨੂੰ ਆਪਣੇ ਕਾਂਟ ਛਾਂਟ ਕਰ ਲਓ ਇੱਥੋਂ। ਇਹ ਨਹੀਂ ਗੁਰਬਾਣੀ ਨਹੀਂ ਕਾਂਟ ਛਾਂਟ ਕੀਤੀ ਜਾ ਸਕਦੀ। ਗੁਰਬਾਣੀ ਨੂੰ ਕੋਈ ਕਾਂਟ ਛਾਂਟ ਕਰਾਉਣ ਵਾਲਾ ਇੱਥੇ ਜੰਮਿਆ ਹੀ ਨਹੀਂ ਹੈ। ਸੁਕੋਪ ਸੂਰ ਸਿੰਘ ਜਿਉ ਘਟਾ ਸਮਾਨ ਜੁਟ ਹੈ। ਸੁਕੋਪ ਸੂਰ ਸਿੰਘ ਸਿਓ, ਜਿਵੇਂ ਗੁੱਸੇ 'ਚ ਆਉਂਦਾ ਨਾ ਸ਼ੇਰ, ਪਰ ਗੁੱਸਾ ਉਹਦਾ ਜਾਇਜ਼ ਹੁੰਦਾ। ਸ਼ੇਰ ਦਾ ਗੁੱਸਾ ਭਾਵੇਂ ਨਾ ਜਾਇਜ਼ ਹੋਵੇ। ਜੇ ਸ਼ੇਰ ਕਹਿੰਦਾ ਰਖਵਾਲਾ ਰੱਖਿਆ ਹੋਵੇ, ਵੈਸੇ ਹੀ ਰੱਖੇ ਹੁੰਦੇ ਨੇ ਨਾ, ਕੁੱਤੇ ਵੀ ਕਈ ਸ਼ੇਰਾਂ ਵਰਗੇ ਹੀ ਹੁੰਦੇ ਰੱਖੇ। ਕਾਹਦੇ ਰੱਖੇ ਹੁੰਦੇ ਨੇ ਵੀ ਭਾਈ ਜੇ ਕੋਈ ਖੇਤ ਹੈ, ਖੇਤ ਦੇ ਵਿੱਚ ਪਸ਼ੂ ਪੈਣ ਖੇਤੀ ਜਾਣ ਵਾਸਤੇ, ਜੇ ਉਹਨਾਂ ਨੂੰ ਡਰਾਉਣ ਵਾਸਤੇ ਸ਼ੇਰ ਰੱਖਿਆ ਹੋਵੇ, ਕੁਛ ਨਾ ਕਹਿੰਦਾ ਹੋਵੇ, ਮਾਰਦਾ ਨਾ ਹੋਵੇ, ਇਹ ਜਿਹਾ ਗੁੱਸਾ ਹੁੰਦਾ ਗੁਰਮੁਖ ਦਾ। ਮਾਰਨ ਵਾਲਾ ਨਹੀਂ ਹੁੰਦਾ, ਡਰਾਉਣ ਵਾਲਾ ਹੁੰਦਾ। ਸੁਕੋਪ, ਸੁਕੋਪ ਅੱਛਾ ਕੋਪ ਹੈ ਨਾ, ਫਾਇਦੇਮੰਦ ਕ੍ਰੋਧ ਹੈ। ਸੁਕੋਪ ਜਿਵੇਂ ਟੀਚਰ ਦਾ ਜਿਹੜਾ ਕੋਪ ਹੁੰਦਾ ਨਾ ਸਟੂਡੈਂਟ ਦੇ ਉੱਤੇ, ਉਹ ਸਕੋਪ ਹੁੰਦਾ। ਟੀਚਰ ਦਾ ਜਿਹੜਾ ਗੁੱਸਾ ਹੁੰਦਾ ਉਹ ਕਰੋਪ ਨਹੀਂ ਹੁੰਦਾ, ਇੱਕ ਕਰੋਪ ਹੁੰਦਾ, ਇੱਕ ਸਕੋਪ ਹੁੰਦਾ। ਕੋਪ ਦੇ ਨਾਲ ਕਰੋਪ ਲੱਗ ਜਾਂਦਾ ਨਾ, ਇਹ ਸਕੋਪ ਲੱਗਿਆ ਹੋਇਆ। ਸੁਕੋਪ, ਸੁਕੋਪ ਸੂਰ ਸਿੰਘ ਜਿਉ, ਕੋਪ ਤਾਂ ਕੋਪ ਹੈ, ਗੁੱਸਾ ਹੈ, ਪਰ ਉਹ ਕਰੋਪ ਹੈ, ਇਹ ਸਕੋਪ ਹੈ, ਕਰੋਪ ਨਹੀਂ ਹੈ। ਜੇ ਸਕੋਪ ਕਰੋਪ ਬਣ ਜਾਵੇ ਤਾਂ ਨਿਆਣੇ ਮਰ ਜਾਂਦੇ ਨੇ ਥੱਪੜ ਮਾਰੇ ਤੇ, ਕਈ ਤਾਂ ਮਰ ਗਏ, ਨੁਕਸਾਨ ਹੋ ਗਏ। ਕਿਸੇ ਦੀ ਅੱਖ ਚਲੀ, ਉਹ ਕਰੋਪ ਬਣ ਜਾਂਦਾ। ਉਹ ਮਾਰਨ ਵੇਲੇ ਦੇਖਿਆ ਨਹੀਂ ਵੀ ਮੈਂ ਕਿੰਨੀ ਸ਼ਕਤੀ ਨਾਲ ਮਾਰਿਆ ਤੇ ਚੱਲ ਲੂ ਜਾਂ ਨਹੀਂ ਚੱਲ ਲੂ। ਬੁੱਧੀ, ਜਿੱਥੇ ਬੁੱਧੀ ਦੀ ਪ੍ਰੈਜੈਂਸ ਦੇ ਵਿੱਚ ਅਸੀਂ ਕਰਦੇ ਹਾਂ ਸਕੋਪ ਹੈ, ਜਾਂ ਬੁੱਧੀਹੀਨ ਹੋ ਕੇ ਕਰਦੇ ਕਰੋਪ ਬਣ ਜਾਂਦਾ। ਤੇ ਵਿਵੇਕ ਬੁੱਧੀ ਇੱਕ ਐਸੀ ਹੈ ਕਿ ਵਿਵੇਕ ਬੁੱਧੀ ਤੋਂ ਹੀਨ ਹੋ ਹੀ ਨਹੀਂ ਸਕਦਾ। ਇੰਨਾ ਗੁੱਸਾ ਦੁਨੀਆ 'ਚ ਹੈ ਹੀ ਨਹੀਂ ਕਿ ਵਿਵੇਕ ਬੁੱਧੀ ਨੂੰ ਖਾ ਜਾਵੇ। ਵਿਵੇਕ ਬੁੱਧੀ ਨੂੰ ਕੋਈ ਗੁੱਸਾ ਨਹੀਂ ਖਾ ਸਕਦਾ ਦੁਨੀਆ ਦਾ, ਬਸ। ਘਟਾ ਸਮਾਨ ਜੁਟ ਹੈ, ਜਦ ਸਾਰਿਆਂ ਤੇ ਪੈ ਜਾਂਦਾ ਸ਼ਕਤਾ ਸੀ, ਮਾਰੇ ਪੈ ਬੱਗਾ, ਬੱਗ ਤੇ ਪੈ ਜਾਂਦਾ ਨਾ ਕੋਪ ਕਰਕੇ, ਸਕੋਪ ਕਰਕੇ ਸਮਝਾਉਣ ਵਾਸਤੇ। ਘਟਾ ਸਮਾਨ ਜੁਟ ਐ ਪੈਂਦਾ ਜਿਵੇਂ ਕਾਲੀ ਘਟਾ ਚੜ੍ਹਿਆ ਹੁੰਦੀ ਹੈ ਸਾਰਿਆਂ ਦੇ ਉੱਤੇ। ਦੇਖੋ ਨਾ, ਖੇਤੀ ਕਿਸੇ ਕਿਸਮ ਦੀ ਹੋਵੇ, ਚਾਹੇ ਬੀਜ ਪਏ ਨੇ ਜ਼ਮੀਨ 'ਚ, ਉਹ ਵੀ ਉਗਾਉਣੇ ਨੇ। ਧਰਤੀ ਤਪਦੀ ਹੈ, ਠੰਡੀ ਹੋ ਜਾਣੀ ਹੈ। ਬੂਟਾ ਕਿਸੇ ਕਿਸਮ ਦਾ, ਦਰਖਤ ਕਿਸੇ ਕਿਸਮ ਦਾ, ਕਿਸੇ ਨੂੰ ਫਲ ਆਉਣਾ, ਕਿਸੇ ਨੂੰ ਫੁੱਲ ਆਉਣਾ, ਸਾਰਿਆਂ ਤੇ ਪੈ ਜਾਂਦਾ ਨਾ ਵੀ। ਸਾਰੇ ਜਾਨਵਰਾਂ ਨੂੰ ਫਾਇਦਾ ਹੁੰਦਾ ਨਾ, 84 ਲੱਖ ਜੂਨ ਨੂੰ ਇਹ ਫਾਇਦਾ ਹੁੰਦਾ। ਬਸ ਉਹਦੀ ਜਿਹੜੀ ਕੋਪ ਹੈ, ਜਦੋਂ ਘਟਾ ਸਮਾਨ ਜੁੜਦਾ ਸਭ ਨੂੰ ਲਾਭ ਦੇਣ ਵਾਲਾ ਹੀ ਹੁੰਦਾ। ਭਾਵੇਂ ਘੜੀ ਦੀ ਘੜੀ ਮੀਂਹ ਦੇ ਵਿੱਚ ਜਾਨਵਰ ਦੁਖੀ ਹੁੰਦੇ ਨੇ, ਜਾਨਵਰ ਦੁਖੀ ਹੁੰਦੇ ਨੇ, ਖੰਭੇ ਜਾਂਦੇ ਨੇ, ਜਾਂ ਓਟ ਆਸਰਾ ਕਿਤੇ ਲੈਂਦੇ ਨੇ। ਘੜੀ ਦੀ ਘੜੀ ਉਹ ਤਕਲੀਫ ਜ਼ਰੂਰ ਮੰਨਦੇ ਨੇ, ਪਰ ਬਾਅਦ 'ਚ ਉਹਨਾਂ ਨੂੰ ਲਾਭ ਹੀ ਹੁੰਦਾ। ਦਰਖਤਾਂ ਨੂੰ ਵੀ ਲਾਭ ਹੁੰਦਾ, ਦਰਖਤ ਤਾਂ ਖੈਰ ਉਦਾਂ ਹੀ ਖੁਸ਼ ਹੁੰਦੇ ਨੇ ਸਾਰੇ। ਹਾਂਜੀ, ਘਟਾ ਸਮਾਨ ਜੁਟ ਹੈ, ਘਟਾ ਸਮਾਨ ਜੁਟ ਜਾਂਦਾ। ਘਟਾ ਦੇ ਮੂਹਰੇ ਕੋਈ ਖੜਦਾ ਨਹੀਂ ਹੁੰਦਾ। ਘਟਾ ਦਾ ਫਿਰ ਕੋਈ ਇਲਾਜ ਨਹੀਂ। ਸਾਰੇ ਕਹਿੰਦੇ ਨੇ ਆਪਣੇ ਆਪਣੇ ਠਿਕਾਣੇ ਲੱਗ ਜਾਓ। ਘਟਾ ਜਾਂ ਚੜ੍ਹ ਕੇ ਆਉਂਦੀ, ਉਹਦਾ ਇਲਾਜ ਨਹੀਂ ਹੋਈ ਹੁੰਦਾ ਫਿਰ ਕਿਸੇ ਕੋਲ।
ਫਿਰ ਤਾਂ ਇਹ ਹੁੰਦਾ ਵੀ ਭਾਈ ਆਪਣਾ ਕੋਈ ਦਰਖਤ ਦੀ ਓਟ ਲੈ ਲਓ, ਕੋਈ ਕਿਤੇ ਲੈ ਲਓ, ਕੋਈ ਕੁਛ ਕਰ ਲਓ, ਆਪਣੇ ਜਾਨਵਰ ਆਪਣੇ ਆਪਣੇ ਠਿਕਾਣੇ ਲੱਗ ਜਾਂਦੇ ਨੇ। ਹਾਂਜੀ, ਦੁਰੰਤਬਾਜ ਬਾਜੀ ਹੈ, ਅਨੰਤ ਸ਼ਸਤਰ ਛੁੱਟ ਹੈ। ਦੁਰੰਤਬਾਜ ਬਾਜੀ ਹੈ, ਉਹ ਜਿਹੜਾ ਬੋਲਦਾ ਨਾ, ਜੋ ਕੁਛ ਉਹ ਬੋਲਦਾ ਹੈ, ਜੋ ਬਾਜਾ ਉਹ ਵਜਾਉਂਦਾ ਹੈ ਭਗਤ, ਦੁਰੰਤਬਾਜ ਉਹ ਬਾਜੀ ਬਹੁਤ ਦੂਰ ਦੂਰ ਤੱਕ ਉਹੀ ਬਾਜੇ ਵੱਜਣ ਲੱਗ ਜਾਂਦੇ ਨੇ। ਦੁਨੀਆ ਦੇਖੋ ਨਾ, ਭਗਤਾਂ ਨੇ ਤਾਂ ਕਿਤੇ ਬੋਲਿਆ, ਜਿਹਨੇ ਸੁਣ ਲਿਆ ਗਾਹਾਂ ਤੇ ਗਾਹਾਂ, ਗਾਹਾਂ ਤੇ ਗਾਹਾਂ, ਸਾਰੇ ਉਹੀ ਬੋਲੀ ਬੋਲਣ ਲੱਗ ਜਾਂਦੇ ਨੇ। ਹੁਣ ਇੰਟਰਨੈਟ ਤੇ ਸੁਣ ਕੇ ਦੇਖੋ, ਸਾਰੇ ਵਰਡ ਦੇ ਵਿੱਚ ਬੋਲਣ ਲੱਗ ਗਏ ਦੁਰੰਤ ਬਾਜੀ ਹੈ, ਆਹੀ ਬਾਜਾ ਵੱਜਣ ਲੱਗ ਗਿਆ, ਆਹੀ ਬੋਲੀ ਬਾਹਰ ਬੋਲਣ ਲੱਗ ਗਏ, ਇਹੀ ਬਾਜਾ ਦੂਰ ਤੱਕ ਵੱਜਣ ਲੱਗ ਜਾਂਦਾ। ਅਨੰਤ ਜਿਹੜਾ ਉਹ ਬਾਜਾ ਵਜਾ ਦਿੰਦਾ, ਉਹ ਸੁਰ ਜਿਹੜੀ ਕੱਢ ਦਿੰਦਾ, ਉਹ ਸੁਰਾਂ ਦੇਖੋ ਨਾ, ਸੁਰ ਤਾਂ ਇੱਕ ਵਾਰ ਨਿਕਲਦੀ ਹੈ ਕਿ ਸਿਨੇਮੇ ਦੇ ਵਿੱਚ ਇੱਕ ਸੁਰ ਕੱਢ ਦਿੰਦਾ, ਦੁਨੀਆ ਵਜਾਉਣ ਲੱਗ ਜਾਂਦੀ ਹੈ, ਉਹਨੂੰ ਗੁਣਗੁਣਾਉਣ ਲੱਗ ਜਾਂਦੀ, ਮੁੜ ਕੇ ਸਾਰੀ ਦੁਨੀਆ ਵਜਾਉਣ ਲੱਗ ਜਾਂਦੀ ਹੈ। ਬਸ ਇੱਕ ਥਾਂ ਤੇ ਕੋਈ ਗੱਲ ਨਿਕਲੀ ਹੋਈ, ਸਾਰੀ ਦੁਨੀਆ ਹੀ ਉਹੀ ਬੋਲਣ ਲੱਗ ਜਾਂਦੀ ਹੈ। ਅਨੰਤ ਸ਼ਸਤਰ ਛੁੱਟ ਹੈ। ਅਨੰਤ ਤਰ੍ਹਾਂ ਦੇ ਅਨੰਤ ਮੂੰਹਾਂ ਚੋਂ ਉਹੀ ਗੱਲ ਨਿਕਲਦੀ ਹੈ, ਜਿਹੜੇ ਮੂੰਹ ਚੋਂ ਉਹ ਗੱਲ ਨਿਕਲੂ, ਅਨੰਤ ਹਥਿਆਰ ਛੁੱਟਣ ਲੱਗੇ। ਇੱਕ ਛੱਡਿਆ ਸੀ, ਉਹ ਕਹਿੰਦੇ ਚੰਡ ਕੁਬੰਡ ਤੇ ਤੀਰ ਚੱਲੇ, ਬਾਣ ਛੁੱਟੇ। ਜਿਹੜੀ ਚੰਡੀ ਦੇ ਕਮਾਨ ਚੋਂ ਬਾਰ ਛੁੱਟਦਾ, ਜਿਹੜਾ ਉਹ ਗੁਰਮੁਖ ਦੇ ਮੂੰਹ ਚੋਂ ਸ਼ਬਦ ਨਿਕਲਦਾ, ਜੋ ਗੱਲ ਗੁਰਮੁਖ ਦੇ ਮੂੰਹ ਚੋਂ ਨਿਕਲਦੀ ਹੈ, ਚੰਡ ਕੁਬੰਡ ਤੇ ਬਾਣ ਛੁੱਟੇ, ਇੱਕ ਤੇ 10। ਪਹਿਲਾਂ ਤਾਂ 10 ਕੰਨਾਂ ਚਲੀ ਜਾਂਦੀ ਹੈ ਗੱਲ, ਉਹ ਘੱਟੋ ਘੱਟ, ਫਿਰ 10 ਕੰਨਾਂ ਤੋਂ ਕੱਲੇ ਕੱਲੇ ਤੇ 10 ਹੋਰ ਹੋਏ, 100 ਹੋ ਗਿਆ। ਇੱਕ ਤੇ 10 100 ਤੇ ਸੰਸਰ 100 ਤੋਂ 10 ਹੋ ਗਏ, 1000 ਹੋ ਗਿਆ। ਬਾਡੇ ਇਸ ਤਰੀਕੇ ਨਾਲ ਵਧੀ ਜਾਂਦੇ ਨੇ, ਐ ਛੁੱਟਦੇ ਨੇ ਇਹ ਤੀਰ, ਫਿਰ ਇਹ ਗਾਹਾਂ ਦੇ ਗਾਹਾਂ ਛੁੱਟੀ ਜਾਂਦੇ, ਵਧੀ ਹੋ ਜਾਂਦੇ ਨੇ, ਵਧੀ ਹੋਈ ਜਾਂਦੇ ਨੇ, ਬਸ ਸਾਰਾ ਹੀ ਘਰ ਜਾਂਦਾ, ਫਿਰ ਸਾਰਾ ਏਰੀਆ ਘਰ ਜਾਂਦਾ, ਘਰ ਜਾਂਦਾ। ਭਰਮ ਗਿਆ ਇਹ ਸਾਖਤ ਭਰਮ ਗਿਆਨੀ ਸਭ ਕਰ ਜਾਂਦੇ ਨੇ। ਸੋ ਜਗ ਨਾਮ ਏਕ ਕੋ ਪ੍ਰਬੋਧ ਔਰ ਮਾਨੀਐ। ਸੋ ਜਗ ਨਾਮ ਏਕ ਕੋ, ਜਗ ਹੁੰਦਾ ਇੱਕ, ਉਹ ਲੰਗਰ ਦੀ ਜਗ੍ਹਾ ਜੱਗ ਆਇਆ ਇੱਥੇ, ਲੰਗਰ ਹੁੰਦਾ ਨਾ, ਜੱਗ ਕਹਿਤਾ ਇੱਥੇ। ਸੋ ਜਗ 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 ਹੁੰਦਾ ਜਗਾਉਣ ਦੀ ਸੈਂਸ ਵਿੱਚ ਆਇਆ ਹੋਇਆ। ਲੰਗਰ ਦਾ ਸ਼ਬਦ ਹੈ ਨਾ, ਜਿਹੜਾ ਲੰਗਰ ਦਾ ਸ਼ਬਦ ਹੈ, ਉਹ ਖਾਣ ਦੀ ਸੈਂਸ ਵਿੱਚ ਆਇਆ ਹੈ। ਜਿਹੜਾ ਖਾਣ ਦੀ ਸੈਂਸ ਵਿੱਚ ਆਇਆ ਹੋਇਆ, ਉਹ ਹਜਮ ਤੁਸੀਂ ਆਪ ਕਰਨਾ ਹੁੰਦਾ। ਜਿਹੜਾ ਜਗਾਉਣਾ ਹੁੰਦਾ, ਉਹ ਹਜਮ ਕੀਤਾ ਹੋਇਆ ਹੁੰਦਾ। ਜਿਵੇਂ ਇੱਕ ਤਾਂ ਆਪਾਂ ਨੇ ਖੂਨ ਚਾੜ ਦੇਣਾ ਕਿਸੇ ਨੂੰ ਸਿੱਧਾ ਹੀ, ਇੱਕ ਉਹਨੂੰ ਦੁੱਧ ਪਿਲਾ ਦੇਣਾ। ਦੁੱਧ ਪਿਲਾਇਆ ਤਾਂ ਭਾਈ ਖੂਨ ਉਹਨੇ ਬਣਾਉਣਾ, ਫਿਰ ਦੁੱਧ ਪੀਤੇ ਤਾਂ ਖੂਨ ਉਹਨੂੰ ਆਪ ਬਣਾਉਣਾ ਪੈਣਾ ਨਾ। ਦੁੱਧ ਪਿਲਾਇਆ ਤਾਂ ਲੰਗਰ ਹੈ, ਲੰਗਰ ਚਲਾਤਾ, ਦੁੱਧ ਪਿਲਾਤਾ ਉਹਨੂੰ। ਦੁੱਧ ਦਾ ਲੰਗਰ ਗੁਰਦੁਆਰੇ ਚਲਾਉਂਦੇ ਨਹੀਂ, ਪਰ ਹਜਮ ਉਹਨੂੰ ਆਪੇ ਕਰਨਾ ਪੈਣਾ। ਹੋ ਸਕਦਾ ਉਹਨੂੰ ਖਰਾਬ ਵੀ ਕਰ ਜਾਵੇ। ਉਹ ਡਾਕਟਰ ਨੇ ਕਿਹਾ ਤੂੰ ਦੁੱਧ ਨਾ ਪੀ, ਉਹ ਦੁੱਧ ਪੀ ਲਵੇ, ਉਹਨੂੰ ਰਿਐਕਸ਼ਨ ਵੀ ਕਰ ਸਕਦਾ ਹੈ ਦੁੱਧ। ਪਰ ਜਿਹੜਾ ਖੂਨ ਦੇਈਦਾ ਹੁੰਦਾ ਨਾ, ਉਹ ਰਿਐਕਸ਼ਨ ਨਹੀਂ ਕਰਦਾ ਹੁੰਦਾ। ਇਹ ਜੱਗ ਤਾਂ ਖੂਨ ਹੈ ਕਿਸਮ ਦਾ। ਜਗਾ ਦੇਣਾ ਹੋਰ ਗੱਲ ਹੈ, ਆਪੇ ਜਾਗਣਾ ਹੋਰ ਗੱਲ ਹੈ। ਸੋ ਜਗ ਨਾਮ ਏਕ ਕੋ ਪ੍ਰਬੋਧ ਔਰ ਮਾਨੀਐ। ਪ੍ਰਬੋਧ ਔਰ ਮਾਨੀਏ, ਪ੍ਰਬੋਧ ਦੇ ਦੇਣਾ, ਉਹਦੇ ਗਿਆਨ ਤੇ ਹੋਰ ਗਿਆਨ ਚਾੜ ਦੇਣਾ। ਦੇਖੋ ਨਾ, ਗਿਆਨ ਤੇ ਗਿਆਨ ਚਾੜ ਦੇਣਾ ਹੋਰ ਗੱਲ ਹੈ, ਹਜਮ ਕਰਕੇ ਗਿਆਨ ਵਧਾਉਣਾ ਹੋਰ ਗੱਲ ਹੈ। ਉਹ ਤਾਂ ਖੂਨ 'ਚ ਖੂਨ ਸਿੱਧਾ ਹੀ ਹੋ ਗਿਆ। ਉਹ ਤਾਂ ਪਹਿਲਾਂ ਚਿੱਟਾ ਸੀਗਾ, ਪਹਿਲਾਂ ਹੀ ਚਿੱਟਾ ਸੀ, ਪਰ ਕਲੀ ਕਰੀ ਨੂੰ ਹੋ ਗਿਆ ਸੀ ਸਾਲ। ਉਹ ਕਹਿੰਦੇ ਕਲੀ ਫੇਰ ਕਰ ਦੋ, ਜੋ ਪਹਿਲੇ ਕੋਟਰਾਂ ਵਾਲੇ ਹੋਰ ਚਿੱਟਾਈ ਵੱਧ ਗਈ, ਵਧੂ ਹੈ। ਇਹ ਪ੍ਰਬੋਧ ਕਹਿੰਦੇ ਨੇ। ਜੋ ਗਿਆਨ ਹੈ, ਬੋਧ ਹੈ, ਉਹਦੇ ਤੇ ਹੋਰ ਚਾੜ ਦੇਣਾ ਰੰਗ ਬੋਧ ਦਾ। ਇਹ ਇਹ ਜੱਗ ਹੈ, ਜੱਗ ਦਾ ਜੱਗ ਹੈ ਇਹ। ਸੁਦਾਨ ਤੀਸਰਾ ਹਠੀ
ਅਖੰਡਤਾਸ ਜਾਨੀਐ। ਸੁਦਾਨ ਤੀਸਰਾ ਹਠੀ, ਸੁਦਾਨ ਹਠੀ ਹੈ ਵੀ ਸੁਦਾਨ ਸ੍ਰੇਸ਼ਟ ਦਾਨ ਦੇਣਾ। ਸ੍ਰੇਸ਼ਟ ਦਾਨ ਕਾਹਦਾ? ਨਾਮ ਦਾ। ਸਭ ਤੋਂ ਦਾਨ ਕੀ ਚੰਗਾ ਨਾਮ? ਗੁਰਮੁਖੀ ਨਾਮ ਦਾਨ ਇਸ਼ਨਾਨ ਹੈ ਨਾ। ਤੀਸਰਾ ਕਹਿੰਦੇ ਫਿਰ ਨਾਮ ਦਾਨ ਹੈ। ਤੀਸਰਾ ਹਠੀ ਅਖੰਡਤਾਸ ਜਾਨੀਐ। ਅਖੰਡਤਾ ਜਾਨੀ ਹੈ, ਉਹ ਨਾਮ ਨੂੰ ਖੰਡਨ ਨਹੀਂ ਕੀਤਾ ਜਾ ਸਕਦਾ। ਉਹ ਦੋ ਟੁਕੜੇ ਨਹੀਂ ਕਰਕੇ ਦੇ ਸਕਦਾ ਵੀ ਅੱਧਾ ਅੱਧਾ ਲੈ ਲਓ। ਲੱਡੂ ਹੈ ਨਾ, ਲੱਡੂ ਕੋਈ ਲੱਡੂ ਇੱਥੇ ਦਾਨ ਕਰਦਾ ਹੋਵੇ, 4 ਆਦਮੀ ਆ ਕੇ ਲੱਡੂ ਇੱਕ ਭੰਨ ਕੇ ਦੇ ਦੂਗਾ। ਇਹ ਭੰਨ ਕੇ ਨਹੀਂ ਦਿੱਤਾ ਜਾ ਸਕਦਾ। ਇਹ ਇੱਕ ਮਿੰਟ ਜੂ ਸਾਰੇ ਨੂੰ ਕਹਿੰਦੇ, ਚਾਹੇ 1000 ਆਦਮੀ, ਲੱਖ ਕਰੋੜ ਆਦਮੀ ਲੈ ਲਵੇ, ਪੂਰੇ ਦਾ ਪੂਰਾ ਹੀ ਲੈਣਾ ਪੈਂਦਾ ਹੈ। ਇਹ ਅਖੰਡ ਅੱਧਾ ਅੱਧਾ ਨਹੀਂ ਲਿਆ ਜਾ ਸਕਦਾ। ਇਹ ਉਹ ਕਹਿੰਦੇ ਨੇ ਫਲ ਦੇ ਦਿੱਤਾ ਜੀ ਉਹ ਸੰਤ ਨੇ, ਬਈ ਉਹ ਕਹਿੰਦੇ ਨੇ ਔਲਾਦ ਨਹੀਂ ਹੈ, ਅੰਬ ਦੇ ਦਿੱਤਾ, ਉਹਨਾਂ ਨੇ ਅੱਧਾ ਅੱਧਾ ਖਾ ਲਿਆ, ਉਹ ਅੱਧਾ ਅੱਧਾ ਬੱਚਾ ਪੈਦਾ ਹੋ ਗਿਆ। ਉਹ ਗੱਲ ਤਾਂ ਕਹੀ ਹੈ ਵੀ ਅੱਧਾ ਅੱਧਾ ਨਹੀਂ ਕੀਤਾ ਜਾ ਸਕਦਾ ਹੈ। ਉਹ ਉਹਨਾਂ ਦੇ ਐਵੇਂ ਗੱਪਾਂ ਨੇ ਮਾਰੀ ਹੋਈਆਂ। ਅੱਧਾ ਅੱਧਾ ਨਹੀਂ ਹੁੰਦਾ। ਇਹ ਤਾਂ ਜੀ ਦੂਜੇ ਨੂੰ ਕਿਹੜਾ ਸੁਣਨਾ ਹੀ ਆ ਉਹਨੇ, ਉਹ ਸੁਣ ਲਵੇ। ਸੁਣ ਕੇ ਅਪਣਾਉਣੀ ਗੱਲ ਹੈ। ਸੁਨੇਮ ਨਾਮ ਔਰ ਹੈ, ਅਖੰਡਤਾਸ ਭਾਖੀਐ। ਸੁਨੇਮ ਨਾਮ ਔਰ ਹੈ, ਇੱਕ ਨੇਮ ਹੈ। ਨੇਮ ਕੀ ਹੈ? ਨੇਮ ਕੇ ਨਖਨ ਨੂੰ बढ़ाओ। ਜਿਵੇਂ 9 ਹਰ ਵਕਤ ਵੱਧਦੇ ਨੇ ਸਾਡੇ, ਵੱਧਦੇ ਨੇ ਨਾ, ਇਹ ਨੇਮ ਵਧੀ ਜਾਣੇ ਚਾਹੀਦੇ ਨੇ। ਜੇ ਜਦ ਵੱਧ ਜਾਣਗੇ ਤਾਂ ਸਾਥ ਸਾਥ ਸਿਮਰੋ ਗੋਬਿੰਦ ਤੱਕ ਪਹੁੰਚ ਜਾਓਗੇ। ਸਿਮਰਨ ਦਾ ਨੇਮ ਹੈ, ਵਧਾਉਣਾ ਹੈ। ਸ਼ਬਦ ਵਿਚਾਰ ਦਾ ਨੇਮ ਹੈ, ਵਧਾਉਣਾ। ਜਦ ਤੱਕ ਸਾਥ ਸਾਥ ਸਿਮਰੋ ਗੋਬਿੰਦ ਨਾ ਹੋ ਜਾਵੇ, ਜਦ ਤੱਕ ਵਧਾਉਂਦਾ ਹੀ ਰਹਿਣਾ। ਨੇਮ ਕੇ ਨਖ ਜਿੰਨਾ ਚਿਰ ਆਦਮੀ ਜਿਉਂਦਾ ਨਾ, ਉਹ ਵੱਧਦਾ ਰਹਿੰਦਾ ਨਾ। ਪਰ ਜਿੰਨਾ ਚਿਰ ਸਾਹ ਚੱਲਦਾ, ਵੱਧਦਾ ਹੀ ਰਹੇ ਨੇਮ। ਨੇਮ ਕਦੇ ਵੀ, ਜਿਹੜੇ ਨੇਮ ਸਾਡੇ ਲਿਮਟਿਡ ਹੋ ਗਏ ਨੇਮ ਨਹੀਂ ਹੈ, ਉਹਨਾਂ ਨੂੰ ਖੰਡਨ ਕੀਤਾ ਹੋਇਆ। ਬਹੁਤ ਬਰੀਕ ਗੱਲ ਹੈ ਇਹ, ਪਹਿਲੀ ਵਾਰੇ ਆਈ ਹੈ ਕਲਾਸ 'ਚ ਇਹਦੀ ਵਿਆਖਿਆ। ਨੇਮ ਕੇ ਨਖਣ बढ़ाओ ਦਾ ਮਤਲਬ ਹੈ ਜਿਵੇਂ 9 ਰੋਜ਼ ਵੱਧਦਾ ਨੇਮ, ਤੁਹਾਡਾ ਗਾਹਾਂ 'ਚ ਵਧਣਾ ਚਾਹੀਦਾ ਰੋਜ਼। ਜੇ ਅੱਜ 1 ਘੰਟਾ ਸ਼ਬਦ ਵਿਚਾਰ ਨਹੀਂ ਹੋ ਸਕੀ, ਕੱਲ੍ਹ ਨੂੰ 1 ਮਿੰਟ ਜ਼ਰੂਰ ਘਟਾ ਦਿਓ। 59 ਮਿੰਟ ਰੱਖਣ, 1 ਮਿੰਟ ਦਾ ਵਧਾ ਸਕਦੇ ਹੋ ਨਾ, ਉਹ 'ਚੋਂ 1 ਮਿੰਟ ਘਟਾ ਦਿਓ। ਇਹ ਨੇਮ ਨੂੰ 1 ਮਿੰਟ ਗਾਹਾਂ ਕਰ ਦਿਓ। 1 ਮਿੰਟ ਨਹੀਂ ਕਰਦੇ, ਅੱਧਾ ਮਿੰਟ ਕਰ ਦਿਓ। ਅੱਧਾ ਮਿੰਟ ਕਰਦੇ ਵੀ 120 ਦਿਨ 'ਚ ਖਤਮ ਹੋ ਜੂ ਘੰਟਾ। ਜੇ ਫਰਜ਼ ਕੀਤਾ 2 ਘੰਟੇ ਤੁਹਾਡੇ ਦਿਨ ਦੇ ਵਿੱਚ ਜਾਂਦੇ ਨੇ ਬਿਨਾਂ ਸ਼ਬਦ ਵਿਚਾਰ ਤੇ, ਤਾਂ ਕਿਸ ਤਰੀਕੇ ਨਾਲ ਤੁਸੀਂ ਹੌਲੀ ਹੌਲੀ 9 ਕਿੰਨਾ ਕੁ ਵੱਧਦਾ, ਦੀਨਾ 9 ਕਿਤੇ ਵੱਧਦਾ, ਪਰ ਐ ਹੌਲੀ ਹੌਲੀ ਲੈ ਜਾਓ ਘਟਾ ਕੇ। ਇਹਨੂੰ ਕਹਿੰਦੇ ਨੇ ਸੰਜਮ। ਲਗਾਤਾਰ ਹੌਲੀ ਵੱਧਦੇ ਜਾਣ ਨੂੰ ਸੰਜਮ ਕਹਿੰਦੇ ਨੇ। ਦੇਖੋ ਨਾ, ਥੱਲਿਓਂ ਕੀੜਾ ਚੜ੍ਹਦਾ ਕੋਠੇ ਤੇ, ਦਾਣਾ ਮੂੰਹ 'ਚ ਲੈ ਕੇ ਹੌਲੀ ਚੜ੍ਹਦਾ ਨਾ, ਭੱਜ ਕੇ ਕਿਵੇਂ ਚੜ੍ਹ ਜੂਗਾ। ਜੇ ਸੰਭਲ ਕੇ ਹੌਲੀ ਚੜੂਗਾ, ਸਿਰੇ ਪਹੁੰਚ ਵੀ ਜਾਂਦਾ। ਸਾਵਧਾਨੀ ਨਾਲ ਵੀ ਚੜ੍ਹਨਾ, ਸੰਜਮ ਨਾਲ ਵੀ ਚੜ੍ਹਨਾ। ਜਿਹੜੇ ਕਾਹਲੀ ਕਰਦੇ ਨੇ, ਉਹ ਕਈ ਵਾਰ ਡਿੱਗਣਗੇ ਥੱਲੇ, ਫਿਰ ਸ਼ਾਇਦ ਹੌਸਲਾ ਹੀ ਛੱਡ ਦੇਣ ਵੀ ਸਾਡੇ ਨਹੀਂ ਚੜ੍ਹ ਹੁੰਦਾ, ਇਹਦਾ ਡਿੱਗ ਪਈਦਾ ਹਰੇਕ ਵਾਰ। 2-4 ਵਾਰ ਕਰਕੇ ਫਿਰ ਛੱਡ ਦੇਣ। ਉਹ ਸਾਵਧਾਨ ਇਕਾਗਰਚੀਤ ਨਾਲੇ ਕੰਮ ਕੀਤਾ ਜਾ ਸਕਦਾ। ਨੇਮ ਐਸਾ ਹੈ ਕਿ ਅਸੀਂ ਗਾਂ ਵਧਣਾ। ਸਾਸ ਇੱਕ ਖਿੰਡ ਤੇ ਸੰਬੰਧ ਜੀਵਣਾ, ਵਿਰਥਾ ਜਨਮ ਜਾਣਾ, ਤਾਰ ਘਟਾ ਸਾਡਾ। ਉਧਰ ਨੂੰ ਜਾਣਾ ਕਿਵੇਂ? ਜਾਣਾ ਨੇਮ ਬਣਾ ਕੇ। ਇੱਕਦਮ ਨਹੀਂ ਜਾ ਸਕਦੇ। ਇੱਕਦਮ ਜਾਓਗੇ ਮੁਸ਼ਕਿਲ ਹੋ ਜੂ, ਜਾ ਹੀ ਨਹੀਂ ਸਕਦੇ ਇੱਕਦਮ। ਫਿਰ ਪੱਪੜ ਪੂਸੇ 'ਚ ਫਸ ਜਾਓਗੇ। ਫਿਰ ਤਾਂ ਕਰਦੇ ਵੀ ਕਹਿਣਗੇ ਵੀ ਇਹ ਤਾਂ ਪਾਗਲ ਹੋ ਗਏ ਹੁਣ। ਉਹ ਕਰਦੇ ਤਾਂ ਹੀ ਪਾਗਲ ਬੰਦੇ ਨੇ, ਪਤਾ ਹੀ ਨਾ ਲੱਗੇ ਕਿਸੇ ਨੂੰ। ਹੌਲੀ ਵਧੋ। 9 ਵੱਧਦੇ ਨੇ, ਕਦੇ ਪਤਾ ਲੱਗਦਾ ਆਪਾਂ ਨੂੰ।
ਕਿਸੇ ਨੂੰ ਕੀ ਪਤਾ ਲੱਗ ਜੇ? ਜਿਹਦੇ ਵੱਧਦੇ ਨੇ ਉਹਨੂੰ ਨਹੀਂ ਪਤਾ ਲੱਗਦਾ, ਦੂਏ ਨੂੰ ਕਿਵੇਂ ਪਤਾ ਲੱਗ ਜੂ? ਦੂਏ ਨੂੰ ਕਿਵੇਂ ਪਤਾ ਲੱਗ ਜਾਵੇ ਵੀ ਤੁਸੀਂ ਵੱਧ ਰਹੇ ਹੋ? ਲੱਗਣਾ ਹੀ ਨਹੀਂ ਪਤਾ। ਇਹਨੂੰ ਕਹਿੰਦੇ ਨੇ ਭੋਜਨ ਭਜਨ ਖਜ਼ਾਨਾ ਨਾਰੀ, ਇਹ ਸਭ ਪੜ੍ਹਦੇ ਕੇ ਅਧਿਕਾਰੀ। ਪੜ੍ਹਦਾ ਨਾ ਪਤਾ ਨਹੀਂ ਲੱਗੇ, ਜਦੇ ਪਤਾ ਲੱਗਾ ਜਾਂ ਲੈਣੇ ਨੂੰ ਕਿਹਾ ਵੀ ਇਹਨੂੰ ਗੁਰਿਆਈ ਦੇ ਦਿਓ, ਪਤਾ ਹੀ ਨਹੀਂ ਕਿਸੇ ਨੂੰ। ਜਾਂ ਨਾਨਕ ਨੂੰ ਪਤਾ ਹੈ, ਇਹ ਲੈਣੇ ਨੂੰ ਪਤਾ। ਲੈਣਾ ਗੇਨ ਕਰ ਰਿਹਾ ਸੀ ਉਹਨੂੰ ਪਤਾ ਸੀ, ਸਮਝ ਰਿਹਾ ਸੀ ਉਹਨੂੰ ਪਤਾ ਸੀ। ਸਮਝਾਉਣ ਵਾਲੇ ਨੂੰ ਤਾਂ ਪਤਾ ਹੁੰਦਾ ਹੀ ਹੈ, ਉਹ ਟੀਚਰ ਨੂੰ ਤਾਂ ਪਤਾ ਹੁੰਦਾ ਹੀ ਹੈ। ਟੀਚਰ ਕਹਿੰਦਾ ਵੀ ਮੁੰਡੇ ਨੂੰ ਮੈਂ ਵਜ਼ੀਫੇ ਵਾਲਿਆਂ ਦਾ ਇਮਤਿਹਾਨ ਦਵਾਉਣਾ, ਇਹਨੂੰ ਉੱਥੇ ਭੇਜਣਾ, ਕੰਪੀਟੀਸ਼ਨ 'ਚ ਭੇਜਣਾ, ਉਹਨੂੰ ਪਤਾ ਹੈ। ਕੋਚ ਨੂੰ ਪਤਾ ਹੈ ਵੀ ਸਾਡਾ ਫਲਾਣਾ ਬੰਦਾ ਕੰਪੀਟੀਸ਼ਨ ਜਾ ਸਕਦਾ, ਪਤਾ ਹੀ ਹੁੰਦਾ ਉਹਨੂੰ। ਹਾਂਜੀ। ਸੁਨੇਮ ਨਾਮ ਔਰ ਹੈ ਅਖੰਡਤਾ ਸੁਭਾਖੀ ਹੈ। ਸੁਨੇਮ ਨਾਮ ਔਰ ਹੈ ਅਖੰਡਤਾ ਸੁਭਾਖੀ, ਅਖੰਡਤਾ ਸੁਭਾਖੀ ਹੈ। ਇਹ ਅਖੰਡ ਹੈ, ਇਹ ਅਖੰਡ ਲਗਾਤਾਰ ਚੱਲਣਾ ਹੈ। ਜੇ ਵਿੱਚ ਬ੍ਰੇਕ ਆ ਗਈ ਫਿਰ ਖਤਮ ਹੋ ਗਿਆ। ਅਖੰਡਤਾ ਸੁਭਾਖੀ ਹੈ, ਅਖੰਡ। ਇਹ ਨੇਮ ਅਖੰਡ ਰਹੂਗਾ, ਫਿਰ ਪਹੁੰਚ ਜੂਗਾ ਹੌਲੀ ਹੌਲੀ। ਉਹ ਕੱਛੂ ਦੀ ਯਾਰ ਉਹਦੀ ਦੌੜ ਨਹੀਂ ਦੱਸਦੇ ਹੁੰਦੇ, ਖਰਗੋਸ਼ ਦੀ, ਖਰਗੋਸ਼ ਦੀ ਕੱਛੂ ਦੀ ਦੌੜ। ਕੱਛੂ ਹੌਲੀ 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 ਤੁਰਿਆ ਜਾਂਦਾ, ਖਰਗੋਸ਼ ਭੱਜ ਕੇ ਚੱਲਿਆ। ਉਹ ਕਹਿੰਦਾ ਸੌਂ ਗਿਆ ਜਾ ਕੇ ਗਾ, ਕਹਿੰਦਾ ਚਲੋ ਕੱਛੂ ਤਾਂ ਦੇਖੀ ਜੀ ਉਹਨੇ ਆਉਣਾ ਹੈ। ਉਹਨੂੰ ਆ ਗਈ ਨੀਂਦ, ਕੱਛੂ ਪਹਿਲਾਂ ਚਲਿਆ ਗਿਆ। ਲਗਾਤਾਰ ਤੁਰਦੇ ਰਹੋ, ਸਪੀਡ ਜਿੰਨੀ ਮਰਜ਼ੀ ਘੱਟ ਹੋਵੇ, ਸਪੀਡ ਜਿੰਨੀ ਮਰਜ਼ੀ ਘੱਟ ਹੋਵੇ, ਆਪਣੇ ਹਾਲਾਤ ਮੁਤਾਬਕ ਸਪੀਡ ਬਣਾ ਲਓ। ਜੇ ਦੂਏ ਦੀ ਸਪੀਡ ਜ਼ਿਆਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਦੂਆ ਤਾਂ ਕਾਰ 'ਚ ਜਾਂਦਾ, ਤੁਸੀਂ ਜਾਂਦੇ ਹੋ ਸਕੂਟਰ 'ਤੇ ਜਾਂ ਸਾਈਕਲ 'ਤੇ। ਉਹ ਕਾਰ ਨੂੰ ਜਾਣ ਦਾ ਕੋਈ ਨਹੀਂ, ਉਹਨੇ ਕਦੇ ਢਾਬੇ 'ਤੇ ਬਹਿ ਜਾਣਾ ਉੱਥੇ ਜਾ ਕੇ। ਤੁਸੀਂ ਆਪਣੀ ਸਪੀਡ ਨਾਲ ਚਲੀ ਜਾਓ ਬਸ। ਹੈਗੇ ਤਾਂ ਰੋਡ 'ਤੇ ਹੀ ਖੜੇ, ਜੇ ਰੋਡ ਛੱਡੋਗੇ ਖਤਰਾ ਤਾਂ ਹੈ। ਰੋਡ 'ਤੇ ਤਾਂ ਖੜੇ ਹੀ ਹੋ, ਪਰ ਰੋਡ 'ਤੇ ਨਹੀਂ ਖਤਰਾ ਹੁੰਦਾ ਹੈਗਾ। ਜਦ ਸ਼ਬਦ ਬਾਜ਼ਾਰ ਰੋਡ 'ਤੇ ਹੋ, ਜਾਣਾ ਜੁਣਾ ਕਿਤੇ ਨਹੀਂ ਹੁੰਦਾ। ਰੋਡ ਤੋਂ ਪਰੇ ਹੋਏ ਨੂੰ ਖਤਰਾ ਹੈ, ਰੋਡ 'ਤੇ ਵਾਲੇ ਨੂੰ ਖਤਰਾ ਹੀ ਨਹੀਂ ਕੋਈ, ਕਿਤੇ ਹੋ ਜਾਏ ਖੜੇ। ਜਗਤ ਜਾਸ ਜੀਤਿਆ ਜਹਾਨ ਭਾਨ ਸਾਖੀ ਹੈ। ਇਹ ਜਿਹੜੇ ਨੇ ਨਾ ਨੇਮ ਵਾਲੇ, ਲਗਾਤਾਰ ਵਾਲੇ, ਇਹਨਾਂ ਨੇ ਸਾਰਿਆਂ ਨੇ ਜਗਤ ਜਿੱਤਿਆ। ਇਹੀ ਜਗਤ ਤੇ ਇਹੀ ਗੁਰਮੁਖ ਹੋਏ ਨੇ, ਜਗਤ ਜਿੱਤਿਆ ਜਿਨ੍ਹਾਂ ਨੇ। ਜਗਤ ਕਿਹਨੇ ਜਿੱਤਿਆ? ਮਨ ਜਿੱਤਿਆ, ਹੋਰ ਜਗਤ ਖਾਨੀ ਕਿਹੜਾ ਜਿੱਤਿਆ? ਜੇ ਤੁਸੀਂ ਨੇਮ ਲਗਾਤਾਰ, ਮਨ ਹੀ ਨੇਮ ਲਗਾਤਾਰ ਚਾਹੁੰਦਾ। ਜੇ ਲਗਾਤਾਰ ਨੇਮ ਨੂੰ ਮਨ ਮੰਨ ਗਿਆ, ਮਨ ਜਿੱਤਿਆ ਗਿਆ। ਉਹ ਮਨ ਦੇ ਜਿੱਤਣ ਦਾ ਹੀ ਤਰੀਕਾ ਹੈ, ਅਸਲ 'ਚ ਵਿਧੀ ਹੈ ਜਿੱਤਣ ਦੀ। ਮਨ ਨੇ ਆਲਸ ਕਰਨੀ ਹੈ, ਆਲਸ ਕਰਨੀ ਦੇਣੀ। ਰੋਜ਼ ਇਹੀ ਨਿਤਨੇਮ, ਰੋਜ਼ ਉਹਨੂੰ ਵਧਾਉਣਾ ਥੋੜਾ ਜਿਹਾ, ਨੇਮ ਨੂੰ ਲੰਬਾ ਕਰਨਾ, ਨੇਮ ਦਾ ਟਾਈਮ ਲੰਬਾ ਕਰਨਾ, ਪੀਰੀਅਡ ਵਧਾਉਣਾ। ਜਗਤ ਉਹਨਾਂ ਨੇ ਮਨ ਜਿੱਤਿਆ, ਜਗਤ ਤਾਸ ਜਿੱਤਿਓ। ਜਹਾਨ ਭਾਨ ਸਾਖੀ ਹੈ। ਜਹਾਨ ਦਾ ਸੂਰਜ ਹੈ ਨਾ, ਜਿਹੜਾ ਸੂਰਜ ਸਾਰੇ ਜਹਾਨ ਦਾ, ਇਹ ਕਹਿੰਦੇ ਗਵਾਹ ਹੈ ਇਸ ਗੱਲ ਦਾ। ਸੂਰਜ ਦੇਖਦਾ ਰਹਿੰਦਾ ਆਦਮੀ, ਚਾਹੇ ਦੇਖੇ ਨਾ ਦੇਖੇ, ਸੂਰਜ ਉੱਤੋਂ ਸਾਰਿਆਂ ਨੂੰ ਦੇਖਦਾ। ਇਹਦਾ ਸੰਸਾਰ ਦਾ ਭਾਨ ਹੈ ਨਾ, ਸੰਸਾਰ ਦਾ ਭਾਨ ਪਰਮੇਸ਼ਰ ਹੈ ਅਸਲ 'ਚ। ਪਰਮੇਸ਼ਰ ਨੇ ਆ ਗੱਲ ਕਹੀ ਹੈ, ਜਹਾਨ ਭਾਨ ਸਾਖੀ ਹੈ। ਜਹਾਨ ਦਾ ਭਾਨ ਹੈ ਪਰਮੇਸ਼ਰ ਨੇ, ਜਿਹੜਾ ਜਹਾਨ ਦਾ ਭਾਨ ਕਹਿੰਦੇ ਉਹੀ ਕਹਿੰਦਾ। ਆ ਗੱਲ ਉਹਨੇ ਕਹੀ ਹੈ, ਆ ਜਿਹੜੀ ਉੱਤੇ ਕਹੀ ਹੈ ਨਾ, ਜਿੱਤਿਆ ਸਾਰਾ ਸੰਸਾਰ, ਸਾਰਾ ਸੰਸਾਰ ਜਿੱਤਿਆ, ਇਹ ਉਹ ਪਰਮੇਸ਼ਰ ਕਹਿ ਰਿਹਾ। ਉਹ ਹੈ ਗਵਾਹ ਇਸ ਗੱਲ ਦਾ, ਮੈਂ ਗਵਾਹ ਨਹੀਂ ਹੈਗਾ। ਉਹ ਹੈ ਸੂਰਜ ਨੂੰ ਵਿਚਾਰ ਨੇ ਕੀ ਗਵਾਹੀ ਦੇਣੀ ਹੈ? ਜਹਾਨ ਦਾ ਭਾਨ ਹੈ ਨਾ, ਜਹਾਨ ਭਾਨ ਸਾਖੀ ਹੈ। ਜਹਾਨ ਨਾਲ ਲੱਗ ਗਿਆ ਨਾ ਭਾਨ ਦੇ। ਉਹ ਵੀ ਕਹਿੰਦਾ ਉਹਦੇ ਭਾਨ ਜਬ ਚੀਨਾ। ਕਬੀਰ ਭਾਨ ਕਹਿੰਦਾ, ਭਾਨ ਸੂਰਜ ਨੂੰ ਨਹੀਂ ਅਸਲ ਕਹਿੰਦੇ, ਇਹਨੂੰ ਭਾਨ ਸੂਰਜ ਨੂੰ ਨਹੀਂ ਕਹਿੰਦੇ।
ਆਹ ਇਹਨੂੰ ਸੂਰਜ ਕਹਿੰਦੇ, ਉਹ ਹੁਕਮ ਕਹਿੰਦੇ ਨੇ ਉਹਨੂੰ। ਉਹ ਇਹਦੇ ਖਾਤਰ ਆਇਆ ਸੀਗਾ ਦਿਨ ਆ ਪਿੱਛੇ ਆਇਆ ਸੀਗਾ ਨਿਸ, ਨਿਸ਼ੇਸ਼ ਸੂਰ ਸਾਖੀ ਹੈ। ਹਾਂ ਸੂਰ ਆਇਆ ਸੀ ਇਹਦੇ ਨਾਲ, ਨਿਸ਼ੇਸ਼ ਸੂਰ ਸਾਖੀ ਹੈ। ਇਹਦੇ ਨਾਲ ਸੂਰ ਆਇਆ ਸੀ, ਭਾਨ ਨਹੀਂ ਸੀ ਆਇਆ। ਹਾਂਜੀ। ਸੋ ਸਤਨਾਮ ਏਕ ਕੋ ਸੰਤੋਖ ਔਰ ਬੋਲੀਐ। ਸੋ ਸਤਨਾਮ ਏਕ ਕੋ ਸੰਤੋਖ ਨਾਮ ਬੋਲੀਐ। ਇੱਕ ਸੱਤ ਹੈ, ਇੱਕ ਸੱਤ ਹੈ, ਦੂਜਾ ਸੰਤੋਖ ਹੈ। ਇੱਕ ਦਾ ਨਾਮ ਸੱਤ ਹੈ, ਇੱਕ ਦਾ ਨਾਮ ਸੰਤੋਖ ਹੈ। ਦੋ ਸੂਰਮੇ ਨੇ। ਸੱਤ ਸੰਤੋਖ ਲਾ ਲੜਨੇ ਲੱਗਾ, ਤੋੜੇ ਦੋਏ ਦਰਵਾਜ਼ਾ। ਉੱਥੇ ਆਉਂਦੀਆਂ ਨੇ ਚਲਦੀ ਕਬੀਰ ਸਾਹਿਬ ਦੇ। ਸੱਤ ਕੀ ਹੈ? ਸੱਤ ਦੀ ਤਲਵਾਰ ਹੈ, ਗਿਆਨ ਖੜਗ ਹੈ ਸੱਚ ਦੀ। ਸੱਤ ਸਰੂਪ ਬੁੱਧੀ ਹੈ, ਵਿਵੇਕ ਬੁੱਧੀ ਹੈ। ਸੰਤੋਖ ਹੈ, ਸੰਤੋਖ ਢਾਲ ਹੈ। ਕਬਜ਼ ਹੈ, ਕਬਜ਼ ਢਾਲੇ ਹੁੰਦੀ ਹੈ। ਢਾਲ ਲੈ ਲੋ ਜਾਂ ਕਬਜ਼ ਪਾ ਲਓ, ਜੇ ਕਬਜ਼ ਪਾ ਲਓ ਫਿਰ ਢਾਲ ਦੀ ਲੋੜ ਨਹੀਂ। ਢਾਲ ਸਰੀਰ ਨੂੰ ਨੰਗੇ ਸਰੀਰ ਤੇ ਢਾਲ ਦੀ ਲੋੜ ਹੈ, ਜੇ ਸਰੀਰ ਹੈ ਨੰਗਾ ਨਹੀਂ, ਢਾਲ ਦੀ ਕੀ ਲੋੜ ਹੈ? ਹਾਂਜੀ। ਸੋ ਤਪ ਨਾਮ ਤੀਸਰੋ ਦਸੰਤਰ ਜਾਸ ਛੋ ਲਿਏ। ਇੱਕ ਤਪ ਨਾਮ ਹੈ। ਸੋ ਤਪ ਨਾਮ ਤੀਸਰੋ ਇੱਕ ਤਪ ਹੈ। ਸੁਤਪ ਸੁਤਪ, ਤਪ ਨਹੀਂ ਸੁਤਪ। ਸੁਤਪ ਕੀ ਹੈ? ਮਨ ਨੂੰ ਰੋਕਣਾ, ਮਨ ਨੂੰ ਕਾਬੂ ਚ ਰੱਖਣਾ, ਮਨ ਨੂੰ ਮਨਾਉਣਾ, ਮਨ ਸਮਝਾਉਣਾ। ਮਨ ਸਮਝਾਉਣ ਕਾਰਨ ਕਛੁਕ ਪੜੀਏ ਗਿਆਨ। ਮਨ ਨੂੰ ਸਮਝਾਉਣਾ, ਨਹੀਂ ਛੱਡਣਾ ਇਹਦਾ ਖਹਿੜਾ ਜਿੰਨਾ ਚਿਰ ਸਮਝਦਾ ਨਹੀਂ। ਇਹਨੂੰ ਸਮਝਣ ਵਿੱਚ ਹੀ ਲਾ ਰੱਖਣਾ, ਸਮਝਾਉਂਦਾ ਹੀ ਰੱਖਣਾ, ਖੁੱਲਾ ਛੱਡਣਾ ਹੀ ਨਹੀਂ ਕਦੇ ਵੀ। ਇਹ ਤੇ ਪਹਿਰਾ ਰੱਖਣਾ ਸਮਝਾਉਣ ਵਾਸਤੇ ਹੀ। ਕੋਈ ਬੇਸਮਝੀ ਦਾ ਕੰਮ ਨਾ ਕਰ ਦੇਵੇ, ਧਿਆਨ ਰੱਖਣਾ ਇਹਦਾ। ਇਹ ਤਪ ਹੈ। ਧਿਆਨ ਕੱਲ ਵੀ ਸੀ ਨਾ, ਮਨ ਦਾ ਰੱਖਣਾ ਧਿਆਨ, ਰੱਬ ਦਾ ਨਹੀਂ ਰੱਖਣਾ। ਰੱਬ ਨੇ ਤਾਂ ਕਿਹਾ ਵੀ ਇਹਦਾ ਧਿਆਨ ਰੱਖੀ ਤੂੰ। ਬਈ ਜਾਣ ਲੱਗਦਾ ਨਾ ਤੂੰ ਘਰ ਨੂੰ, ਇਹ ਹੱਥ ਪਾ ਲੈਂਦਾ ਇੱਥੇ ਕਿਸੇ ਚੀਜ਼ ਨੂੰ, ਇਹ ਹੱਥ ਪਾ ਲੈਂਦਾ ਕਿਸੇ ਚੀਜ਼ ਨੂੰ। ਇਹਦੇ ਦੋਏ ਹੱਥ ਫੜ ਕੇ ਆਪਣੇ ਕੋਲ ਰੱਖ ਬੰਨ ਕੇ, ਇਹਨੇ ਹੱਥ ਪਾ ਲੈਣਾ ਮਾਇਆ ਨੂੰ, ਫਿਰ ਤੇ ਖਿੱਚ ਨਹੀਂ ਹੋਣਾ ਹੈ। ਇਹਦਾ ਧਿਆਨ ਰੱਖਣਾ, ਕਿਸੇ ਚੀਜ਼ ਵੱਲ ਝਾਕੇ ਨਾ ਹੈ। ਜੇ ਝਾਕੂ ਤਾਂ ਉਹਨੇ ਉੱਥੇ ਹੱਥ, ਜਿੱਥੇ ਝਾਕਦਾ ਉੱਥੇ ਇਹਨੇ ਹੱਥ ਪਾਉਣਾ ਹੁੰਦਾ। ਜਿੱਥੇ ਝਾਕਦਾ ਉੱਥੇ ਹੱਥ ਪਾਉਣਾ ਹੁੰਦਾ। ਜਾਂ ਚੋਰ ਜਿੱਥੇ ਝਾਕਦਾ ਹੁੰਦਾ ਉਹ ਚੀਜ਼ ਉਹਨੇ ਚੱਕਣੀ ਹੁੰਦੀ ਹੈ। ਕੈਮਰਿਆਂ ਦੇ ਵਿੱਚ ਲੈ ਲੈਂਦੇ ਨੇ ਨਾ, ਜਿੱਥੇ ਉਹਦੀ ਨਿਗਾਹ ਹੁੰਦੀ ਹੈ ਉਹ ਚੀਜ਼ ਤੇ ਉਹੀ ਚੱਕਣੀ ਹੁੰਦੀ ਹੈ ਉਹਨੇ। ਇਹਦਾ ਇਹ ਧਿਆਨ ਰੱਖਣਾ ਵੀ ਇਹਦੀ ਨਿਗਾਹ ਕਿੱਥੇ ਹੈ। ਇਹਦੀ ਅੱਖ 'ਚ ਧਿਆਨ ਰੱਖਣਾ, ਮਨ ਦੀ 'ਚ ਵੀ ਇੱਥੇ ਇਹਦੀ ਨਿਗਾਹ, ਇਹ ਚੱਕੂਗਾ, ਇਹਨੂੰ ਹੱਥ ਪਾਊਗਾ ਜਾਣ ਲੱਗੇ। ਦਸੰਤਰ ਜਾਸ ਛੋ ਲਿਆ। ਦਸੰਤਰ ਜਾਸ ਛੋ ਲਿਆ। ਜਿਹੜੇ ਦਸਾਂ ਦਸ਼ਾਵਾਂ ਦੇ ਲੋਕ ਨੇ, ਇਹ ਲੋਕ ਪਰਲੋਕ ਹੈ ਜਿੰਨਾ, ਉਹ ਸਾਰੇ ਜਿਹੜਾ ਤਪ ਹੈ, ਉਹ ਤਪ ਦਸਾਂ ਦਸ਼ਾਵਾਂ ਦੇ ਲੋਕ ਇਸ ਤਪ ਨੂੰ ਮੰਨਦੇ ਨੇ। ਇਹ ਤਪ ਦੇ ਤੋਂ ਪ੍ਰਭਾਵਿਤ ਨੇ। ਇਹ ਜਿਹੜਾ ਤਪ ਹੈ ਨਾ, ਜਿਹੜਾ ਮਨ ਨੂੰ ਮਨਾਉਣ ਦਾ ਤਪ ਹੈ, ਉਹ ਦਸਾਂ ਲੋਕਾਂ ਨੂੰ, ਦਸਾਂ ਦੇਸ਼ ਦੇਸ਼ਾਂਤਰਾਂ ਨੂੰ ਕਹਿ ਲਓ ਤੁਸੀਂ, ਜਿੱਤਣ ਵਾਲਾ ਤਪ ਹੈ। ਉਹਦੀ ਇੱਜ਼ਤ ਸਾਰੇ ਦੇਸ਼ ਦੇਸ਼ਾਂਤਰਾਂ 'ਚ ਹੈ ਉਸ ਆਦਮੀ ਦੀ ਜਿਹੜਾ ਆਪਣੇ ਮਨ ਨੂੰ ਜਿੱਤੇ। ਕਹਿਣ ਦਾ ਮਤਲਬ ਇਹ ਹੈ, ਜਿਹੜਾ ਦੂਏ ਨੂੰ ਜਿੱਤਣ ਦੀ ਅੱਖ, ਕਿਉਂਕਿ ਉਹ ਦੂਸਰੇ ਦੇਸ਼ਾਂ ਦੇ ਵਿੱਚ ਆਪਣੀ ਇੱਜ਼ਤ ਫੈਲਾਉਣੀ ਚਾਹੁੰਦਾ। ਪਾਰਸਨਾਥ ਰਾਜਿਆਂ ਨੂੰ ਜਿੱਤ ਕੇ, ਉਹਨੂੰ ਕਹਿੰਦੇ ਨੇ ਇੱਦਾਂ ਸਾਰੇ ਇੱਜ਼ਤ ਨਹੀਂ ਹੁੰਦੀ। ਇੱਜ਼ਤ ਕਿਵੇਂ ਹੋਊਗੀ? ਆਪਣੇ ਮਨ ਨੂੰ ਸਮਝਾ। ਹਰ ਵਕਤ ਜੇ ਤੂੰ ਆਪਣੇ ਮਨ ਨੂੰ ਸਮਝਾ ਕੇ ਰੱਖੇਗਾ, ਲੋਕਾਂ ਨੂੰ ਤਾਂ ਚੰਗਾ ਲੱਗੇਗਾ। ਜੇ ਲੋਕਾਂ ਨੂੰ ਜਿਹੜਾ ਚੰਗਾ ਲੱਗਦਾ, ਉਹ ਆਪੇ ਹੀ ਸਾਰੇ ਲੋਕ ਉਹਨੂੰ ਚੰਗਾ ਸਮਝਦੇ ਨੇ। ਤੂੰ ਲੋਕਾਂ ਨੂੰ ਕਿਵੇਂ ਚੰਗਾ ਲੱਗੇ, ਸਾਰਾ ਧਿਆਨ ਇਹਦੇ ਤੇ। ਜੇ ਤੂੰ ਚੰਗਾ ਬਣਨਾ ਚਾਹੁੰਦਾ,
ਵੀ ਲੋਕ ਮੇਰੀ ਉਸਤਤੀ ਕਰਨ, ਮੈਨੂੰ ਚੰਗਾ ਸਮਝਣ। ਕਿਵੇਂ ਲੋਕਾਂ ਨੂੰ ਚੰਗਾ ਲੱਗੇਗਾ? ਸਾਰਾ ਧਿਆਨ ਇਹਦੇ ਤੇ ਕੇਂਦਰਿਤ ਕਰ। ਤੈਨੂੰ ਮਾੜਾ ਲਾਊ ਕੌਣ? ਸਵਾਲ ਇਹ ਹੈ। ਮਾੜਾ ਕਿਹਦੀ ਵਜ੍ਹਾ ਨਾਲ ਲੱਗੇਗਾ? ਆਪਣੇ ਮਨ ਦੀ ਵਜ੍ਹਾ ਨਾਲ ਮਾੜਾ ਲੱਗੇਗਾ ਦੁਨੀਆ ਨੂੰ। ਤੈਨੂੰ ਭੈੜਾ ਬਣਾਉਣ ਵਾਲਾ ਤੇਰਾ ਹੀ ਮਨ ਹੈ ਸੰਸਾਰ 'ਚ। ਜੇ ਇਹਨੂੰ ਬਣਾ ਲਵੇ ਨਾ ਤੂੰ, ਇਹ ਤੇ ਧਿਆਨ ਰੱਖੇ ਵੀ ਤੈਨੂੰ ਭੈੜਾ ਨਾ ਬਣਾ ਦੇਵੇ ਕਿਤੇ। ਕੋਈ ਐਸੀ ਸੋਚ ਨਾ ਸੋਚ ਲਵੇ ਜਿਹਦੇ ਨਾਲ ਤੂੰ ਭੈੜਾ ਬਣ ਜਾਵੇ, ਤਾਂ ਸਾਰਾ ਧਿਆਨ ਇਹਦੇ ਤੇ ਹੀ ਕਰਦੇ ਕੇਂਦਰਿਤ, ਬੁੱਧੀ ਨੂੰ ਇਹਦੇ ਤੇ ਹੀ ਕਰਦੇ ਖੜੀ ਹਾਜ਼ਰ। ਆ ਤੱਤ ਹੈ ਸਾਰੀ ਗੱਲ ਦਾ, ਤੱਤ ਇਹ ਹੈ। ਇਸ ਕਰਕੇ ਧਿਆਨ ਮਨ ਦਾ ਰੱਖਣ ਦੀ ਲੋੜ ਹੈ। ਭਗਤਾਂ ਨੇ ਆਪਣਾ ਧਿਆਨ ਰੱਖਿਆ। ਆਤਮ ਧਿਆਨ ਧਾਰਾਂ ਕਈ ਕੋਟ, ਆਤਮ ਧਿਆਨ ਧਾਰਾਂ। ਉਹ ਕਹਿੰਦੇ ਰੱਬ ਦਾ ਧਿਆਨ ਰੱਖਣਾ। ਚੋਰ ਰੱਬ ਦਾ ਹੀ ਧਿਆਨ ਰੱਖਣਗੇ, ਸਾਨੂੰ ਚੋਰੀ ਕਰਦੇ ਨੂੰ ਦੇਖ ਨਾ ਲਵੇ। ਚੋਰ ਕਿਹਦਾ ਧਿਆਨ ਕਰੂ? ਪੁਲਿਸ ਦਾ। ਚੋਰ ਕਿਹਦਾ ਧਿਆਨ ਕਰੂ? ਘਰਦਿਆਂ ਦਾ। ਮਾਲਕ ਦਾ ਹੀ ਧਿਆਨ ਕਰੂ ਚੋਰ। ਚੋਰਾਂ ਨੇ ਕਰਨਾ ਮਾਲਕ ਦਾ ਧਿਆਨ, ਕਿਉਂ? ਉਹਨਾਂ ਨੇ ਕਰਨੀ ਹੈ ਚੋਰੀ। ਹਰਾਮਖੋਰਾਂ ਨੇ ਕਰਨਾ ਧਿਆਨ ਮਾਲਕ ਦਾ, ਉਹਨਾਂ ਨੇ ਦੂਏ ਦੀ ਚੀਜ਼ ਹੱਕ ਖਾਣੇ ਪਰਾਇਆ। ਤੇ ਜਿਹਨੇ ਨਹੀਂ ਖਾਣਾ, ਨਹੀਂ ਖਾਣਾ ਮੰਨਿਆ ਹੋਇਆ ਵੀ ਮਨ ਤੇ ਭਰੋਸਾ ਨਹੀਂ ਕਰਦੇ ਆਪਣੇ ਤੇ, ਕਿ ਮਨ ਸਭ ਦਾ ਇੱਕ ਹੈ। ਮਨ ਖਾ ਸਕਦਾ। ਹੁਣ ਨਿਆਣਾ ਆਪਣੇ ਨਾਲ ਕੀ ਭਰੋਸਾ ਕੋਈ ਚੀਜ਼ ਚੱਕ ਲਵੇ? ਜਿਹੜੇ ਨਿਆਣੇ ਦਾ ਆਪਾਂ ਨੂੰ ਪਤਾ ਵੀ ਸਾਡਾ ਨਿਆਣਾ ਠੀਕ ਨਹੀਂ, ਇਹ ਗੁਆਂਢੀਆਂ ਦੇ ਨਿਆਣਿਆਂ ਜਿਨ੍ਹਾਂ ਨਾਲ ਖੇਡਦਾ ਉਹ ਸਾਰੇ ਇਹੋ ਜਿਹੇ ਹੀ ਨੇ, ਕਿਤੇ ਇਹਦੇ ਤੇ ਵੀ ਕੋਈ ਆਦਤ ਨਾ ਹੋਵੇ। ਉੱਤੇ ਭਰੋਸਾ ਕਰਨਾ ਬੜਾ ਖਤਰਨਾਕ ਹੈ। ਪਰ ਭਰੋਸਾ ਆਪਣੇ ਮਨ ਤੇ ਹੀ ਕਰਦੇ ਹਾਂ ਅਸੀਂ। ਮਨ ਖੋਟਾ ਹਰ ਤੇਰਾ ਨਹੀਂ ਬਸਾਸਾ, ਤੂੰ ਆਤਨ ਮਾਦਾ ਖਰਕਾ ਪੈਖੜ ਤਾਂ ਛੁੱਟੇ ਜਾਂ ਉੱਪਰ ਲਾਦਾ। ਤੇਰਾ ਪੈਖੜ ਤਾਂ ਛੱਡਾਂਗੇ ਜਦ ਤੂੰ ਚੋਰੀ, ਜਦ ਤੂੰ ਤੋਬਾ ਕਰ ਜਵੇਂ ਬੁਰਾਈ ਤੋਂ। ਬੁਰਾਈ ਤੋਂ ਹੀ ਤੋਬਾ ਕਰ ਜਵੇਂ ਨਾ, ਜਾਂ ਹੱਥ ਜਲੇ ਦਾ ਤੈਨੂੰ ਪਤਾ ਲੱਗ ਜਵੇ ਵੀ ਜਦ ਮਾਇਆ ਨੂੰ ਹੱਥ ਲਾਵੇਂ ਤੇਰਾ ਹੱਥ ਸੜੇ। ਤੈਨੂੰ ਐ ਹੋਵੇ ਅੱਗ ਨੂੰ ਹੱਥ ਲਾਤਾ, ਮਾਇਆ ਨੂੰ ਹੱਥ ਲੱਗਿਆ, ਮਾਇਆ ਵੱਲ ਨੂੰ ਚੱਕ ਕੇ ਤੇ ਤੈਨੂੰ ਅੱਗ ਵੱਲ। ਇੱਕ ਹੋਰ ਹੈ ਅਵਸਥਾ, ਸਿੱਧਾ ਹੀ ਉਹ ਹੈਗਾ ਕਿ ਆਖਾਂ ਜੀਵਾਂ ਬਿਸਰੇ ਮਰ ਜਾਊਂ। ਜਿੰਨਾ ਚਿਰ ਮੈਂ ਤੇਰੀ ਉਸਤਤ ਆਖਦਾ ਰਹਿਣਾ, ਅੰਦਰ ਤੇਰੀ ਵਡਿਆਈ ਕਰਦਾ ਰਹਿਣਾ, ਕੁਦਰਤ ਨੂੰ ਦੇਖ ਕੇ ਕੁਦਰਤ ਦੇ ਵਿੱਚੋਂ ਕਾਦਰ ਦੀ ਵਡਿਆਈ ਕਰਦਾ ਰਹਿਣਾ, ਤੂੰ ਹੀ ਕਰਦਾ ਰਹਿਣਾ, ਉਹਨਾਂ ਚਿਰ ਮੇਰਾ ਜੀਵਨ ਸੌਖਾ ਚੱਲਦਾ। ਜਦੋਂ ਇਹ ਗੱਲ ਮੈਨੂੰ ਵਿਸਰਦੀ ਹੈ, ਆਪਣੀ ਕੋਈ ਵਡਿਆਈ ਆ, ਧਿਆਨ ਹੋਰ ਕਿਸੇ ਪਾਸੇ ਜਾਂਦਾ ਹੈ, ਐਂ ਸਮਝੋ ਮੈਨੂੰ ਮੌਤ ਵੱਲੋਂ ਹੋ ਜਾਂਦਾ। ਮੌਤ ਦਿਖਣ ਲੱਗਦੀ ਹੈ, ਮੌਤ ਦਿਖਾਈ ਦਿੰਦੀ ਹੈ। ਜਦੋਂ ਇਹ ਅਵਸਥਾ ਹੋ ਜਾਂਦੀ ਹੈ, ਫਿਰ ਮਨ ਦਾ ਧਿਆਨ ਰੱਖਣ ਦੀ ਲੋੜ ਘੱਟ ਹੈ। ਫਿਰ ਮਨ ਅਚਿਤ ਹੁੰਦਾ ਹੀ, ਇੱਕ ਮਨ ਹੋਏ ਗਾਇਬ ਜਾਂਦਾ, ਚਿੱਤ 'ਚ ਲੁਕ ਜਾਂਦਾ ਹਮੇਸ਼ਾ ਵਾਸਤੇ। ਮਨ ਮਰ ਜਾਂਦਾ ਜਦ ਕਹਿੰਦੇ ਨੇ, ਉਹ ਅਵਸਥਾ ਫਿਰ ਬਣਦੀ। ਫਿਰ ਬਿਸਰ ਦਾ ਪਤਾ ਲੱਗਦਾ ਡੋਬਾ ਪੈਣ ਤੇ। ਡੋਬਾ ਪੈਂਦਾ ਜਾਂ ਛੁੱਟਦਾ, ਜਿਵੇਂ ਕੋਈ ਡੁੱਬਦਾ ਹੁੰਦਾ ਨਾ, ਇੰਨਾ ਸਾਡਾ ਗਲ ਉੱਪਰ ਹੋਵੇ ਪਾਣੀ ਤੋਂ, ਸਾਹ ਆਉਂਦਾ। ਪਰ ਜੇ ਗਲ ਵੀ ਥੱਲੇ ਚਲੇ ਜਾਵੇ, ਵਿਆਕੁਲਤਾ ਹੋ ਜਾਂਦੀ ਹੈ ਨਾ। 1-2 ਮਿੰਟ 'ਚ ਵਿਆਕੁਲਤਾ ਪੈਦਾ ਹੋ ਜੂਗੀ ਤੁਹਾਨੂੰ, 1 ਮਿੰਟ 'ਚ ਵਿਆਕੁਲਤਾ ਪੈਦਾ ਹੋ ਜੂ ਸਾਰੀ। ਹੁਣ ਇਹੋ ਜਿਹੀ ਵਿਆਕੁਲਤਾ ਪੈਦਾ ਹੋ ਜਾਂਦੀ ਹੈ ਸ਼ਬਦ ਵਿਚਾਰ ਤੋਂ ਟੁੱਟੇ ਤੇ। ਇਹ ਅਵਸਥਾ ਜਦ ਹੋ ਜਾਂਦੀ ਹੈ, ਆਖਾਂ ਜੀਵਾਂ ਬਿਸਰੇ ਮਰ ਜਾਊਂ। ਪਰ ਆਖਣ ਔਖਾ ਸੱਚਾ ਨੂੰ ਆਖਣਾ ਔਖਾ ਬਹੁਤ ਹੈ। ਮਰਿਆ ਹੈ ਨਹੀਂ ਕਹਿ ਸਕਦਾ, ਮਰਿਆ ਕਿਵੇਂ ਬੋਲੂਗਾ? ਜਿਉਂਦਾ ਬੋਲੂਗਾ। ਬਿਸਰੇ ਨਾ ਜੀ ਨੂੰ ਇੱਕ ਘੜੀ ਜੇ ਨਾ ਮਿਲਤੇ ਤਾਂ ਕਲਯੁਗ ਹੋਤਾ। ਜਦ ਕਲਯੁਗ ਹੁੰਦਾ ਮੌਤ ਹੈ। ਕਲਪਨਾ ਆ ਗਈ ਨਾ, ਕਲਪਨਾ ਕਾਲ ਹੈ, ਕਾਲ ਆ ਖੜਿਆ। ਬਿਸਰਿਆ ਕਲਪਨਾ ਆ ਖੜੀ, ਕਲਪਨਾ ਕਾਲ ਆ ਖੜਿਆ। ਕਾਲ ਤਾਂ ਡੰਡਾ ਲੈ ਕੇ ਆ ਖੜਿਆ।
ਉਹ ਸਭ ਗੱਲ ਦਾ ਪਤਾ ਲੱਗਦਾ ਹੈ। ਫਿਰ ਹੋ ਜੀ। सो जाप नाम एक को प्रताप आज तास को। सो जाप नाम एक श्रेष्ठ जाप है, श्रेष्ठ जाप। प्रताप आज तास को, ਉਹਦਾ ਹੀ ਪ੍ਰਤਾਪ ਹੈ। ਜੇ ਕਿਸੇ ਦੇ ਚਿਹਰੇ ਤੇ ਪ੍ਰਤਾਪ ਹੈ, ਉਹ ਜਾਪ ਦਾ ਪ੍ਰਤਾਪ ਹੈ। ਇਹ ਨਹੀਂ ਹੈ ਵੀ ਲੋਕ ਜਾਪ ਨਹੀਂ ਕਰਦੇ। ਜੋ ਅਸੀਂ ਦੇਖਦੇ ਹਾਂ, ਸਮਝਦੇ ਹਾਂ ਇਮਾਨਦਾਰੀ ਨਾਲ, ਉਹ ਪ੍ਰਤਾਪ ਹੈ। ਇਮਾਨਦਾਰੀ ਦੀ ਜੋ ਸਿੱਖਿਆ ਲੈ ਰਹੇ ਹਨ, ਗਲਤੀਆਂ ਕਰਕੇ ਵੀ ਸਿੱਖਿਆ ਲੈ ਰਹੇ ਹਨ, ਚੰਗੇ ਆਦਮੀ ਨੂੰ ਦੇਖ ਕੇ ਚੰਗੀ ਸਿੱਖਿਆ ਲੈ ਰਹੇ ਹਨ, ਉਹਦਾ ਹੀ ਪ੍ਰਤਾਪ ਹੈ। ਜੇ ਕਿਸੇ ਉਹਦੀ ਉਹ ਬੰਦਾ ਸਾਡੇ ਕੋਲ, ਉਹਦਾ ਹੀ ਗਿਆਨ ਹੈ ਸਾਡੇ ਕੋਲ। ਪ੍ਰਤਾਪ ਆਜ ਤਾਸ ਕੋ, ਉਹਦਾ ਹੀ ਪ੍ਰਤਾਪ ਹੈ ਸਾਰਿਆਂ ਦੇ ਅੰਦਰ, ਉਹਦੀ ਹੀ ਜੋਤ ਹੈ ਸਾਰਿਆਂ ਦੇ ਅੰਦਰ। ਉਨੀ ਕੇ ਬੁੱਧੀ ਹੈ ਸਾਰਿਆਂ ਦੀ, ਉਨੀ ਕੇ ਬੁੱਧੀ ਹੈ, ਉਹਨਾਂ ਕੇ ਚਾਨਣ ਹੈ ਸਾਰਿਆਂ ਦੇ ਅੰਦਰ। अनेक युद्ध जीत कर बर्यो जने निराश को। अनेक युद्ध जीत के बर्यो जने निराश को। वो प्रताप ने की कीता? अनेक ही औगण जिते ने। युद्ध की जिते ने? औगण जिते ने। युद्ध जीत कर अनेक ही अपने अंदर औगण जित के, युद्ध जित के बरिया क्यों ना? निराशता बल नहीं, कोई आस नहीं। बर्यो जने निराश को। युद्ध जितन वास्ते, आशा वास्ते युद्ध जीती है, उन्हें निराशा वास्ते युद्ध जिते ने। आशा रहत होने वास्ते युद्ध जिते। जदों युद्ध निराश को, बरियो जने निराशता नाल शादी करवाई है। युद्ध जित के बरियो जने निराश को, निराश होया, माया बिच उदासी हो। इन्ने युद्ध जित के, इन्ने जिहड़े युद्ध जिते ने, उपर ਜਿਹੜੇ ਆਏ ਨੇ ਔਗਣ, ਉਹ ਔਗਣਾਂ ਨੂੰ ਜਿੱਤ ਕੇ ਤਾਂ ਕਿਤੇ ਜਾ ਕੇ ਮਾਇਆ ਵਿੱਚ ਉਦਾਸੀ ਹੋਈਦਾ। ਐਵੇਂ ਨਹੀਂ ਹੋ ਜਾਂਦਾ ਮਾਇਆ ਵਿੱਚ ਉਦਾਸੀ। ਕੰਨ ਪਾੜ ਕੇ ਚਲਿਆ ਗਿਆ ਜੰਗਲ ਨੂੰ, ਕਹਿੰਦੇ ਜੰਗਲ ਨੂੰ ਤੂੰ ਚਲਿਆ ਗਿਆ, ਤੂੰ ਕਹਿਣਾ ਮੈਂ ਮਾਇਆ ਛੱਡਤੀ, ਮਾਇਆ ਨੇ ਤੈਨੂੰ ਨਹੀਂ ਛੱਡਿਆ। ਐ ਨਹੀਂ ਛੱਡਦੀ ਹੁੰਦੀ ਮਾਇਆ। ਮਾਇਆ ਐ ਸਾਰੇ ਔਗਣ ਜਿੱਤ ਕੇ ਤਾਂ ਕਿਤੇ ਨਿਰਾਸ਼ਤਾ ਆਉਂਦੀ ਹੈ। ਐਂਡ ਵਿੱਚ ਜਾ ਕੇ ਨਿਰਾਸ਼ਤਾ ਤਾਂ ਆਊ ਜੇ ਜਿੱਤੇਗਾ ਉਹਨਾਂ ਨੂੰ। ਜਿੱਤੇ ਹੀ ਨਹੀਂ ਔਗਣ, ਨਿਰਾਸ਼ਤਾ ਕਿੱਥੋਂ ਆ ਜੂਗੀ? ਗੱਲਾਂ ਨਾਲ ਆ ਜੂਗੀ। ਛਪੈ ਛੰਦ ਅਤੀ ਪ੍ਰਚੰਡ ਬਲਵਾਨ। ਸਿੱਖਿਆ ਆ ਅਸਲ 'ਚ ਸਿੱਖਿਆ, ਗੁਰਬਾਣੀ ਦੀ ਸਿੱਖਿਆ ਇਹ ਹੈ। ਜਿਵੇਂ ਪੜ੍ਹਾਈ ਕਰਾਈ ਦੀ ਹੈ ਨਾ, ਇਹ ਪੜ੍ਹਾਈ ਹੈ। ਉਹ ਗੁਰਬਾਣੀ ਪੜ੍ਹਾਈ ਨਹੀਂ ਹੈ। ਉਹ ਤਾਂ ਉਹਨਾਂ ਦੇ ਨਾਲ ਗੱਲ ਚਰਚਾ ਕੀਤੀ ਹੋਈ ਹੈ ਜਿਹੜੇ ਦੂਏ ਧਰਮ ਵਾਲੇ ਨੇ। ਉਹਨਾਂ ਨੇ ਕਿੱਥੋਂ ਕਿੱਥੋਂ ਬਾਟ ਪਾੜੀ ਹੋਈ ਹੈ, ਉਹਨਾਂ ਨੂੰ ਰੋਕਿਆ ਹੋਇਆ। ਉੱਥੇ ਪੜ੍ਹਾਈ ਆ ਹੈ। ABC ਤੋਂ ਪੜ੍ਹਾਈ ਸ਼ੁਰੂ ਹੁੰਦੀ ਹੈ। ਇਹ ਜੇ ਕਿਸੇ ਨੇ ਪੜ੍ਹਨਾ ਹੈ, ਪੜ੍ਹਾਈ ਪੜ੍ਹ ਕੇ ਇਸ ਤਰੀਕੇ ਨਾਲ ਔਗਣਾਂ ਨੂੰ ਜਿੱਤ ਕੇ ਗਾਂ ਵੱਜੋ। ਇਹ ਪੜ੍ਹਾਈ ਹੈ, ਬੇਸਿਕ ਧਰਮ ਇਹ ਹੈ। ਇਹ ਧਰਮ ਦੀ ਬੇਸਿਕ ਪੜ੍ਹਾਈ ਹੈ। ਉਹ ਪੜ੍ਹਾਈ ਨਹੀਂ ਹੈ ਧਰਮ ਦੀ, ਉਹ ਗੱਲ ਹੋਰ ਹੈ ਆਦਿ। ਉਹ ਤਾਂ ਪੱਲੇ ਕੀ ਪਿਆ ਕਿਸੇ ਦੇ? ਦੱਸਣ ਕੀ ਪੱਲੇ ਪਿਆ ਕਿਸੇ ਦੇ? ਗੋਲਕ ਦਾ ਸਵਾ ਕੀ ਪੱਲੇ ਪਿਆ? ਸ਼ਰਧਾ ਲਾਤੀ, ਸ਼ਰਧਾ ਦੇ ਖਿਲਾਫ ਹੈ ਬਾਣੀ। ਉੱਥੋਂ ਤਾਂ ਰਾਏ ਨਹੀਂ ਮਿਲਦਾ ਕਰਨਾ ਕੀ ਆ। ਆਖਰ ਸਾਰੇ ਪੁੱਛਦੇ ਨੇ ਕਰੀਏ ਕੀ? ਆ ਕਰੋ, ਆ ਹੈ ਕਰਨੇ ਵਾਲੀਆਂ ਚੀਜ਼ਾਂ। ਛਪੈ ਛੰਦ ਅਤੀ ਪ੍ਰਚੰਡ ਬਲਵੰਡ ਨੇਮ ਨਾਮਾ। ਇੱਕ ਅਤੀ ਭੱਟ ਅਤੀ ਪ੍ਰਚੰਡ ਬਲਵੰਡ ਸ਼ਕਤੀਸ਼ਾਲੀ ਹੈ। ਨੇਮ ਨਾਮਾ, ਨੇਮ ਨਾਮਾ, ਨੇਮ ਹੈ ਉਹਦਾ ਨਾਮ। ਨੇਮ ਨਾਮਾ ਇੱਕ ਨੇਮ ਕੇ ਨਖਨ ਵੜਾਇਓ। ਉਹ ਵੀ ਬਹੁਤ ਸ਼ਕਤੀਸ਼ਾਲੀ ਹੈ। ਜੇ ਸਿਰੇ ਲੱਗ ਜਾ ਨਾ ਨੇਮ, ਫਿਰ ਕੀ ਹੈ? ਸਾਥ ਸਾਥ ਸਿਮਰੋ ਗੋਬਿੰਦ ਹੈ। ਫਿਰ ਵਿੱਚ ਜਗ੍ਹਾ ਨਹੀਂ ਹੈ ਲੰਘਣ ਨੂੰ। ਸਾਥ ਸਾਥ ਦੇ ਵਿੱਚ ਜਾਂ ਗੋਬਿੰਦ ਸਿਮਰਦਾ, ਕਾਲ ਦੇ ਰਸਤਾ ਜਾਣ ਨੂੰ ਥਾਂ ਨਹੀਂ ਹੈ। ਇੱਕ ਸਾਹ ਵਿਸਰ ਗਿਆ, ਉੱਥੇ ਦੀ ਕਾਲ ਜਾ ਵੜਦਾ। ਮੱਛਰਦਾਨੀ ਹੁੰਦੀ ਹੈ, ਇੱਕ ਜਗ੍ਹਾ ਤੇ ਟੁੱਟਦਾ ਮੱਛਰ ਉੱਥੇ ਵੜ ਜਾਂਦਾ। ਵੜ ਜਾਂਦਾ ਨਾ, ਇੱਕ ਕੁੰਡਾ ਟੁੱਟ ਜਾ ਮੱਛਰ ਵੜ ਜਾਂਦਾ। ਐਵੇਂ ਕਾਲ ਜਾ ਵੜਦਾ। ਇੱਕ ਸਾਹ ਟੁੱਟ ਜਾ, ਕਾਲ ਜਾ ਵੜਦਾ ਉੱਥੇ ਦੀ। ਜਾਲੀ ਤਾਂ ਪੂਰੀ ਬਣੀ ਹੋਈ ਹੈ
ਕਿਲਾ ਤਾਂ ਬਣਿਆ ਇੱਕ ਸਾਹ ਨਾ ਟੁੱਟੇ, ਇੱਕ ਖਿਣ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾ। ਬਿਰਥਾ ਜਨਮ ਜਣਾ, ਉਹ ਜਨਮ ਪਦਾਰਥ ਵੀ ਬਿਰਥਾ ਹੀ ਚਲਿਆ ਜਾਊ। ਉੱਥੇ ਦੀ ਆਵਣ ਨੇ ਕਾਲ ਨੇ ਜਗ੍ਹਾ ਰਹਿ ਗਈ ਨਾ ਉੱਥੇ ਕਾਲ ਦੀ, ਉੱਥੇ ਹੀ ਵੜ ਸਕਦਾ ਹੈ ਉਦੋਂ ਹੀ। ਪ੍ਰੇਮ ਨਾਮ ਦੂਸਰੋ ਸੂਰ ਵੀਰਾ ਰਣੌਤ ਕਟ। ਦੂਸਰਾ ਕੀ ਹੈ? ਦੂਸਰਾ ਪ੍ਰੇਮ ਹੈ, ਪ੍ਰੇਮ ਹੈ ਦੂਸਰਾ। ਸੂਰ ਵੀਰਾ ਪ੍ਰੇਮ ਹੈ ਦੂਸਰਾ। ਪ੍ਰੇਮ ਪ੍ਰੇਮ ਤਾਂ ਹੈ ਇਹ ਜਿਹੜਾ ਲਗਾਤਾਰ ਹੈ ਨਾ, ਇੱਕ ਖਿਣ ਤੇ ਸਿਮਰਨ ਜੀਵਨ। ਜੇ ਪ੍ਰੇਮ ਵਿੱਚ ਨਾ ਹੋਵੇ ਤਾਂ ਇਹਦਾ ਵੀ ਹੰਕਾਰ ਬਣ ਜਾਊਗਾ, ਇਹਦਾ ਹੰਕਾਰ ਬਣ ਜਾਊਗਾ। ਇਹ ਬਹੁਤ ਜਿੱਥੇ ਨੇਮ ਹੈ, ਨੇਮ ਹੰਕਾਰ 'ਚ ਬਹੁਤ ਛੇਤੀ ਬਦਲਦਾ ਜੇ ਪ੍ਰੇਮ ਨਾ ਹੋਵੇ। ਜਿੱਥੇ ਪ੍ਰੇਮ ਹੈ ਉੱਥੇ ਨੇਮ ਨੇਮ ਨਹੀਂ ਰਹਿੰਦਾ। ਜਿੱਥੇ ਪ੍ਰੇਮ ਹੈ ਉੱਥੇ ਨੇਮ ਨੇਮ ਨਹੀਂ ਰਹਿੰਦਾ, ਪ੍ਰੇਮ ਦੀ ਪ੍ਰਧਾਨਗੀ ਹੋ ਜਾਂਦੀ ਹੈ, ਨੇਮ ਦੀ ਪ੍ਰਧਾਨਗੀ ਨਹੀਂ ਹੁੰਦੀ। ਕਹਿੰਦੇ ਜਿੱਥੇ ਪ੍ਰੇਮ ਉੱਥੇ ਨੇਮ ਨਹੀਂ, ਇਹ ਕਹਿੰਦੇ ਹੁੰਦੇ ਸੀ ਪੁਰਾਣੇ ਸਿੰਘ। 80-80 100-100 ਸਾਲ ਦੇ ਕਹਿੰਦੇ ਜਿੱਥੇ ਪ੍ਰੇਮ ਉੱਥੇ ਨੇਮ ਨਹੀਂ ਹੁੰਦਾ। ਸਮਝ ਨਹੀਂ ਸੀ ਆਉਂਦੀ ਗੱਲ ਕੀ ਕਹਿੰਦੇ ਨੇ। ਉਹਨਾਂ ਨੇ ਵੀ ਸੁਣਿਆ ਹੋਇਆ ਸੀ, ਸੁਣਿਆ ਹੋਇਆ ਉਹਨਾਂ ਨੇ ਵੀ ਸੀ ਗੱਲ ਵੀ ਜਿੱਥੇ ਪ੍ਰੇਮ ਉੱਥੇ ਨੇਮ ਨਹੀਂ ਹੁੰਦਾ। ਛੋਟਾ ਨਿਆਣਾ ਹੋਵੇ ਨਾ, ਜੇ ਛੋਟਾ ਘਰ 'ਚ ਆਪਣੇ ਹੁੰਦੇ ਹੀ ਨੇ ਛੋਟੇ ਨਿਆਣੇ ਘਰਾਂ 'ਚ, ਉਹ ਕਹਿੰਦੇ ਵੀ ਜੇ ਛੋਟਾ ਨਿਆਣਾ 3-4 ਸਾਲ ਦਾ, ਜੇ ਤੁਹਾਡੇ ਨਾਲ ਆ ਕੇ ਬਹਿ ਕੇ ਰੋਟੀ ਖਾਣ ਲੱਗ ਗਿਆ ਨਾ, ਜੇ ਤੁਸੀਂ ਉਹਨੂੰ ਅੰਮ੍ਰਿਤ ਛਕ ਕੇ ਜਾਓਗੇ, ਇਹਨੂੰ ਹਟਾਉਣਾ ਨਹੀਂ। ਤੁਸੀਂ ਇਹ ਨਹੀਂ ਕਹਿਣਾ ਵੀ ਮੇਰਾ ਅੰਮ੍ਰਿਤ ਛਕਿਆ ਹੈ। ਕਿ ਉੱਥੇ ਪ੍ਰੇਮ, ਉੱਥੇ ਨੇਮ ਨਹੀਂ ਹੁੰਦਾ। ਪ੍ਰੇਮ ਨਾਲ ਖਾਂਦਾ ਤੁਹਾਡੇ ਨਾਲ ਰੋਟੀ, ਉਹਦਾ ਪ੍ਰੇਮ ਹੈ ਨਾ। ਪਹਿਲਾਂ ਬੱਚੇ ਦਾ ਪ੍ਰੇਮ ਹੁੰਦਾ ਵੀ ਪ੍ਰੇਮ ਦੇ ਤੋਂ ਨੇਮ ਤੋੜ ਦੇਣਾ ਤੁਸੀਂ। ਇਹ ਵੀ ਮੈਂ ਝੂਠਾ ਖਾਣਾ, ਸਿਆਣੇ ਉਹਦੇ ਬਾਪ ਦਾ ਨਾ ਖਾਇਓ, ਚਾਹੇ ਉਹਦਾ ਖਾ ਲਿਓ, ਉਹ ਝੂਠਾ ਨਹੀਂ ਹੁੰਦਾ ਹੈਗਾ। ਪ੍ਰੇਮ ਹੈ ਜਿੱਥੇ ਨੇਮ ਨਹੀਂ ਹੁੰਦਾ। ਐਂ ਤਾਂ ਫਿਰ ਤੁਹਾਨੂੰ ਨਿਆਣੇ ਦੇ ਅੰਦਰ ਪ੍ਰੇਮ ਹੀ ਨਹੀਂ ਰਹਿਣਾ। ਤੁਸੀਂ ਅੰਮ੍ਰਿਤ ਕਾਹਦਾ ਛਕਿਆ, ਉਹਨੂੰ ਤਾਂ ਤੁਸੀਂ ਕੰਧ ਕਰਤੀ, ਉਹਨੂੰ ਤਾਂ ਠੇਸ ਪਹੁੰਚੂਗੀ। ਜੇ ਤੁਸੀਂ ਉਹਦੇ ਨਾਲ ਖਾਓਗੇ, ਤੁਹਾਡਾ ਰੰਗ ਉਹਦੇ ਤੇ ਚੜ੍ਹ ਜੂਗਾ। ਉਹ ਤੁਹਾਡਾ ਝੂਠਾ ਵੀ ਤਾਂ ਖਾਊਗਾ, ਆਪਣਾ ਝੂਠਾ ਖਿਲਾ ਦਿਓ ਉਹਨੂੰ। ਉਹਦਾ ਨਹੀਂ ਤੁਹਾਡੇ ਤੇ ਅਸਰ ਹੋਣਾ, ਤੁਹਾਡੇ ਵਾਲੇ ਦਾ ਉਹ ਤੇ ਅਸਰ ਹੋ ਜਾਣਾ। ਆਪਾਂ ਕਹਿੰਦੇ ਫਲਾਣੇ ਦਾ ਝੂਠਾ ਖਾਧਾ ਹੋਏਦਾ, ਕਹਿੰਦੇ ਨਹੀਂ ਹੁੰਦੇ। ਉਹ ਤੁਸੀਂ ਆਪਣਾ ਝੂਠਾ ਖਿਲਾਓ, ਦੂਜਿਆਂ ਦੇ ਨਾਲ ਖਾਣ ਨਾ ਦਿਓ। ਉਹਦੇ ਮਾਂ ਬਾਪ ਨਾਲ ਸਮਾਂ, ਹਾਂ ਤੂੰ ਮੇਰੇ ਨਾਲ ਹੀ ਖਾਇਆ ਕਰ, ਤੇ ਤੇਰੇ ਨਾਲ ਖਾਊ, ਤੇਰੇ ਨਾਲ ਨੇੜਤਾ ਵੀ ਜ਼ਿਆਦਾ ਹੋਊ, ਗੱਲ ਵੀ ਤੇਰੀ ਉਹ ਮੰਨੂ। ਐਂ ਕਹਿੰਦੇ ਪੱਟੀ ਦੇ ਹੁੰਦੇ ਨੇ ਘਰ, ਐਂ ਪੱਟੀ ਦੇ ਨੇ ਸੱਚ ਵਾਸਤੇ। ਉਹਨਾਂ ਦੇ ਭਾਵੇਂ ਦਾ ਪੱਟਿਆ ਹੀ ਗਿਆ, ਉਹ ਬੁੱਢੇ ਭਾਵੇਂ ਦਾ ਪੱਟਿਆ ਹੀ ਗਿਆ। ਉਹਨਾਂ ਕਹਿੰਦਾ ਸਾਡਾ ਤਾਂ ਮੁੰਡਾ ਵੀ ਪੱਟ ਲਿਆ ਨੇ। ਆਪ ਤਾਂ ਗਏ ਸੀਗਾ ਵੀ ਸਾਡਾ ਮੁੰਡਾ ਵੀ ਪੱਟ ਲਿਆ। ਇਹ ਹੁੰਦਾ ਪ੍ਰੇਮ ਜਿਹੜਾ ਹੁੰਦਾ ਨਾ, ਉੱਥੇ ਨੇਮ ਨਹੀਂ ਹੁੰਦਾ। ਨੇਮ ਪਹਿਲੋਂ ਆਇਆ, ਪ੍ਰੇਮ ਦੂਜੀ ਜਗ੍ਹਾ। ਦੂਸਰੋ ਪ੍ਰੇਮ ਨਾਮ ਦੂਸਰੋ ਸੂਰ ਵੀਰਾ। ਇਹ ਬਹੁਤ ਜਿਹੜੀਆਂ ਗੱਲਾਂ ਨੇ ਨਾ, ਬਹੁਤ ਪੇਚੀਦਾ ਗੱਲਾਂ ਨੇ। ਹਾਂ, ਔਰ ਇਹਨਾਂ ਦੀ ਵੈਲਿਊ ਵੀ ਹੈ ਮਾਰਕੀਟ ਦੇ ਵਿੱਚ। ਇਹ ਜਿਹੜੇ ਦੁਰਪਰੇ ਨਿਆਣਿਆਂ ਨੂੰ ਕਰਨ ਲੱਗ ਜਾਂਦੇ ਨੇ, ਬੇਵਕੂਫ ਨੇ, ਉਹ ਮੂਰਖ ਨੇ। ਇਹੋ ਜਿਹੀ ਗੱਲ ਨਹੀਂ ਹੈਗੀ। ਉਹ ਜਿਹੜਾ ਝੂਠਾ ਝਾਠੇ ਦੀ ਗੱਲ ਸੀ, ਉਹ ਵੀ ਮਾਮੂਲੀ ਜਿਹੀ ਗੱਲ ਹੈ, ਕੁਛ ਨਹੀਂ ਹੈਗੀ। ਆਪਸ ਵਿੱਚ ਹੀ ਸਾਰਿਆਂ ਨੂੰ ਖਿਲਾਤਾ ਸੀ ਇਕੱਠਾ, ਜਿਹੜੇ ਅੰਮ੍ਰਿਤ ਛਕਦੇ ਨੇ। ਉਹ ਐ ਜਿਹੜੇ ਸੀ ਦੂਏ ਨਾ, ਧੀਰ ਮਲੀਏ ਰਾਮ ਰਹੀਏ, ਇਹਨਾਂ ਕਰਕੇ ਕੀਤਾ ਸੀਗਾ। ਇਹ ਰਾਮ ਰਹੀਏ ਧੀਰ ਮਲੀਏ ਸੀ ਨਾ, ਵੀ ਉਹਨਾਂ ਤੋਂ ਵੱਖਰੇ ਰਹਿਣਾ ਤੁਸੀਂ, ਵੀ ਉਹਨਾਂ ਨਾਲ ਮਿਕਸ ਨਹੀਂ ਹੋਣਾ ਹੈਗਾ। ਉਹ ਵੀ ਘਰ ਗਵਾਂਢ 'ਚ ਹੁੰਦੇ ਸੀ ਨਾ। ਇੱਕ ਦੂਆ ਭਾਈ, ਦੂਏ ਵਾਲਾ ਹੁਣ ਨਹੀਂ ਹੈਗੇ। ਕੋਈ ਰਾਧਾ ਸਵਾਮੀ ਹੈ, ਘਰ 'ਚ ਦੂਏ ਹੈ ਨਹੀਂ। ਕੋਈ ਕਿਸੇ ਨੇ ਜੁੜਿਆ, ਕੋਈ ਕਿਸੇ ਨੇ ਜੁੜਿਆ। ਹਾਂ ਪ੍ਰੇਮ ਨਾਮ ਦੂਸਰੋ। ਇੱਕ ਅਕਾਲੀ ਹੈ ਭਾਈ, ਦੂਆ ਕਾਂਗਰਸੀ ਹੈ। ਦੋ ਨਹੀਂ ਹੁੰਦੇ। ਪ੍ਰੇਮ ਨਾਮ ਦੂਸਰੋ ਸੂਰ ਵੀਰਾ ਰਣੌਤ ਘਟ।
ਰਣੌਤ ਘੱਟ ਸੂਰਵੀਰ ਹੈ ਉਹ। ਬੜੇ ਬੜੇ ਜਿਹੜੇ ਜੰਗ ਨੇ, ਜੰਗਾਂ ਦੇ ਜੇਤੂ ਨੇ, ਉਹ ਸਾਰਿਆਂ ਨੂੰ ਕੱਟਣ ਵਾਲਾ। ਉਹ ਜਿਹੜੇ ਆਏ ਸਾਰੇ ਨੇ ਨਾ ਭਰਮ, ਜਿਹੜੇ ਭਰਮ ਗਿਆਨੀ ਨੇ, ਉਹ ਭਰਮ ਕੱਟਦਾ ਉਹ ਪ੍ਰੇਮ। ਇਹ ਜਿਹੜਾ ਦੂਏ ਨਾਲ ਨਹੀਂ ਖਾਣਾ, ਨੇਮ ਵੀ ਭਰਮੇ ਹੈ। ਨੇਮ ਕੀ ਹੈ? ਨੇਮ ਭਰਮੇ ਨੇ। ਇਹ ਪ੍ਰੇਮ ਨੇਮਾਂ ਨੂੰ ਕੱਟ ਦਿੰਦਾ ਹੈ। ਜਿਹੜੇ ਉਹ ਨੇਮ ਬਣਾਏ ਹੋਏ ਨੇ ਨਾ ਸਾਰੇ, ਕਰਮ ਧਰਮ ਪਾਖੰਡ ਜਦੀਸੈਂ, ਉਹਨੂੰ ਪਖੰਡ ਗਿਆ ਇੱਕ ਤਾਂ ਨੇਮ ਮੰਨਿਆ ਹੋਇਆ ਸਾਡੇ। ਪ੍ਰੇਮ ਕੱਟ ਦਿੰਦਾ ਸਾਰਿਆਂ ਨੂੰ। ਪ੍ਰੇਮ ਮੂਹਰੇ ਕੋਈ ਨਹੀਂ ਖੜਦਾ ਹੈ। ਪ੍ਰੇਮ ਮੂਹਰੇ ਕੁਛ ਨਹੀਂ ਖੜਦਾ। ਇੱਥੇ ਪ੍ਰੇਮ ਹੈ ਨਾ, ਉੱਥੇ ਨੇਮ ਕੋਈ ਨਹੀਂ ਹੈ। ਬਸ ਜਿਹਨੂੰ ਪ੍ਰੇਮ ਕੀਆ ਤੇ ਨਹੀਂ ਪ੍ਰਭ ਪਾਇਆ। ਬਸ ਰਾਮ ਨੂੰ ਨਹੀਂ, ਉਹ ਵਿਚਾਲੇ ਨਹੀਂ ਫਿਰ ਕੋਈ ਆ ਸਕਦਾ। ਨੇਮ ਨਹੀਂ ਕੱਟ ਸਕਦਾ ਉਹਨੂੰ। ਸੰਜਮ ਏਕ ਬਲਿਸ਼ਟ ਧੀਰ। ਜਿਵੇਂ ਹੁਣ ਇੱਕ ਨੇਮ ਹੈ ਸਾਡਾ ਵੀ ਉੱਠਣਾ, ਅਸੀਂ ਬਈ 2 ਵਜੇ 4 ਵਜੇ ਕੋਈ ਉੱਠਦਾ, ਕੋਈ 5 ਵਜੇ ਉੱਠਦਾ, ਵੀ ਉੱਠਦਾ ਇਸ਼ਨਾਨ ਕਰਨਾ, ਅਸੀਂ ਜੀ ਉਹ ਪੰਜਵਾੜੀਆਂ ਦਾ ਪਾਠ ਕਰਨਾ। ਨੇਮ ਹੈ ਨਾ ਬਣਾਇਆ ਹੋਇਆ। ਪਰ ਜਦ ਇਦੋਂ ਅਗਲੀ ਅਵਸਥਾ ਨਹੀਂ ਕਰਦੇ। ਕੋਈ ਬਿਮਾਰ ਹੋ ਗਿਆ, ਜ਼ਰੂਰੀ ਥੋੜ੍ਹੀ ਹੈ ਵੀ ਤੁਸੀਂ ਨਹਾਉਣਾ। ਉਹ ਭਾਈ ਟਾਈਫਾਈਡ ਹੋ ਜਾਊਗਾ ਜੇ ਬਿਮਾਰ ਨਾ ਲਿਆ। ਇਹ ਇਹੋ ਜਿਹਾ ਬੇਵਕੂਫੀ ਵਾਲੇ ਨੇਮ ਨਹੀਂ ਹੁੰਦੇ। ਡਾਕਟਰ ਆ ਕੇ ਪ੍ਰੇਮ ਨਾਲ ਤੁਹਾਨੂੰ ਦੱਸਦਾ ਹੈ ਵੀ ਤੁਸੀਂ ਹੋਰ ਬਿਮਾਰ ਹੋ ਜਾਓਗੇ, ਇਹ ਕੰਮ ਨਾ ਕਰਿਓ। ਡਾਕਟਰ ਨੂੰ ਹਮਦਰਦੀ ਹੈ ਨਾ ਤੁਹਾਡੇ ਨਾਲ, ਤਾਂ ਦੱਸਦਾ। ਉਹਦੀ ਪ੍ਰੇਮ ਨਾਲ ਦੀ ਗੱਲ ਬਣਨੀ ਚਾਹੀਦੀ ਹੈ। ਉੱਥੇ ਨੇਮ ਕੱਟਿਆ, ਉੱਥੇ ਨੇਮ ਨੂੰ ਕੱਢ ਦਿਓ, ਉਹਨੂੰ ਛੱਡ ਦਿਓ, ਉਹਦਾ ਕੋਈ ਨਹੀਂ ਫਰਕ ਪੈਣਾ। ਮਜਬੂਰੀ ਹੈ ਉੱਥੇ। ਅੱਗੇ ਰੋਜ਼ ਨਾ ਉੱਡਣਾ, ਤੁਹਾਨੂੰ ਕੀ ਮਿਲ ਗਿਆ? ਜੇ ਅੱਜ ਭਲਾ ਜਿਹੜਾ ਘਾਟਾ ਪੈ ਜਾਊਗਾ, ਅੱਜ ਜਿਹੜਾ ਘਾਟਾ ਪੈ ਜੂ, ਪਹਿਲੇ ਜਿਹੜੇ ਨੇ ਉਹ ਕੀ ਮਿਲਿਆ? ਪਹਿਲਾਂ ਨਾ ਉੱਡਣਾ, ਨਾ ਪਹਿਲਾਂ ਕੁਛ ਮਿਲਿਆ, ਨਾ ਅੱਜ ਘਾਟਾ ਪੈਣਾ। ਬਸ ਇਹ ਰੂਟੀਨ ਜਿਵੇਂ ਨੇਮ ਸੀ, ਫਜ਼ੂਲ ਜੀ ਗੱਲ ਹੈ, ਬਹੁਤੀ ਨਹੀਂ। ਤਾਂ ਕਿਹਾ ਕੇਵਲ ਕਰਮ ਭਰਮ ਸੇ ਚੀਨੋ। ਨਾਮ ਜਪਣ ਦੇ ਉਹ ਇਸ਼ਨਾਨਤਾ ਜ਼ਿਆਦਾ ਹੈ। ਕੋਈ ਬਾਣੀ ਪੜ੍ਹ ਲੈਂਦਾ, ਕਈ ਆਦਮੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦੇ ਨੇ, ਨਹਾਉਂਦੇ ਕਰ ਲੈਂਦੇ ਨੇ, ਵਿੱਚ ਹੋਰ ਵੀ ਕਰ ਲੈਂਦੇ ਨੇ। ਜੇ ਕਿਸ਼ਾਰਾ ਧੋਣ ਲੱਗ ਗਏ ਵੀ ਸ਼ਬਦ ਹਜ਼ਾਰੇ ਵੀ ਪੜ੍ਹ ਲਏ, ਜਿੰਨਾ ਪੜ੍ਹਿਆ ਗਿਆ। ਜਿੰਨਾ ਚਿਰ ਪਾਲਾ ਜਿਹਾ ਲੱਗਦਾ ਉਹ ਸੀਗੇ ਸਿਰ ਹੋ ਜਾਂਦਾ, ਉਹਨਾਂ ਚਿਰ ਵਿਹਲਾ ਹੁੰਦਾ। ਫਿਰ ਤਾਂ ਨਹਾਉਣ ਦਾ ਵੀ ਕੋਈ ਫਾਇਦਾ। ਜੇ ਗੱਲਾਂ ਬਿਜਨਸ ਦੀਆਂ ਕਰਦੀਆਂ ਨੇ, ਫਿਰ ਇਸ਼ਨਾਨ ਨਹੀਂ ਹੈ, ਫਿਰ ਪਿੰਡਾ ਧੋਣਾ। ਆਹ ਬਣਾਇਆ ਅਸੀਂ ਗੱਲਾਂ। ਸਫਾਈ ਵੀ ਚਲੋ ਸਰੀਰ ਦੀ ਜ਼ਰੂਰੀ ਹੈ, ਚੁਸਤ ਹੋ ਜਾਂਦਾ ਸਰੀਰ। ਪਸੀਨਾ ਆਉਂਦਾ, ਗਰਮੀਆਂ ਦਾ ਮਹੀਨਾ ਹੁੰਦਾ, ਉਹ ਵੀ ਲੋੜ ਹੈ, ਜ਼ਰੂਰੀ ਹੈ। ਹਾਂਜੀ। ਸੰਜਮ ਏਕ ਬਲਿਸ਼ਟ ਧੀਰ ਨਾਮਾ ਚਤੁਰਥ ਗਣ। ਚੌਥਾ ਕੀ ਹੈ? ਸੰਜਮ ਹੈ। ਸੰਜਮ ਉਹੀ ਹੈ ਨਾ, ਸੰਜਮ। ਕੀੜੀ ਵਾਂਗੂ ਚੱਲਦੇ ਰਹਿਣਾ ਥੋੜਾ ਥੋੜਾ, ਯਾਨੀ ਬੰਦ ਨਹੀਂ ਕਰਨਾ ਤੁਸੀਂ, ਬ੍ਰੇਕ ਨਹੀਂ ਲਾਉਣੀ। ਉਹ ਫਿਰ ਉੱਥੋਂ ਟੁੱਟ ਜਾਂਦੀ ਹੈ। ਜੇ ਸਰਵਿਸ ਬ੍ਰੇਕ ਹੋ ਜਾਏ, ਪਿਛਲੀ ਨਹੀਂ ਨਾ ਗਿਣੀ ਜਾਂਦੀ। ਫਿਰ ਸਰਵਿਸ 'ਚ ਬ੍ਰੇਕ ਆ ਜਾਏ, ਪਿਛਲੀ ਨਹੀਂ ਗਿਣੀ ਜਾਂਦੀ। ਚਾਹੇ ਇੱਕ ਦਿਨ ਦੀ ਬ੍ਰੇਕ ਆ ਜਾਏ, ਫਿਰ ਉਹ ਪਿਛਲੀ ਨਹੀਂ ਗਿਣੀ ਜਾਂਦੀ, ਨਵੇਂ ਸਿਰੇ ਫਿਰ ਸ਼ੁਰੂ ਹੋ ਜਾਂਦੀ। ਪੈਨਸ਼ਨ ਉਸੇ ਹਿਸਾਬ ਨਾਲ ਲੱਗਦੀ ਹੈ। ਫਿਰ ਇਸ ਕਰਕੇ ਬ੍ਰੇਕ ਨਹੀਂ ਹੋਣ ਦੇਣੀ ਚਾਹੀਦੀ। ਸੰਜਮ ਲਗਾਤਾਰ ਕਰਨਾ, ਚਾਹੇ ਥੋੜਾ ਹੋਵੇ, ਕੰਟੀਨਿਊਸ ਰੱਖਣਾ। ਸੰਜਮ ਥੋੜਾ ਥੋੜਾ ਕਰਕੇ, ਕਾਲਾ ਵੀ ਨਹੀਂ ਕਰਨਾ, ਬੇਸਬਰਾ ਵੀ ਨਹੀਂ ਹੋਣਾ। ਸੰਤੋਖ ਦੇ ਵਿੱਚ ਰਹਿ ਕੇ ਹੀ ਸੰਜਮ ਹੈ। ਸੰਤੋਖ ਨਾ ਟੁੱਟ ਜਾਵੇ, ਸੰਜਮ ਇਸੇ ਦਾ ਨਾਮ ਹੈ। ਕੰਮ ਵੀ ਕਰਦਾ ਸਾਰਾ ਦਿਨ, ਪਰ ਟੁੱਟ ਕੇ ਵੀ ਨਹੀਂ ਮਰਦਾ। ਕੰਮ ਵੀ ਕਰਨਾ, ਟੁੱਟ ਕੇ ਵੀ ਨਹੀਂ ਮਰਨਾ। ਬਸ ਪ੍ਰਾਣਯਾਮ ਪੰਚਵੋਂ ਧਿਆਨ ਨਾਮਾ ਖਸ਼ਟਮ ਭਣ। ਪੰਜਵਾਂ ਗਿਆ ਪ੍ਰਾਣਾਯਾਮ ਪੰਜਵਾਂ। ਖਸ਼ਟਮਾ ਕੀ ਹੈ? 6ਵਾਂ ਕੀ ਹੈ?
ਧਿਆਨ ਨਾਮਾ ਖੜ ਧਿਆਨ ਨਾਮ ਹੈ। ਸੁਰਤ ਨੂੰ ਅੰਦਰ ਟਿਕਾ ਕੇ ਰੱਖਣਾ, ਇਹ ਪ੍ਰਾਣਾਯਾਮ ਹੈ ਸਾਡਾ। ਉਹ ਕਹਿੰਦੇ ਨੇ ਹਵਾ ਨੂੰ ਭਰ ਕੇ ਅੰਦਰ ਟਿਕਾ ਕੇ ਰੱਖਣਾ ਪ੍ਰਾਣਾਯਾਮ ਹੈ। ਬਸ ਹਵਾ ਭਰ ਲੈਣੀ ਹੈ, ਸਾਹ ਖਿੱਚ ਲੈਣਾ, ਸਾਹ ਨੂੰ ਟਿਕਾ ਕੇ ਰੱਖਣਾ ਅੰਦਰ, ਇਹ ਪ੍ਰਾਣਾਯਾਮ ਸਾਡਾ। ਕਿ ਧਿਆਨ ਨੂੰ ਅੰਦਰ ਖਿੱਚ ਕੇ ਅੰਦਰ ਹੀ ਟਿਕਾ ਕੇ ਰੱਖਣਾ, ਕਿੰਨਾ ਚਿਰ ਅਸੀਂ ਰੱਖ ਸਕਦੇ ਹਾਂ? ਕਦੋਂ ਧਿਆਨ ਬਾਹਰ ਆਉਂਦਾ ਫੇਰ ਲੈ ਜਾਣਾ। ਇਹੀ ਸੰਜਮ ਸੀ ਜਿਹੜਾ ਉਹ ਕਹਿ ਰਹੇ ਆਪਾਂ। ਸ਼ਬਦ ਵਿਚਾਰ ਨਾਲੇ ਸੰਬੰਧ ਹੈ ਸੰਜਮ ਦਾ, ਕਿਉਂਕਿ ਵਿਚਾਰ ਅੰਦਰ ਹੋਊਗੀ, ਬਾਹਰ ਤਾਂ ਹੋਣੀ ਨਹੀਂ। ਸ਼ਬਦ ਵਿਚਾਰ ਇੱਕ ਚਰਨ ਅੰਦਰ ਰਹਿ ਸਕਦੇ, ਬਾਹਰ ਰਹਿ ਸਕਦੇ ਹਾਂ ਅਸੀਂ। ਦੇਖੋ ਇੱਕ ਚਰਨ ਦੀ ਦ੍ਰਿਸ਼ਟੀ ਸਾਡੀ ਬਾਹਰ ਰਹਿ ਸਕਦੀ ਹੈ, ਤਿੰਨ ਚਰਨ ਜੇ ਹਿਰਦੇ 'ਚ ਹੋਵੇ ਦ੍ਰਿਸ਼ਟੀ, ਸ਼ਬਦ ਵਿਚਾਰ ਹੋ ਸਕਦੀ ਹੈ। ਫਿਰ ਉਹ ਦ੍ਰਿਸ਼ਟੀ ਨੂੰ ਬਾਹਰ ਮੁਖੀ ਨਹੀਂ ਮੰਨ ਸਕਦੇ ਅਸੀਂ। ਜੋਤਿਸ਼ ਵਾਲੇ ਗੱਲ ਜਾਣਦੇ ਨੇ। ਜੇ ਤਿੰਨ ਹਿੱਸੇ ਸਾਡਾ ਧਿਆਨ ਬਾਹਰ ਹੋਵੇ, ਇੱਕ ਹਿੱਸਾ ਅੰਦਰ ਹੋਵੇ, ਇੱਕ ਹਿੱਸਾ ਅੰਦਰ ਰਹਿੰਦਾ ਹੀ ਨਹੀਂ ਹੁੰਦਾ। ਉਹਦਾ ਝਾਤ ਮਾਰ ਕੇ ਹੀ ਮੁੜਿਆ ਹੁੰਦਾ ਪਿੱਛੇ। ਜਿੱਥੇ ਆਪਾਂ ਕਹਿੰਦੇ ਵੀ ਇਹਨੂੰ ਆਧਾਰ ਦਈਏ ਕਿ ਨਾ ਦਈਏ, ਉਹ ਇੱਕ ਹਿੱਸਾ ਹੀ ਹੁੰਦਾ ਅੰਦਰ, 8ਵਾਂ ਹਿੱਸਾ ਹੀ ਮਾਰਦੇ ਆ ਝਾਤ। ਪਰ ਤਿੰਨ ਹਿੱਸੇ ਅੰਦਰ ਹੀ ਰਹਿਣਾ ਚਾਹੀਦਾ, ਇੱਕ ਹਿੱਸਾ ਬਾਹਰ ਰਹਿਣਾ ਚਾਹੀਦਾ। ਬਹੁਤ ਘੱਟ ਗਲਤੀਆਂ ਹੋਣਗੀਆਂ ਫਿਰ। ਬਸ ਜਦ ਤੁਸੀਂ ਕੰਮ ਕਰਦੇ ਹੋ ਮਾਇਆ ਦੇ ਵਿੱਚ, ਇੱਕ ਹਿੱਸਾ ਧਿਆਨ ਬਾਹਰ ਰਹੇ, ਤਿੰਨ ਹਿੱਸੇ ਅੰਦਰ, ਫਿਰ ਗਲਤੀ ਬਹੁਤ ਘੱਟ ਹੋਊਗੀ। ਵੱਧ ਤੋਂ ਵੱਧ ਇੱਕ ਹਿੱਸਾ ਬਾਹਰ ਰਹੇ। ਜੇ ਬਾਹਰ ਕੋਈ ਕੰਮ ਨਹੀਂ ਹੋ, ਫਿਰ ਚੌਥਾ ਆਪੇ ਚਲੇ ਜਾਂਦਾ ਅੰਦਰ, ਚੌਥਾ ਆਪੇ ਚਲੇ ਜਾਂਦਾ ਅੰਦਰ। ਉਹਦਾ ਜਿਵੇਂ ਉਹ ਕਹਿੰਦੇ ਨਾ ਅਸੀਂ, ਉਹ ਸਪਰਿੰਗ ਵਾਲਾ ਫੀਤਾ, ਉਹ ਜਦ ਦੱਬਦੇ ਹੋ ਆਪੇ ਅੰਦਰ ਚਲੇ ਜਾਂਦਾ। ਜਿੰਨਾ ਕੁ ਨਾਪੀ ਦਾ ਉਹਨਾਂ ਖਿੱਚੀਦਾ। ਬਸ ਜਿੰਨੀ ਕੁ ਲੋੜ ਹੈ ਧਿਆਨ ਦੀ, ਲੋੜ ਤੋਂ ਵੱਧ ਬਾਹਰ ਨਾ ਲੈ ਕੇ ਜਾਓ। ਕਦੇ ਵੱਧ ਵੀ ਲੋੜ ਪੈ ਸਕਦੀ ਹੈ ਚੌਥੇ ਹਿੱਸੇ ਤੋਂ, ਤਾਂ ਉਹ ਜਿੰਨਾ ਚਿਰ ਲੋੜ ਆ ਉਹਨਾਂ ਚਿਰ ਰੱਖ ਕੇ ਜਦੋਂ ਵਾਪਸ ਕਰੋ। ਇਹ ਤਰੀਕਾ ਧਿਆਨ ਤੇ ਬਿਨਾਂ ਕੁਛ ਵੀ ਨਹੀਂ ਜਾਣਿਆ ਜਾਣਾ। ਤੁਹਾਨੂੰ ਮੈਂ ਧਿਆਨ ਮੈਂ ਜਾਣਿਆ, ਸਾਰਾ ਗਿਆਨ ਧਿਆਨ ਚੋਂ ਮਿਲਣਾ। ਆ ਜਿਹੜਾ ਗਿਆਨ ਹੈ ਸਾਰਾ ਅੰਦਰੋਂ ਜਾਂ ਪੈਦਾ ਹੋਣਾ, ਅੰਦਰੋਂ ਗਿਆਨ ਧਿਆਨ ਚੋਂ ਪੈਦਾ ਹੋਣਾ। ਜਿੰਨਾ ਧਿਆਨ ਅੰਦਰ ਜ਼ਿਆਦਾ ਟਿਕੂ, ਅੰਦਰੋਂ ਗਿਆਨ ਆਪੇ ਹੀ ਪੈਦਾ ਹੋਊਗਾ। ਗਿਆਨ ਪ੍ਰਚੰਡ ਅੰਦਰ ਹੀ ਹੈ। ਮਨ ਦੇ ਨਾਲ ਟਿਕੇ ਤੇ, ਚਿੱਤ ਦੇ ਨਾਲ ਟਿਕੇ ਤੇ, ਉਹਦੀ ਜਿਵੇਂ ਲੱਕੜ ਇੱਕ ਜਲਦੀ ਹੈ, ਇੱਕ ਲੱਕੜ ਨਹੀਂ ਜਲਦੀ। ਜੇ ਜਲਦੀ ਲੱਕੜ ਦੇ ਨਾਲ ਦੂਈ ਲੱਕੜ ਆਪਾਂ ਲਾ ਕੇ ਰੱਖੀਏ ਤਾਂ ਇਹ ਵੀ ਜਲਣ ਲੱਗ ਜੂਗੀ। ਜੇ ਐਂ ਲਾਈਏ ਬਾਹਰ ਲੈ ਜਾਈਏ, ਐਂ ਲਾਈਏ, ਸਾਰੀ ਉਮਰ ਕਰਦਾ ਰਿਹਾ, ਕਦੇ ਨਹੀਂ ਜਲਦੀ ਹੈ। ਜੇ ਨੇੜੇ ਲਾਤੀ ਫਿਰ ਜਦ ਬਾਹਰ ਲੈ ਗਏ, ਨੇੜੇ ਲਾਤੀ ਫਿਰ ਬਾਹਰ ਲੈ ਗਏ, ਤਾਂ ਸਾਰੀ ਉਮਰ ਨਹੀਂ ਇਹਨੂੰ ਅੱਗ ਲੱਗਦੀ। ਬਹੁਤ ਘੱਟ ਇਹਨੂੰ ਐਂ ਕਰਨਾ ਪਵੇ, ਨਾਲੇ ਲਾ ਕੇ ਰੱਖੋ, ਜਲ ਪੂਗੀ ਛੇਤੀ। ਆਪਾਂ ਨੂੰ ਇਹ ਵੀ ਛੇਤੀ ਕਿੰਨਾ ਇਹ 'ਚੋਂ ਅੱਗ ਨਿਕਲਦੀ ਹੈ, ਲੋੜ ਇਸ ਗੱਲ ਦੀ। ਜਿੰਨੀ ਜ਼ਿਆਦਾ ਨਾਲ ਰੱਖਾਂਗੇ ਨਾ ਉਹਨੂੰ ਜੋੜ ਕੇ ਜਲਦੀ ਦੇ ਲੱਕੜ ਦੇ, ਉਹਨਾਂ ਛੇਤੀ ਅੱਗ ਫੜੂਗੀ। ਬਸ ਫਿਰ ਗੁਰ ਗਿਆਨ ਘੱਟ ਬਲਿਆ, ਬੜੇ ਤੇ ਚਾਨਣ ਹੋਣਾ। ਹਾਂ, ਜੋਦਾ ਅਪਾਰ ਅਣਖੰਡ ਅਤੀ ਸਤ ਪ੍ਰਤਾਪ ਤੇ ਮੰਨੀਐ। ਜੋਦਾ ਅਪਾਰ ਜੋਦਾ ਹੈ, ਅਣਖੰਡ ਹੈ, ਕੋਈ ਖੰਡਨ ਨਹੀਂ ਕਰ ਸਕਦਾ ਇਹਨੂੰ, ਇਹਦੇ ਕੋਈ ਟੁਕੜੇ ਨਹੀਂ ਕਰ ਸਕਦਾ। ਅਤੀ ਸਤ ਪ੍ਰਤਾਪ ਤੇ ਮੰਨੀਐ, ਅਤੀ ਸਤ ਪ੍ਰਤਾਪ ਤੇ ਮੰਨੀਐ। ਇਹਦਾ ਪ੍ਰਤਾਪ ਅਤੰਤ ਸਤ ਪ੍ਰਤਾਪ ਹੈ, ਸੱਚ ਦਾ ਪ੍ਰਤਾਪ ਹੈ। ਸੱਤ ਤੇ ਚੱਲਿਆ ਸੀ ਨਾ, ਸਤ ਸੰਤੋਖ ਤੇ, ਸਤ ਸੰਤੋਖ ਤੇ ਚੱਲੇ ਸੀ। ਇਹ ਸਤ ਪ੍ਰਤਾਪ ਹੈ, ਉਹ ਪ੍ਰਤਾਪ ਹੈ ਜਿਹੜਾ ਕਦੇ ਮਿਟਾਇਆ ਹੀ ਨਹੀਂ ਜਾ ਸਕਦਾ, ਹਮੇਸ਼ਾ ਰਹਿਣ ਵਾਲਾ ਪ੍ਰਤਾਪ ਹੈ। ਇਹ ਪ੍ਰਤਾਪ ਹੁਣ ਹਮੇਸ਼ਾ ਰਹਿਣ ਵਾਲਾ ਪ੍ਰਤਾਪ ਹੈ। ਇਹ ਇੰਨਾ ਹੀ ਰਹੂ, ਇਹ ਨਹੀਂ ਘਟਦਾ ਹੁੰਦਾ। ਸੁਰ ਅਸੁਰ ਨਾਗ ਗੰਧਰਵ ਧਰਮ ਨਾਮ ਜਮਨ ਕੋ ਜਾਨੀਐ। ਸੁਰ
असुर ਅਸੁਰ ਰਾਖਸ਼ ਦੇਵਤੇ नाग ਨਾਗ ਸ਼ਿਵ ਜੀ ਦੇ ਚੇਲੇ गंधर्व ਗੰਧਰਵ ਗਾਉਣ ਵਾਲੇ ਜਿਹੜੇ ਨੇ धर्म नाम जबन को जानिए ਧਰਮ ਨਾਮ ਜਪਨ ਕੋ ਜਾਣੀਏ ਇਹਨੂੰ ਧਰਮ ਰਾਜ ਕਹਿੰਦੇ ਨੇ ਇਹੀ ਧਰਮ ਦਾ ਨਾਮ ਇਹੀ ਇਹਦਾ ਹੀ ਰਾਜ ਹੈ ਇਹ ਅਸਲ 'ਚ ਇਹ ਧਰਮ ਰਾਜ ਹੈ ਇਹਦਾ ਹੁਕਮ ਇਸ ਅਵਸਥਾ 'ਚੋਂ ਹੁਕਮ ਪੈਦਾ ਹੁੰਦਾ ਹੈ ਸੱਚਖੰਡ ਦੀ ਅਵਸਥਾ ਹੈ ਇਹ सचखंड दी धर्म नाम जबन को ਹਰ ਕਿਸੇ ਦੀ ਅਵਸਥਾ ਸੱਚਖੰਡ ਵਾਲੇ ਦੀ ਇਹ ਹੈ। ਉਹਨਾਂ ਦਾ ਹੀ ਰਾਜ ਹੈ ਫਿਰ ਇੱਥੇ ਰਾਜ ਹੋਰ ਕਿਹਦਾ ਰਾਜ ਕਿਹਦਾ ਧਰਮ ਰਾਜ ਉਹਨੂੰ ਕਹਿੰਦੇ ਨੇ ਉਹ ਪੂਰਨ ਬ੍ਰਹਮ ਜਿਹੜਾ ਹੁਕਮ ਰੂਪ ਹੈ ਹੁਕਮ ਰੂਪ ਹੋ ਕੇ ਵਰਤ ਰਿਹਾ ਹੈ ਇੱਥੇ ਕੁਦਰਤ ਦੇ ਵਿੱਚ ਹੁਕਮ ਰੂਪ ਹੋ ਕੇ ਜਿਹਦਾ ਕਿ ਹੁਕਮ ਵਰਤ ਰਿਹਾ ਜਿਹਦੀ ਇੱਛਾ ਅਨੁਸਾਰ ਸਭ ਕੁਝ ਹੋ ਰਿਹਾ ਉਹਦੀ ਇੱਛਾ ਕੀ ਹੈ ਹਰ ਧਾਰਮਿਕ ਆਦਮੀ ਦੀ ਇੱਛਾ ਇਹ ਹੁੰਦੀ ਹੈ ਸਾਰੀ ਦੁਨੀਆ ਧਰਮ ਦੇ ਕੰਮ ਕਰੇ ਇਹ ਇੱਛਾ ਵੱਧਦੀ ਹੋ ਚਲੀ ਜਾਂਦੀ ਹੈ ਤੇ ਜਦ ਪੂਰਨ ਬ੍ਰਹਮ ਹੋ ਜਾਂਦਾ ਫਿਰ ਵੀ ਤਾਂ ਇੱਛਾ ਇਹੀ ਹੁੰਦੀ ਹੈ ਵੀ ਦੁਨੀਆ ਧਰਮ ਦੇ ਕੰਮ ਕਰੇ ਗਰਭ ਪ੍ਰਹਾਰੀ ਹੈ ਸੰਤੋ ਵਾਰ ਗਰੀਬਨ ਗਾਰੀ ਹੈ ਤੇ ਫਿਰ ਉਹਦੀ ਫਿਰ ਇੱਛਾ ਕੀ ਹੋਊਗੀ ਇਹ ਇੱਛਾ ਹੋਊਗੀ ਸੱਚਖੰਡ ਦੀ ਇੱਛਾ ਕੀ ਹੈ ਸੰਤੋ ਵਾਰ ਗਰੀਬਨ ਗਾਰ ਹੈ ਜਿਹੜੇ ਪਹਿਲੇ ਕੰਮ ਕਰਦੇ ਨੇ ਸੱਚਖੰਡ ਉਹਨਾਂ ਦੇ ਹੱਕ 'ਚ ਨਹੀਂ ਹੈ ਉਹਨਾਂ ਖਾਤਰ ਜੇਲ੍ਹ ਬਣਾਈ ਹੋਈ ਹੈ ਜੇਲ੍ਹ ਕਿਹਦੇ ਵਾਸਤੇ ਹੈ ਜਿਹਦੇ ਸਰਕਾਰ ਹੱਕ 'ਚ ਨਹੀਂ ਉਹਦੇ ਵਾਸਤੇ ਜੇਲ੍ਹ ਹੈ ਜੇਲ੍ਹ ਦੇ ਵਿੱਚ ਅਫਸਰ ਵੀ ਜਾਂਦੇ ਹੁੰਦੇ ਨੇ ਭੇਜਦੀ ਹੁੰਦੀ ਹੈ ਸਰਕਾਰ ਅਫਸਰ ਵੀ ਹੁੰਦੇ ਨੇ ਇੱਥੇ ਉਹਦੇ ਜਿਹੜੇ ਚੰਗੇ ਕੰਮ ਕਰਦੇ ਨੇ ਸੰਸਾਰ 'ਚ ਉਹ ਅਫਸਰ ਬਣ ਜਾਂਦੇ ਨੇ ਜੇਲ੍ਹ ਦੇ ਚੰਗੇ ਕੰਮ ਕਰਦੇ ਨੇ ਜਿਹੜੇ ਭੈੜੇ ਕੰਮ ਕਰਦੇ ਨੇ ਉਹ ਡਾਕੂਆਂ ਦੇ ਅਫਸਰ ਬਣ ਜਾਂਦੇ ਨੇ ਉਹ ਵੀ ਤਾਂ ਅਫਸਰ ਨੇ ਡਾਕੂ ਵੀ ਤਾਂ ਹੈਗੇ ਨੇ ਭੈੜੇ ਕੰਮ ਕਰਨ ਵਾਲੇ ਭੈੜੇ ਕੰਮ ਕਰਨ ਵਾਲਿਆਂ ਦੇ ਅਫਸਰ ਚੰਗੇ ਕੰਮ ਕਰਨ ਵਾਲੇ ਸਾਰਿਆਂ ਦੇ ਹੀ ਅਫਸਰ ਚੰਗਿਆਂ ਦੇ ਵੀ ਭੈੜਿਆਂ ਦੇ ਵੀ ਉਹ ਦੋਵਾਂ ਦੇ ਹੀ ਅਫਸਰ ਨੇ ਹੁਣ ਗੁਰੂਆਂ ਨੂੰ ਤਾਂ ਜੇਲ੍ਹ ਵਾਲੇ ਵੀ ਮੰਨਦੇ ਨੇ ਜੇਲ੍ਹ ਤੇ ਬਾਹਰ ਵਾਲੇ ਵੀ ਮੰਨਦੇ ਨੇ ਭਗਤਾਂ ਨੂੰ ਗੁਰਬਾਣੀ ਨੂੰ ਤਾਂ ਜਿਹੜਾ ਅਪਰਾਧੀ ਉਹ ਵੀ ਮੰਨਦਾ ਵੀ ਠੀਕ ਹੈ ਉਹ ਦੋਹਾਂ ਦੇ ਹੀ ਅਫਸਰ ਹੁੰਦੇ ਨੇ ਜਿਹੜੇ ਸੱਚ ਬੋਲਣ ਵਾਲੇ ਨੇ ਇਮਾਨਦਾਰ ਨੇ ਉਹਨਾਂ ਨੂੰ ਸਾਰੇ ਚੰਗਾ ਮੰਨਦੇ ਨੇ ਜਿਹੜੇ ਕੂੜ ਕਪਟ ਵਾਲੇ ਨੇ ਠੱਗੀਆਂ ਮਾਰਨ ਵਾਲੇ ਨੇ ਉਹਨਾਂ ਨੂੰ ਉਹਨਾਂ ਦੇ 'ਚ ਉਹੋ ਜਿਹੇ ਬੰਦੇ ਉਹੋ ਜਿਹੇ ਸੁਭਾਅ ਤਾਂ ਭਾਵੇਂ ਚੰਗੇ ਬੰਦੇ ਹੋਣ ਆਮ ਲੋਕ ਨਹੀਂ ਚੰਗੇ ਬੰਦੇ ਉਹਨਾਂ ਨੂੰ सुभाचार जे नाम सबल दूसर अनुमानो ਸੁਭਾਚਾਰ ਜੇ ਨਾਮ सुभाचार जे नाम सबल शुभ दूसर अनु- शुभ शुभाचार है शुभ शुभाचार शुभ आचरण आचरण ਜਿਹੜਾ ਚੰਗਾ ਆਚਰਣ ਸ਼ੁਭ ਆਚਰਣ ਜੇ ਨਾਮ सबल दूसर अनुमानो ਸਬਲ ਦੂਸਰਾ ਅਨੁਮਾਨ ਦੂਸਰਾ ਪੂਰੀ ਬੁੱਧ ਵੀ ਸ਼ਕਤੀ ਦੇਖੋ ਇੱਕ ਤਾਂ ਕੰਮ ਚੰਗੇ ਕਰਦਾ ਇੱਕ ਅਕਲ ਵੀ ਪੂਰੀ ਹੈ ਜੇ ਕੋਈ ਕਿਸੇ ਘੱਟ ਬੁੱਧੀ ਵਾਲੇ ਤੇ ਚੰਗੇ ਕੰਮ ਹੋ ਵੀ ਜਾਣ ਚੰਗਾ ਕੰਮ ਕਰਨਾ ਸੇਵਾ ਹੁੰਦੀ ਹੈ ਮੱਤ ਥੋੜੀ ਸੇਵ ਗਵਾਈ ਹੈ ਥੋੜੀ ਮੱਤ ਵਾਲੇ ਤੇ ਜੇ ਸੇਵਾ ਕਰ ਲਵੇ ਰੱਖ ਨਹੀਂ ਹੁੰਦੀ ਪਰ ਜੇ ਬੁੱਧੀ ਵੀ ਸਬਲ ਹੋਵੇ ਸੇਵਾ ਵੀ ਕਰੇ ਸਬਲ ਦੂਸਰ ਅਨੁਮਾਨ अनुमानो ਇੱਕ ਤਾਂ ਆਚਰਣ ਠੀਕ ਹੋਵੇ ਚੰਗੇ ਕੰਮ ਕਰਦਾ ਹੋਵੇ ਸੇਵਾ ਭਾਵਨਾ ਹੋਵੇ ਕਰਨ ਦੀ ਤੇ ਦੂਸਰੀ ਬੁੱਧੀ ਵੀ ਇਹੋ ਜਿਹੀ ਹੋਵੇ ਉਹਦਾ ਹੰਕਾਰ ਨਾ ਕਰੇ ਕਹਿਣ ਦਾ ਮਤਲਬ ਇਹ ਹੈ ਉਹ ਸੇਵਾ ਭਾਵਨਾ ਦਾ ਕਿਤੇ ਹੰਕਾਰ ਨਾ ਕਰ ਹੋ ਜਵੇ ਉਹਨੂੰ ਰਿਐਕਸ਼ਨ ਨਾ ਹੋ ਜਵੇ विक्रम तीसरो सुभट बुद्ध चतुर्थ जी जानो ਵਿਕਰਮ ਤੀਸਰਾ ਸੁਭਟ ਵਿਕਰਮ ਸ਼ਕਤੀਸ਼ਾਲੀ ਹੈ ਉਹ ਸੂਰਬੀਰ ਹੈ ਉਹ ਡਰਪੋਕ ਨਹੀਂ ਹੈ ਉਹ ਵਿਕਰਮਾਜੀਤ ਇੱਕ ਰਾਜਾ ਹੋਇਆ ਵਿਕਰਮ ਹੈ
ਉਹ ਆਪਣੇ ਕਰਮ ਤੋਂ ਪਿੱਛੇ ਨਹੀਂ ਹਟਦਾ, ਉਹਨੂੰ ਕੋਈ ਪਿੱਛੇ ਡਰਾ ਕੇ ਪਿੱਛੇ ਨਹੀਂ ਹਟਾ ਸਕਦਾ। ਕਰਮ ਤੋਂ ਵਿਕਰਮ ਨਹੀਂ ਹੁੰਦਾ, ਜੋ ਕਰਮ ਕਰਦਾ ਉਹ ਉਹਨੂੰ ਛੱਡਦਾ ਨਹੀਂ ਹੈ, ਉਹ ਤਾਂ ਉਲਟਾ ਨਹੀਂ ਕੰਮ ਕਰਦਾ। ਵਿਕਰਮ ਤੀਸਰੋ ਸੁਭਟ, ਉਸ ਕੰਮ ਤੋਂ ਹਟਦਾ ਨਹੀਂ ਹੈ, ਜਿਹੜਾ ਚੰਗਾ ਕੰਮ ਕਰਦਾ ਉਹ ਤੋਂ ਹਟਦਾ ਨਹੀਂ ਹੈ। ਬੁੱਧ ਚਤੁਰਥ ਜੀ ਜਾਨੋ, ਸੁਭਟ ਹੈ ਜੋਧ ਹੈ, ਇਹ ਨਹੀਂ ਦੇਖਦਾ ਵੀ ਮੇਰੇ ਨਾਲ ਕਿੰਨੇ ਆਦਮੀ ਨੇ ਫੌਜ ਆ ਖੜੀ ਨਹੀਂ ਖੜੀ। ਸੁਭਟ ਉਹ ਹੁੰਦਾ, ਉਹ ਦੂਆ ਨਹੀਂ ਦੇਖਦਾ ਹੁੰਦਾ ਵੀ ਮੇਰੇ ਨਾਲ ਕਿੰਨੇ ਆਦਮੀ ਨੇ ਕਿੰਨੇ ਨਹੀਂ ਹੈਗੇ, ਵੀ ਦੂਏ ਪਾਸੇ ਜ਼ਿਆਦਾ ਨੇ ਸਾਡੇ ਪਾਸੇ ਘੱਟ ਨੇ, ਅਸੀਂ ਕੀ ਲੈਣਾ ਜ਼ਿਆਦਾ ਤੇ। ਹਾਂ, ਬੁੱਧ ਚਤੁਰਥ ਜੀ ਜਾਨੋ, ਚੌਥੀ ਗੱਲ ਉਹਦੇ ਕੋਲ ਬੁੱਧੀ ਹੈ। ਚੌਥੀ ਗੱਲ ਹੈ ਵਿਵੇਕ ਬੁੱਧੀ ਹੈ। ਜੀ ਚ ਜਾਣ ਲਓ ਕਿ ਚੌਥੀ ਬੁੱਧੀ ਹੈ। ਜੇ ਚਾਰੇ ਗੱਲਾਂ ਪੂਰੀਆਂ ਹੋਣ, ਜੇ ਬੁੱਧ ਪੂਰੀ ਹੋਵੇ ਤਾਂ ਉਹਦਾ ਜਿਹੜੀ ਸੇਵਾ ਵੀ ਸਹੀ ਹੋਊਗੀ, ਜਿਹੜੀ ਸੇਵਾ ਹੈ ਨਾ ਉਹ ਵੀ ਠੀਕ ਹੋਊਗੀ। ਉਹ ਵਿਕਰਮ ਜਿਹੜੀ ਮਤਲਬ ਆ ਉਹਦੀ ਮਿਹਨਤ ਹੈ, ਐਂ ਕਹਿ ਲਓ ਵਿਕਰਮ ਜੋ ਵੀ ਹੈ ਉਹ ਵੀ ਠੀਕ ਹੋਊਗੀ। ਉਹ એનર્ਜੀ ਵੈਸੇ ਨਹੀਂ ਵੇਸਟ ਕਰੂਗਾ। ਮੂਰਖ ਨਾਲ ਲੁੱਝੀਏ ਬੜਾ ਖਰੇ ਹੋ ਬੁੱਝੀਏ, ਉਹ ਵਿਚਾਰ ਦੇ ਵਾਲੇ ਪਾਸੇ ਰਹੂਗਾ, ਝਗੜੇ ਵਾਲੇ ਪਾਸੇ ਨਹੀਂ ਜਾਂਦਾ। ਉਹ ਚਰਚਾ ਨੂੰ ਬਹਿਸ ਦਾ ਵਿਸ਼ਾ ਨਹੀਂ ਬਣਾਉਣਾ, ਜਿੱਥੇ ਬਹਿਸ ਦਾ ਵਿਸ਼ਾ ਬਣਨੀ ਉਹ ਰਾਹ ਨਹੀਂ ਪੈਂਦਾ। ਵਿਕਰਮ ਹੁੰਦਾ ਹੈ ਜਿਹੜਾ ਬਹਿਸ ਦਾ ਵਿਸ਼ਾ ਬਣਾ ਲਵੇ ਨਾ ਬਣਾਉਂਦਾ ਹੋਵੇ, ਬਚ ਜਵੇ ਬਹਿਸ ਦਾ ਵਿਸ਼ੇ ਵੱਲ ਜਾਣ ਤੇ, ਉਹ ਵਿਕਰਮ ਹੁੰਦਾ। ਪੁੱਠਾ ਕੰਮ ਨਹੀਂ ਕਰਨਾ ਉਹਨੇ। ਆਹੋ, ਉਹ ਜਿਹੜੇ ਉਹ ਤਾਂ ਦੂਏ ਤਾਂ ਚਾਹੁੰਦੇ ਹੀ ਨੇ ਬਹਿਸ ਦਾ ਵਿਸ਼ਾ ਬਣਾ ਲਓ, ਗਾਹਾਂ ਫੈਲੇ ਨਾ ਗੱਲ, ਲੋਕਾਂ ਦੇ ਵਿੱਚ ਇਹ ਅਲਝੇ ਰਹੇ ਵੀ ਪਤਾ ਨਹੀਂ ਇਹ ਠੀਕ ਹੈ, ਪਤਾ ਨਹੀਂ ਇਹ ਠੀਕ ਹੈ। ਦੇਣਾ ਤਾਂ ਹੋ ਗਿਆ ਨਾ ਵੀ ਕੀ ਠੀਕ ਹੈ, ਉਹ ਬੋਲਦੇ ਰਹਿਣ। ਸਾਰਾ ਪਿਆ ਖਾਲੀ ਮੈਦਾਨ, ਕਿਤਾਬਾਂ ਛਾਪ ਦੇਣ, ਸੀਡੀਆਂ ਕੱਢ ਦੇਣ, ਇੰਟਰਨੈਟ 'ਤੇ ਪਾ ਦੇਣ, ਅਸੀਂ ਕਦ ਕਹਿੰਦੇ ਉਹ ਵੀ ਪਾਈ ਜਾਣ। ਉਹ ਬਾਕੀ ਮਾਰਕੀਟ ਹੈਗੀ ਹੈ, ਦੁਨੀਆ ਹੈਗੀ ਹੈ, ਲੋਕ ਦੇਖਦੇ ਨੇ ਸੁਣਦੇ ਨੇ, ਜਿਹੜਾ ਕਿਸੇ ਨੂੰ ਚੰਗਾ ਲੱਗੂ ਉਹਨੂੰ ਅਪਣਾ ਲੂਗਾ। ਗੁਰੂ ਘਰ ਆਪਣਾ ਪ੍ਰਚਾਰ ਕਰਦਾ ਰਿਹਾ, ਵਿਰੋਧੀ ਆਪਣਾ ਪ੍ਰਚਾਰ ਕਰਦੇ ਰਹੇ ਨੇ। ਸ੍ਰੀ ਚੰਦ ਆਪਣਾ ਬਦਲ ਕੇ ਪ੍ਰਚਾਰ ਕਰਦਾ ਰਿਹਾ, ਦਾਤੂ ਦਾਸੂ ਆਪਣਾ ਪ੍ਰਚਾਰ ਕਰਦੇ ਰਹੇ ਨੇ। ਗੁਰੂ ਘਰ ਦਾ ਆਲਾ ਨਹੀਂ ਸੀ ਕਰਦੇ, ਆਪਣਾ ਕਰਦੇ ਸੀ ਉਹ ਦੂਏ। ਫੇਰ ਉਹ ਗੋਇੰਦਵਾਲ ਤੇ ਫੇਰ ਪ੍ਰਚਾਰ ਗੁਰੂ ਘਰ ਤੋਂ ਉਲਟੇ ਹੁੰਦਾ ਰਿਹਾ, ਰਲਾ ਮਿਲਾ ਕੇ ਜਾਇਜਾ ਹੁਣ ਹੁੰਦਾ ਹੀ ਸੀਗਾ। ਅਨੰਦਪੁਰ ਸਾਹਿਬ ਤੇ ਆਪਣਾ ਹੁੰਦਾ ਰਿਹਾ, ਅੰਮ੍ਰਿਤਸਰ ਤੇ ਆਪਣਾ ਹੁੰਦਾ ਰਿਹਾ। ਉਹ ਗੁਰੂ ਘਰ ਤੋਂ ਵਿਰੋਧੀ ਪ੍ਰਚਾਰ ਸੀ। ਇਸੇ ਕਰਕੇ ਚਾਰਾਂ ਨੂੰ ਕਿਹਾ ਮੀਣੇ ਬਸੰਦ ਰਾਮ ਰਹੀਏ ਧੀਰ ਮਲੀਏ, ਇਹਨਾਂ ਨੂੰ ਮੇਲ ਨਹੀਂ ਰੱਖਣਾ। ਇਹੀ ਸੀ ਇੱਥੇ ਬੈਠੇ ਚਾਰੇ, ਹੋਰ ਕੌਣ ਸੀ? ਇਹਨਾਂ ਦੀ ਗੱਲ ਗੁਰਮਤਿ ਵਾਲੀ ਗੱਲ ਨਹੀਂ ਹੈ, ਸਾਡਾ ਇਹਨਾਂ ਨਾਲ ਕੋਈ ਮੇਲ ਨਹੀਂ ਹੈ। ਉਹ ਤੁਹਾਡੇ ਨੇੜੇ ਨੂੰ ਆਉਣਗੇ ਆਪਣੇ ਵਰਗੇ ਕਰਨ ਵਾਸਤੇ। ਤੁਹਾਡੇ ਝੂਠੇ ਖਾਦੇ ਤਾਂ ਉਹਨਾਂ ਤੇ ਅਸਰ ਨਹੀਂ ਹੋਣਾ, ਉਹਨਾਂ ਦਾ ਖਾਦਾ ਤੁਹਾਡੇ ਤੇ ਅਸਰ ਹੋ ਜੂ। ਹੋ ਗਿਆ ਅਸਰ, ਮੇਲ ਨਹੀਂ ਕਰਨਾ। ਹਾਂ, ਹੋ ਗਿਆ ਅਸਰ ਸਾਰਿਆਂ ਤੇ, ਉਹਨਾਂ ਨਾਲ ਰਲ ਮਿਲ ਕੇ ਸਾਰਿਆਂ ਤੇ ਅਸਰ ਹੋ ਗਿਆ ਉਹਦਾ। ਪੰਚਮ ਅਨੁਰੁਕਤਤਾ, ਛਠਮ ਸਮਾਦ ਅਭੈ ਭਟ। ਪੰਚਮ ਨਿਰੁਕਤਤਾ, ਅਨੁਰੁਕਤਤਾ ਹੈ ਜਿਹੜਾ ਉਕਤੀ ਹੁੰਦੀ ਹੈ ਨਾ, ਉਕਤੀ ਗਲਤੀ ਹੁੰਦੀ ਹੈ। ਉਕਤੀ ਉਕ ਜਾਣਾ, ਕੋਈ ਗਲਤੀ ਨਹੀਂ ਉਹਤੇ ਹੁੰਦੀ, ਉਕਦਾ ਨਹੀਂ ਹੈ ਨਿਰੁਕਤਤਾ। ਕੋਈ ਗੱਲ ਆਪਾਂ ਵਿਰੋਧੀ ਕੋਈ ਗੱਲ ਕਰ ਦੇਣੀ, ਨਿਰੁਕਤਤਾ। ਉਕਤੀ ਹੋ ਜਾਣੀ, ਉਕਤੀ ਗਲਤੀ ਹੋ ਜਾਣੀ। ਛਠਮ ਸਮਾਦ ਅਭੈ ਭਟ, ਛਠਮ ਸਮਾਦ ਬੰਦਾ ਟਿਕ ਜਾਣਾ, ਅਭੈ ਭਟ ਸਮਾਦ ਹੋ ਜਾਣਾ। ਮਨ ਐ ਹੋ ਜਾਵੇ ਜਿਵੇਂ ਸਮਾਧੀ ਬਣੀ ਹੁੰਦੀ ਹੈ ਨਾ, ਮਨ ਹਮੇਸ਼ਾ ਵਾਸਤੇ ਟਿਕ ਜਾਵੇ, ਸਮਾਦ ਹੋ ਜਾਵੇ। ਅਭੈ ਭਟ, ਅਭੈ ਹੋ ਕੇ ਆਪਣੇ ਘਰ ਜਾ ਕੇ ਮਨ ਲੁਕ ਜਾਵੇ, ਉੱਥੇ ਅਭੈ ਪਦ ਦੇ ਵਿੱਚ ਚਲਾ ਜਾਵੇ ਮਨ। ਅਭੈ ਭਟ ਉਦਮ ਅਰ ਉਪਕਾਰ, ਅਮਿਟ ਅਣਜੀਤ ਅਣਾਕਟ। ਉਦਮ ਵੀ ਪੂਰਾ ਹੋਵੇ,
ਉਦਮ ਅਰ ਉਪਕਾਰ ਔਰ ਉਪਕਾਰ ਵੀ ਹੋਵੇ। ਉਦਮ ਉਪਕਾਰ ਵਾਸਤੇ ਹੋਵੇ। ਉਦਮ ਇੱਕ ਹੁੰਦਾ ਅਸੀਂ ਸੁਬਾਹ ਉੱਠਦੇ ਹਾਂ, ਸਬਜ਼ੀ ਮੰਡੀ ਜਾਂਦੇ ਹਾਂ, ਕੋਈ ਕਿਤੇ ਜਾਂਦਾ ਹੈ, ਉਹ ਆਪਣੇ ਵਾਸਤੇ ਕਰਦਾ ਉਦਮ। ਇੱਕ ਉਦਮ ਹੁੰਦਾ ਆਪਣੇ ਵਾਸਤੇ, ਇੱਕ ਉਦਮ ਹੁੰਦਾ ਉਪਕਾਰ ਵਾਸਤੇ। ਉਦਮ ਅਰ ਉਪਕਾਰ। ਉਪਕਾਰ ਵਾਸਤੇ ਉਦਮ ਹੋਰ ਚੀਜ਼ ਹੈ, ਆਪਣੇ ਵਾਸਤੇ ਉਦਮ ਕਰਨਾ ਹੋਰ ਚੀਜ਼ ਹੈ। ਉਦਮ ਉਪਕਾਰ ਵਾਸਤੇ ਜਿਹੜਾ ਉਦਮ ਹੈ ਉਹ ਉਦਮ ਹੋਵੇ। ਅਮਿਟ ਆਪਣੇ ਵਾਸਤੇ ਤਾਂ ਸਾਰੀ ਦੁਨੀਆ ਹੀ ਕਰਦੀ ਹੈ। ਸਾਰੀਆਂ ਦੁਨੀਆ ਰਾਤ ਦੀਆਂ ਸ਼ਿਫਟਾਂ ਲਾਉਂਦੇ ਨੇ, ਆਪਣੀ ਆਪਣੇ ਹੋ ਰੇਲਵੇ ਵਾਲੇ ਨੇ, ਦਿਨ ਰਾਤ ਟ੍ਰੇਨਾਂ ਚੱਲਦੀਆਂ ਨੇ, ਕਈ ਕਾਰਖਾਨੇ ਚੱਲਦੇ ਨੇ, ਉਦਮ ਉਹ ਵੀ ਕਰਦੇ ਹੀ ਨੇ। ਰਾਤ ਨੂੰ ਬਦਲਦੇ ਨੇ ਗਾਰਡ ਡਰਾਈਵਰ, ਕਰਦੇ ਹੀ ਨੇ ਉਦਮ। ਪਰ ਉਪਕਾਰ ਦਾ ਉਦਮ ਹੋਰ ਚੀਜ਼ ਹੈ। ਅਮਿਟ ਉਦਮ ਅਰ ਉਪਕਾਰ ਅਮਿਟ ਅਣਜੀਤ ਅਨਾਗਤ। ਉਹ ਜਿਹੜਾ ਉਦਮ ਅਮਿਟ ਹੁੰਦਾ ਫਿਰ ਉਦਮ ਮਿਟਿਆ ਨਹੀਂ ਜਾ ਸਕਦਾ। ਉਹ ਐ ਨਹੀਂ ਹੈਗਾ ਵੀ ਤੁਹਾਨੂੰ ਉਦਮ ਤੁਸੀਂ ਕੀਤਾ, ਤਨਖਾਹ ਲੈ ਲਈ, ਖਾ ਲਈ, ਮਿਟ ਗਿਆ, ਮਹੀਨਾ ਪੂਰਾ ਹੋ ਗਿਆ, ਤਨਖਾਹ ਲੈ ਲਈ, ਉਦਮ ਬਰਾਬਰ ਹੋ ਗਿਆ। ਐਸਾ ਉਦਮ ਹੋਵੇ ਜਿਹੜਾ ਤੁਹਾਡਾ ਉਦਮ ਦਾ ਬੈਲੈਂਸ ਵੱਧਦਾ ਹੀ ਚਲਾ ਜਾਵੇ, ਅਮਿਟ ਉਹਦਾ ਬੈਲੈਂਸ ਖੜਾ ਹੀ ਰਹੇ। ਬਕਾਊ ਉਦਮ ਨਾ ਹੋਵੇ ਉਹਦੇ, ਯਾਨੀ ਨੌਕਰੀ ਵਾਲਾ ਉਦਮ ਨਾ ਹੋਵੇ, ਚਾਕਰੀ ਵਾਲਾ ਉਦਮ ਹੋਵੇ। ਨੌਕਰੀ ਵਾਲਾ ਉਦਮ ਨਹੀਂ, ਚਾਕਰੀ ਵਾਲਾ ਉਦਮ। ਚਾਕਰ ਤਨਖਾਹ ਨਹੀਂ ਲੈਂਦਾ ਹੁੰਦਾ, ਦਾਲ ਰੋਟੀ ਦਾ ਲੈਂਦਾ, ਉਹ ਤਾਂ ਉਹਨੇ ਦੇਣੀ ਹੈ ਮਾਲਕ ਨੇ, ਤਨਖਾਹ ਨਹੀਂ ਲੈਂਦਾ ਉਹ ਬਸ। ਅਣਜੀਤ ਅਨਾਕਟ। ਅਣਜੀਤ ਅਨਾਕਟ, ਔਰ ਜਿੱਤਿਆ ਵੀ ਨਹੀਂ ਜਾ ਸਕਦਾ ਉਹ, ਨਾ ਕੱਟਿਆ ਜਾ ਸਕਦਾ ਉਹਦਾ ਉਦਮ। ਨਾ ਤਾਂ ਉਦਮ ਇਹੋ ਜਿਹਾ ਨਿਸਫਲ ਜਾਣ ਵਾਲਾ, ਨਿਸਫਲ ਜਾਂਦੇ ਨੇ ਨਾ, ਨਾ ਨਿਸਫਲ ਜਾਣ ਵਾਲਾ, ਨਾ ਫਜ਼ੂਲ ਹੈ ਉਦਮ। ਇਹ ਵੀ ਤਾਂ ਹੋ ਸਕ, ਦੇਖੋ ਤੜਕੇ ਉੱਠ ਕੇ 2 ਵਜੇ ਤੇ ਉਹ ਧੋਂਦੇ ਨੇ ਦੁੱਧ ਨਾਲ, ਉਦਮ ਨਹੀਂ ਹੈ ਉਹ। ਨਾ ਅਣਜੀਤ ਹੈ, ਨਾ ਘਟ ਹੈ, ਨਾ ਘੱਟ ਹੈ, ਦੋਏ ਗੁਣ ਨਹੀਂ ਹੈ, ਉਹ ਦੋਏ ਗੁਣ ਨਹੀਂ ਹੈ। ਤੜਕੇ ਤੋਂ ਰਮਾਲੇ ਇਹ ਕਰ ਉਹ ਕਰ, ਜੋ ਕੁਛ ਕਰਦੇ ਨੇ ਸਾਰਾ ਹੀ ਇਸ ਪੁਆਇੰਟ ਤੇ ਖਰਾ ਨਹੀਂ ਉਤਰਦਾ। ਜੋ ਕੁਛ ਗੁਰਦੁਆਰੇ ਚ ਹੋ ਰਿਹਾ ਇਹ ਗੱਲ ਤੇ ਖਰਾ ਹੀ ਨਹੀਂ ਉਤਰਦਾ, ਕੁਛ ਵੀ ਨਹੀਂ ਖਰਾ ਉਤਰਦਾ ਉਹਨਾਂ ਦਾ। ਉਦਮ ਤਾਂ ਉਹ ਵੀ ਕਰਦੇ ਨੇ, ਤਨਖਾਹ ਵੀ ਲੈਂਦੇ ਨੇ, ਚਲ ਤਨਖਾਹ ਵੀ ਲੈ ਲੈਣ ਕੋਈ ਗੱਲ ਨਹੀਂ, ਪਰ ਉਹ ਉਦਮ ਇਹ ਤੇ ਖਰਾ ਨਹੀਂ ਉਤਰਦਾ ਜੋ ਕੁਛ ਕਰ ਰਹੇ ਨੇ। ਜਾਂ ਇਹ ਤੇ ਨਹੀਂ ਖਰਾ ਉਤਰਦਾ, ਪੜ੍ਹ ਕੇ ਕਰਦੇ ਫਿਰ ਉਹ ਇਹੀ ਚੱਕਦਾ ਉੱਥੋਂ, ਇੱਕਦਮ ਤੇ ਚਕਾਤਾ ਉੱਥੋਂ ਵੀ ਸਾਡਾ ਇਹ ਵਿਰੋਧ ਕਰਦਾ ਜੋ ਅਸੀਂ ਕਰਦੇ ਹਾਂ। ਹੁਣ ਜੇ ਇੰਨਾ ਕੁਝ ਨਾ ਕਰਨ, ਪਬਲਿਕ ਨਾ ਆਵੇ, ਤੜਕੇ ਹੀ ਵਰਖਾ ਹੋਣ ਲੱਗ ਜਾਂਦੀ ਹੈ ਮਾਇਆ ਦੀ, ਕਿਵੇਂ ਹੋਵੇ? ਸਭ ਮਾਇਆ ਦੀ ਖੇਡ ਹੈ। ਜੇ ਨਿਰਖੋ ਸ਼ਤਰੂ ਤਜ ਆਸਨਣੀ ਬਿਮਣ ਚਿਤ ਭਾਜਤ ਤਵਨ। ਦੇ ਜੇ ਨਿਰਖ ਸ਼ਤਰੂ ਤਜ, ਹਾਂ, ਜਿਹਨੂੰ ਦੇਖ ਕੇ ਜਿਹੜੇ ਬੜੇ ਬੜੇ ਸ਼ਤਰੂ ਨੇ ਉਹ ਛਤਰਤਾ ਹੀ ਤਜ ਦਿੰਦੇ ਨੇ ਅੰਦਰੋਂ। ਸ਼ਤਰੂ ਤਜ, ਛਤਰਤਾ ਜਿਹੜੀ ਹੈ ਅੰਦਰੋਂ, ਉਹ ਛਤਰਤਾ ਛੱਡ ਬਈ ਇਹ ਨਹੀਂ ਬਈ ਆਪਾਂ ਤੇ ਹੁਣ ਜਿੱਤ ਹੋਣਾ, ਇਹਦਾ ਆਪਣੇ ਕੋਲ ਕੋਈ, ਚੁੱਪੇ ਕਰ ਜਾਂਦੇ ਨੇ, ਚੁੱਪੇ ਕਰ ਜਾਂਦੇ ਨੇ ਵੀ ਹੁਣ ਨਹੀਂ, ਸਾਡੇ ਪੱਥਰ ਜ਼ਿਆਦਾ ਭਾਰੀ ਹੋ ਜਾਂਦਾ ਰੋਜ਼ ਇਹ ਸਾਡੇ ਆਪਣੇ ਚੱਕਣ ਦਾ। ਆਪਣੇ ਚੱਕਣ ਦਾ ਤਾਂ ਪਹਿਲਾਂ ਹੀ ਨਹੀਂ ਸੀ ਇਹ ਤਾਂ ਰੋਜ਼ ਹੀ ਭਾਰੀ ਹੋ ਜਾਂਦਾ, ਇਹ ਤਾਂ ਪਹਾੜ ਬਣੀ ਜਾਂਦਾ, ਇਹ ਤਾਂ ਥੱਲੇ ਉੱਤੇ ਨੂੰ ਆਈ ਜਾਂਦਾ ਪਹਾੜ। ਜੇ ਪਹਾੜ ਇਹ ਭਲਾ ਕਿਸੇ ਪੇੜ ਮੋਂ ਵਧਣ ਲੱਗ ਜਾਵੇ, ਪੇੜ ਪੌਦੇ ਨਹੀਂ ਵਧਦੇ, ਜੇ ਪਹਾੜ ਏਦਾਂ ਵਧਣ ਲੱਗ ਜਾਵੇ ਤੇ ਜਿਹੜਾ ਛੋਟੇ ਨੂੰ ਨਹੀਂ ਚੱਕ ਸਕਿਆ ਉਹ ਜਦ ਬੜਾ ਹੋ ਗਿਆ ਫਿਰ ਚੱਕ ਲੂ। ਉਹ ਤਾਂ ਉਹੀ ਘਬਰਾ ਜੂ ਵੀ ਕੀ ਹੋਣ ਲੱਗ ਗਿਆ, ਪਹਾੜ ਦਾ ਏਦਾਂ ਹੁੰਦੇ ਨਹੀਂ ਹੁੰਦੇ, ਉੱਤੇ ਨੂੰ ਜਾਂਦੇ ਨਹੀਂ, ਪਹਾੜ ਤਾਂ ਖੜਦੇ ਹੁੰਦੇ ਨੇ, ਇਹ ਪਹਾੜ ਲੱਗ ਗਿਆ ਵਧਣ। ਸ਼ਤਰੂ ਤਜ ਆਸਨਣੀ ਬਿਮਨ ਚਿਤ ਭਾਜਤ ਤਵਨ। ਆਸਵਨੀ, ਆਸਨਣੀ ਬਿਮਨ, ਅੱਛਾ ਅੱਛਾ ਅੱਛਾ। ਜੇ ਨਿਰਖ ਸ਼ਤਰੂ ਤਜ ਆਸਨਣੀ ਬਿਮਨ। ਸ਼ਤਰੂਆਂ ਨੇ ਜਿਹੜਾ ਉਹਨਾਂ ਦੇ ਆਸਣ ਸੀ ਜੰਮੇ ਹੋਏ ਨਾ, ਮਜ਼ਬੂਤ ਇਰਾਦੇ ਸੀ, ਆਸਣ ਇਰਾਦਾ ਹੁੰਦਾ। ਉਹ ਜਿਹੜੇ ਬੈਠੇ ਤੇ ਨਾ ਦਰਸ਼ਨ ਸਿੰਘ ਵਰਗੇ, ਇਹ ਬਈ ਅਸੀਂ ਇਹਨੂੰ
ਸਾਬਤ ਕਰ ਦਾਂਗੇ 10 ਗ੍ਰੰਥ ਹੈ ਨਹੀਂ। ਉਹ ਆਸਣਾਂ ਤੇ ਟਿਕੇ ਬੈਠੇ ਹੁੰਦੇ ਨੇ ਨਾ, ਆਸਣ ਹਿਰਦੇ ਨੂੰ ਕਹਿੰਦੇ ਨੇ, ਹਿਰਦੇ 'ਚ ਲਈ ਬੈਠੇ ਤੇ ਆਪਣੇ ਆਪਣੇ ਹਥਿਆਰ ਦੇਖਾਂ ਭਲਾ ਇਹਨੂੰ ਕੌਣ ਸਾਬਤ ਕਰ ਦੂਗਾ। ਜਿਹੜਾ ਕਹਿੰਦਾ ਕਰੋੜ ਰੁਪਈਆ ਦਿੰਦਾ ਸਾਬਤ ਕਰੇ, ਉਹ ਆਸਣ ਤੇ ਟਿਕਿਆ ਹੈ ਤਨ, ਤਸੱਲੀ ਕਰੀ ਬੈਠਾ ਤਨ। ਉਹ ਆਸਣੇ ਧੁਸਤ ਕਰਤੇ ਉਹਨਾਂ ਨੇ, ਆਸਣ ਛੱਡ ਕੇ ਭੱਜ ਗਏ। ਆਸਣ ਹੁੰਦਾ ਜਿੱਥੇ ਕੋਈ ਬਹਿੰਦਾ ਹੈ, ਆਸਣ ਜਿੱਥੇ ਟਿਕ ਕੇ ਬੈਠੇ ਤੇ ਉਹ ਕਹਿੰਦਾ ਕਰੋੜ ਰੁਪਈਆ ਦਊਗਾ ਜਿਹੜਾ ਸਾਬਤ ਕਰ ਦੇਵੇ 10 ਗ੍ਰੰਥ ਨੂੰ। ਉਹ ਕਿੱਥੇ ਗਏ ਹੁਣ? ਸਾਬਤ ਕਰਤਾ। ਉਹ ਆਸਣ ਨਹੀਂ ਛੱਡ ਕੇ ਭੱਜ ਜਾਂਦੇ ਨੇ ਫਿਰ ਉਹ। ਆਹੋ ਚਿੱਤ ਭਾਜਤ ਤਵਨ, ਚਿੱਤ ਭੱਜ ਜਾਂਦੇ ਨੇ, ਬਦਾਨੇ ਛੱਡ ਜਾਂਦੇ ਨੇ। ਉਹਨਾਂ ਦੀ ਗੱਲ ਤਾਂ ਅੱਜ ਦੀ ਜੋ ਹੋ ਰਹੀ ਹੈ ਉਹੀ ਕੀਤੀ ਹੈ। ਅੱਜ ਜੋ ਆਪਾਂ ਕਰ ਚੁੱਕੇ ਹਾਂ, ਹੁਣ ਤਾਂ ਕੁਝ ਹੋ ਰਹੀ ਹੈ, ਕੁਝ ਕਰੀ ਹੈ, ਉਹੀ ਹੈ ਗੱਲ ਸਾਰੀ। ਇੱਦਾਂ ਹੀ ਹੁੰਦਾ ਹੈ। ਦੇਖੋ ਜੰਗ ਦੇ ਵਿੱਚ ਜਾਂ ਲੜਾਈ ਹੋਊਗੀ, ਉਹੀ ਗੱਲਾਂ ਹੁੰਦੀਆਂ ਨੇ। ਲੜਾਈ ਕਦੇ ਹੋ ਜਾਵੇ, ਪਹਿਲਾਂ ਵੀ ਹੋਈ ਹੈ, ਹੁਣ ਵੀ ਹੋਈ ਹੈ। ਬਲਟਾਰ ਹਾਰ ਆਹਬ ਹਠੀ, ਅਠਾਠ ਠਾਠ ਭੂਤਲ ਗਵਨ। ਭੂਤਾਂ ਲਗਾਵਨ, ਭੂਤ ਦੇ ਥੱਲੇ ਵੜ ਜਾਂਦੇ ਨੇ, ਕਿਤੇ ਭੋਰਿਆਂ 'ਚ ਜਾ ਕੇ ਲੁਕ ਜਾਂਦੇ ਨੇ। ਜਿਹੜਾ ਸ਼ਕਤੀ ਹੈ ਨਾ, ਸ਼ਕਤੀ ਬਲਟਾਰ ਹਾਰ ਬਲ ਸ਼ਕਤੀ, ਉਹ ਕਹਿੰਦੇ ਨੇ ਬੁੱਧ ਬਲ ਦਾ ਸਾਡਾ ਗਿਆ, ਉਹ ਤਾਂ ਛੱਡੇ ਦਿੰਦੇ ਨੇ। ਬਲਟਾਰ ਦਾ ਬੋਲਣਾ ਤਾਂ ਛੱਡੇ ਦਿੰਦੇ ਨੇ, ਵਿਰੋਧ ਕਰਨਾ ਤਾਂ ਛੱਡੇ ਦਿੰਦੇ ਨੇ। ਆਪ ਜਿਹੜਾ ਜੰਗ ਦੇ ਵਿੱਚ ਹੱਠ ਕਰਕੇ ਕਰਦੇ ਸੀ, ਬੁੱਧ ਬਲ ਹੈ ਰਿਹਾ ਨਹੀਂ, ਬੋਲਣ ਜੋਗੇ ਰਹੇ ਨਹੀਂ, ਤੇ ਬਲ ਨੂੰ ਤਿਆਗ ਹੀ ਦਿੱਤਾ ਬੁੱਧ ਬਲ ਨੂੰ। ਅਠਾਠ ਠਾਠ ਭੂਤਲ ਗਵਨ, ਅਠਾਠ ਜਿਹੜੇ ਸੀਗੇ ਵੀ ਅਸੀਂ ਹਿਲਦੇ ਨਹੀਂ ਮੈਦਾਨ ਚੋਂ, ਉਹ ਖਿਸਕ ਗਏ ਉੱਥੋਂ, ਜਾ ਕੇ ਕਿਤੇ ਭੋਰੇ 'ਚ ਵੜ ਕੇ ਲੁਕ ਗਏ। ਭੂਤਲ ਗਵਨ, ਭੂਪ ਦੇ ਥੱਲੇ ਕਿਤੇ ਭੋਰਿਆਂ 'ਚ ਵੜ ਗਏ, ਜਾ ਕੇ ਖੱਡਾਂ 'ਚ ਵੜ ਗਏ, ਖੱਡਾਂ 'ਚ। ਮੈਂ ਕਹਿੰਦਾ ਖੱਡਾਂ 'ਚ ਵੜ ਗਏ, ਉਹ ਖੱਡਾਂ ਜਾ ਵੜੇ ਹੁਣ। ਭੂਤਲ ਗਵਨ ਹੋ ਗਏ। ਹਾਂ, ਭੂਪ ਧਰਤੀ ਦੇ ਵਿੱਚ ਭੋਰਿਆਂ 'ਚ ਵੜ ਗਏ। ਹੁਣ ਨਹੀਂ ਲੱਭਦੇ ਬਾਹਰ ਗੱਲ ਵੀ ਨਹੀਂ ਸੁਣਦੀ ਉਹਨਾਂ ਦੀ। ਗੱਲ ਕਰਨੀ ਆ ਬੰਦ ਕਰਕੇ, ਚੁੱਪੇ ਕਰਕੇ।